ਔਰ ਅੱਜ ਜੋ ਅਸੀਂ ਵਚਨ ਪੜ੍ਹਿਆ ਮੱਤੀ ਉਹਦਾ 22ਵਾਂ ਅਧਿਆਇ ਉਹਦਾ 15 ਤੋਂ ਲੈ ਕੇ 22 ਤੱਕ ਅਸੀਂ ਇਸ ਵਚਨ ਨੂੰ ਅਸੀਂ ਪੜ੍ਹ ਲਿਆ ਗਾ। ਹੁਣ ਅੱਗੇ ਇਸ ਨੂੰ ਲੈ ਕੇ ਚੱਲਦੇ ਹਾਂ, ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਗਾ ਉਹ ਬੜਾ ਪਵਿੱਤਰ, ਬੜਾ ਸਮਰਥੀ, ਬੜਾ ਅਨੁਗ੍ਰਹਿਕਾਰੀ ਹੈ। ਹਰੇਕ ਇਨਸਾਨ ਨੂੰ ਉਹ ਆਪਣੀ ਦਇਆ ਔਰ ਦ੍ਰਿਸ਼ਟੀ ਨਾਲ ਸੰਭਾਲਣ ਵਾਲਾ, ਉਹਦੇ ਹਾਲਾਤਾਂ ਨੂੰ ਬਦਲ ਦੇਣ ਵਾਲਾ, ਉਹਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਦੇਣ ਵਾਲਾ ਉਹ ਪਰਮੇਸ਼ਵਰ ਹੈ। ਪਰਮੇਸ਼ਵਰ ਨੇ ਮਨੁੱਖ ਦੇ ਲਈ, ਜਿਉਂਦੇ ਰਹਿਣ ਦੇ ਲਈ, ਕਿ ਉਹਦਾ ਸਰੀਰ ਜੀਵਤ ਰਹੇ, ਉਹਦੇ ਲਈ 3 ਚੀਜ਼ਾਂ ਠਹਿਰਾਈਆਂ ਨੇ: ਰੋਟੀ, ਕੱਪੜਾ ਔਰ ਮਕਾਨ। ਰੋਟੀ ਦੇ ਨਾਲ ਉਹਦਾ ਸਰੀਰ ਬਣਿਆ ਰਹੇ, ਕੱਪੜੇ ਦੇ ਨਾਲ ਉਹਦਾ ਸਰੀਰ ਢਕਿਆ ਰਹੇ, ਔਰ ਮਕਾਨ ਦੇ ਵਿੱਚ ਉਹਦੇ ਸਿਰ ਦੇ ਉੱਪਰ ਇੱਕ ਛੱਤ ਹੋਵੇ। ਜਿਵੇਂ ਪੰਛੀ ਰਾਤ ਸਮੇਂ ਆਰਾਮ ਦੇ ਲਈ ਆਪਣੇ ਆਲ੍ਹਣੇ ਵਿੱਚ ਆ ਜਾਂਦਾ ਗਾ, ਤਿਵੇਂ ਮਨੁੱਖ ਆਪਣਾ ਕੰਮ ਕਰਕੇ ਆਪਣੇ ਇੱਕ ਟਿਕਾਣੇ ਦੇ ਉੱਪਰ ਆ ਸਕੇ। ਰੋਟੀ, ਕੱਪੜਾ ਔਰ ਮਕਾਨ, ਅੱਜ 3 ਚੀਜ਼ਾਂ ਪ੍ਰਤੇਕ ਹਰ ਵਿਅਕਤੀ ਦੀ ਜ਼ਰੂਰਤ ਹੈ। ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ, ਕਿਸੇ ਵੀ ਜਾਤੀ ਨਾਲ ਜੁੜਿਆ ਹੋਇਆ ਗਾ, ਕੁਛ ਵੀ ਹੈ, ਲੇਕਿਨ ਇਹ 3 ਚੀਜ਼ਾਂ ਉਹਦੀ ਜ਼ਿੰਦਗੀ ਵਿੱਚ ਬੜੀਆਂ ਜ਼ਰੂਰੀ ਨੇ। ਔਰ ਸਾਡਾ ਪਰਮੇਸ਼ਵਰ ਇਹਨਾਂ 3 ਵਸਤੂਆਂ ਦੇ ਲਈ ਮਨੁੱਖ ਨੂੰ ਇੱਕ ਗੱਲ ਕਹਿੰਦਾ ਗਾ ਕਿ ਜਿਹੜੀਆਂ ਚੀਜ਼ਾਂ ਅੱਜ ਸੰਸਾਰ ਚਾਹੁੰਦਾ ਨਾ, ਅੱਜ ਜਿਹੜਾ ਇਨਸਾਨ ਦੌੜਿਆ ਫਿਰ ਰਿਹਾ ਗਾ, ਤਾਂ ਉਹਨੂੰ ਪਤਾ ਕੀ, ਉਹਨੂੰ ਪੁੱਛ ਕੇ ਦੇਖੋ, ਤੁਸੀਂ ਇੰਨਾ ਕੰਮਕਾਰ ਕਰਦੇ, ਦੌੜੇ ਫਿਰਦੇ, ਤਾਂ ਉਹ ਪਤਾ ਕੀ ਕਹਿੰਦਾ? ਪੇਟ ਦਾ ਸਵਾਲ ਹੈ ਜੀ, ਪੇਟ ਦਾ ਮਸਲਾ ਗਾ। ਬਸ ਰੋਟੀ ਲਈ ਅਸੀਂ ਦੌੜੇ ਫਿਰ ਰਹੇ ਹਾਂ। ਕੱਪੜੇ ਮਿਲ ਜਾਣ, ਰੋਟੀ ਮਿਲ ਜਾਂਦੀ ਹੈ, ਮਕਾਨ, ਘਰ, ਬਸ ਬਹੁਤ ਹੈ। ਔਰ ਇਹਨਾਂ ਚੀਜ਼ਾਂ ਦੀ ਇਨਸਾਨ ਜਿਹੜਾ ਗਾ ਉਹ ਬੜੀ ਚਿੰਤਾ ਕਰਦਾ ਗਾ, ਬੜਾ ਬੋਝ ਉਹਦੇ ਉੱਪਰ ਬਣਿਆ ਰਹਿੰਦਾ। ਅਗਰ ਉਹ 2 ਦਿਨ ਕੰਮ 'ਤੇ ਨਾ ਜਾਵੇ ਤਾਂ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਮੈਂ ਰੋਟੀ ਕਿੱਥੋਂ ਖਾਊਂਗਾ, ਜਦ ਕਿ ਉਹਦੇ ਕੋਲ ਰੋਟੀ ਲਈ ਕੁਝ ਹੁੰਦਾ ਗਾ ਐਡਵਾਂਸ। ਲੇਕਿਨ ਫਿਰ ਵੀ ਉਸਨੂੰ ਇਹ ਹੁੰਦਾ ਕਿ ਮੈਂ 2 ਦਿਨ ਕੰਮ 'ਤੇ ਨਹੀਂ ਗਿਆ, ਮੈਂ ਰੋਟੀ ਕਿਵੇਂ ਖਾਊਂ, ਮੈਂ ਕਿਵੇਂ ਆਪਣੇ ਆਪ ਨੂੰ ਮੇਨਟੇਨ ਰੱਖੂੰ, 2 ਦਿਨ ਮੈਨੂੰ ਉਹ ਕਦੋਂ ਪੂਰੇ ਕਰ ਦੇਣਗੇ ਬਾਕੀ ਦਿਨਾਂ ਦੇ ਨਾਲ। ਤਾਂ ਉਹ ਚੀਜ਼ ਦੀ ਚਿੰਤਾ ਦੇ ਵਿੱਚ ਰਹਿੰਦਾ ਗਾ। ਜਦ ਕਿ ਪਰਮੇਸ਼ਵਰ ਦਾ ਪਵਿੱਤਰ ਵਚਨ ਇਹ ਕਹਿੰਦਾ ਗਾ ਕਿ ਆਕਾਸ਼ ਦੇ ਪੰਛੀਆਂ ਵੱਲ ਦੇਖੋ, ਨਾ ਉਹ ਬੀਜਦੇ, ਨਾ ਉਹ ਵੱਢਦੇ, ਅਤੇ ਨਾ ਹੀ ਉਹ ਭੜੋਲੇ ਵਿੱਚ ਜਮ੍ਹਾਂ ਕਰਦੇ। ਮਨੁੱਖ ਇਹ 3 ਪ੍ਰਕਿਰਿਆ ਕਰਦਾ ਗਾ: ਬੀਜਦਾ ਗਾ, ਵੱਢਦਾ ਗਾ, ਭੜੋਲੇ ਵਿੱਚ ਜਮ੍ਹਾਂ ਕਰਦਾ। 3 ਪ੍ਰਕਿਰਿਆ ਪੰਛੀ ਨਹੀਂ ਕਰਦੇ, ਲੇਕਿਨ 3 ਪ੍ਰਕਿਰਿਆ ਮਨੁੱਖ ਕਰ ਰਿਹਾ। ਫਿਰ ਵੀ ਟੈਨਸ਼ਨ ਦੇ ਵਿੱਚ ਕੌਣ ਹੁੰਦਾ? ਜਿਹਨੇ ਕੀਤਾ ਹੁੰਦਾ ਗਾ ਉਹ ਟੈਨਸ਼ਨ 'ਚ, ਜਿਹਨੇ ਕੁਝ ਕੀਤਾ ਹੀ ਨਹੀਂ ਉਹ ਆਜ਼ਾਦ। ਬਾਈਬਲ ਇਹ ਕਹਿੰਦੀ ਆ ਕਿ ਆਕਾਸ਼ ਦੇ ਪੰਛੀਆਂ ਵੱਲ ਦੇਖੋ, ਨਾ ਉਹ ਬੀਜਦੇ, ਨਾ ਉਹ ਵੱਢਦੇ, ਅਤੇ ਨਾ ਉਹ ਭੜੋਲੇ ਜਮ੍ਹਾਂ ਕਰਦੇ। ਫਿਰ ਵੀ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਗਾ, ਉਹਨਾਂ ਦੀ ਪਿਰਤਪਾਲ ਕਰਦਾ ਗਾ। ਉਹਨਾਂ ਨੇ ਅੱਜ ਖਾ ਲਿਆ, ਸਵੇਰ ਨੂੰ ਉੱਠੇ, ਉਡਾਰੀ ਮਾਰੀ, ਚਲੇ ਗਏ, ਔਰ ਉਹਨਾਂ ਦਾ ਦਾਣਾ ਪਾਣੀ ਉਹਨਾਂ ਨੂੰ ਮਿਲ ਹੀ ਜਾਣਾ ਗਾ। ਹਰ ਇੱਕ ਜੀਵ ਦੇ ਲਈ, ਹਰ ਇੱਕ ਪੰਛੀ ਦੇ ਲਈ ਪਰਮੇਸ਼ਵਰ ਨੇ ਪ੍ਰੋਪਰ ਇੰਤਜ਼ਾਮ ਕੀਤੇ ਹੋਏ ਨੇ। ਪਰਮੇਸ਼ਵਰ ਦੀ ਦ੍ਰਿਸ਼ਟੀ ਇਹਨਾਂ ਸਾਰੀਆਂ ਕੰਮਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ। ਔਰ ਮੁੱਢ ਤੋਂ ਜਿਹੜੀ ਪ੍ਰਕਿਰਿਆ ਪਰਮੇਸ਼ਵਰ ਨੇ ਇਹਨਾਂ ਲਈ ਸਟਾਰਟ ਕੀਤੀ ਹੈ, ਉਹ ਅੱਜ ਤੱਕ ਬਣੀ ਹੋਈ ਹੈ। ਲੇਕਿਨ ਜਦੋਂ ਪਰਮੇਸ਼ਵਰ ਨੇ ਮਨੁੱਖ ਦਾ ਜੀਵਨ ਦੇਖਿਆ, ਤਾਂ ਮਨੁੱਖ ਜਿਹੜਾ ਉਹਦੇ ਹੱਥਾਂ ਦੀ ਰਚਨਾ, ਉਹਦੇ ਹੱਥਾਂ ਦਾ ਬਣਾਇਆ, ਪਰਮੇਸ਼ਵਰ ਨੇ ਦੇਖਿਆ ਕਿ ਇਹ ਤਾਂ ਚਿੰਤਾ ਹੀ ਇਸ ਗੱਲ ਦੀ ਕਰਦਾ, ਮੈਂ ਕੀ ਖਾਵਾਂਗਾ, ਮੈਂ ਕੀ ਪੀਵਾਂਗਾ, ਮੈਂ ਕੀ ਪਹਿਨਾਂਗਾ, ਮੈਂ ਕਿੱਥੇ ਰਹਾਂਗਾ। ਸੱਚ ਹੈ ਜਾਂ ਝੂਠ ਹੈ? ਕਿ ਮੈਂ ਕੀ ਖਾਵਾਂ, ਕੀ ਪੀਵਾਂ, ਕਿੱਥੇ ਰਹਾਂਗਾ, ਇਹ ਚਿੰਤਾ ਮਨੁੱਖ ਹਮੇਸ਼ਾ ਜ਼ਿਆਦਾ ਰੱਖਦਾ। ਲੇਕਿਨ ਬਾਈਬਲ ਦਾ ਵਚਨ ਇਹ ਕਹਿੰਦਾ ਗਾ ਕਿ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੇ ਆਪ ਲਈ ਕੁਝ ਕਰ ਸਕੇ।
ਚਿੰਤਾ ਕਰਕੇ ਕਿਹੜਾ ਮਨੁੱਖ ਹੈ ਜਿਹੜਾ ਧੌਲੇ ਤੋਂ ਕਾਲਾ ਕਰ ਦੇਵੇ? ਕੋਈ ਹੈ? ਕੋਈ ਵੀ ਤਾਂ ਨਹੀਂ। ਲੇਕਿਨ ਫਿਰ ਵੀ ਦੇਖੋ ਟੈਨਸ਼ਨ ਹੋਊਗੀ ਪੱਕੀ, ਫਿਰ ਵੀ ਚਿੰਤਾ ਰਹੂਗੀ, ਇਹ ਚੀਜ਼ ਨੂੰ ਇੱਦਾਂ ਮੇਨਟੇਨ ਕਰਨਾ, ਉਹ ਇੱਦਾਂ ਕਰਨਾ। ਅੱਜ ਜਿੰਨੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੇ ਆ ਰਹੇ ਨੇ, ਜਿੰਨੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੇ ਪਿਛਲੇ ਸਮੇਂ 'ਚ ਆਏ, ਤਾਂ ਇਹ ਚੀਜ਼ਾਂ ਦੀ ਜ਼ਰੂਰਤ ਤਾਂ ਪਰਮੇਸ਼ਰ ਨੇ ਹਰ ਇੱਕ ਦੀ ਪੂਰੀ ਕੀਤੀ ਹੋਈ ਕੀਤੀ, ਹਰ ਇੱਕ ਦੀ ਕੀਤੀ। ਲੇਕਿਨ ਉਸ ਤੋਂ ਵੱਧ ਕੇ ਵੀ ਪਰਮੇਸ਼ਵਰ ਨੇ ਬਹੁਤ ਤੇਰੇ ਲੋਕਾਂ ਨੂੰ ਆਸ਼ੀਸ਼ ਦਿੱਤੀ ਹੈ। ਇਨਸਾਨ ਦੇ ਲਈ ਰੋਟੀ, ਕੱਪੜਾ, ਮਕਾਨ ਬਹੁਤ ਹੈ, ਲੇਕਿਨ ਇਸ ਤੋਂ ਵੱਧ ਕੇ ਜੋ ਉਹ ਚਾਹੁੰਦਾ ਗਾ ਕਿ ਮੇਰੇ ਲਈ ਹੋਏ, ਤਾਂ ਅਜਿਹੀ ਗੱਲ ਨਹੀਂ ਕਿ ਪਰਮੇਸ਼ਵਰ ਉਹਦੀ ਸਹਾਇਤਾ ਨਹੀਂ ਕਰਦੇ, ਉਸ ਦੇ ਲਈ ਮੁਹੱਈਆ ਕਰਦਾ ਗਾ, ਉਸ ਨੂੰ ਦੇਣ ਵਾਲਾ ਪਰਮੇਸ਼ਵਰ ਹੈ। ਜਿਸ ਵਿਅਕਤੀ ਨੂੰ ਅੱਜ 500 ਦੀ ਜ਼ਰੂਰਤ ਹੈ ਔਰ ਪਰਮੇਸ਼ਵਰ ਜਾਣਦਾ ਕਿ ਇਹਦਾ 500 ਨਾਲ ਅੱਜ ਦਾ ਘਰ ਚੱਲੂਗਾ, ਤਾਂ ਪਰਮੇਸ਼ਵਰ 500 ਦੇਣ ਦੀ ਸਾਮਰਥ ਰੱਖਦਾ। ਲੇਕਿਨ ਪਰਮੇਸ਼ਵਰ ਦੇ ਵਿੱਚ ਜਦੋਂ ਲੋਕ ਆਉਂਦੇ ਨੇ, ਮੈਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਿਆ ਗਾ, ਉਹ ਇੰਨੇ ਕੁ ਆਸ਼ੀਸ਼ਿਤ ਹੁੰਦੇ ਨੇ, ਉਹ ਇੰਨੇ ਕੁ ਆਸ਼ੀਸ਼ਿਤ ਹੁੰਦੇ ਨੇ ਕਿ ਉਹਨਾਂ ਦੀ ਆਸ਼ੀਸ਼ਾਂ ਉਹਨਾਂ ਦੀ ਮਿਣਤੀ ਗਿਣਤੀ ਤੋਂ ਬਾਹਰ ਚਲੀਆਂ ਜਾਂਦੀਆਂ। ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਕੋਲ ਕੀ ਕੁਛ ਹੈ। ਬਾਈਬਲ ਦੇ ਵਿੱਚ ਲਿਖਿਆ ਗਾ ਅਬਰਾਹਮ ਦੇ ਕੋਲ ਇੰਨਾ ਕੁਛ ਸੀਗਾ, ਜਦੋਂ ਨਿਕਲਿਆ ਉਦੋਂ ਕੁਛ ਨਹੀਂ, ਲੇਕਿਨ ਜਦੋਂ ਪਰਮੇਸ਼ਵਰ ਨੇ ਆਸ਼ੀਸ਼ਿਤ ਕੀਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਦਾ ਭਤੀਜਾ ਲੂਤ, ਉਹਦੀਆਂ ਭੇਡਾਂ ਬੱਕਰੀਆਂ ਔਰ ਅਬਰਾਹਮ ਦੀਆਂ ਭੇਡਾਂ ਬੱਕਰੀਆਂ ਬਹੁਤ ਜ਼ਿਆਦਾ ਇੱਜੜ ਹੋ ਗਿਆ। ਪਾਣੀਆਂ 'ਚ ਆਪਸੀ ਝਗੜਾ ਹੋ ਜਾਂਦਾ ਸੀਗਾ। ਉਹ ਕਹਿੰਦਾ, ਪਹਿਲਾਂ ਕਹਿੰਦਾ ਮੈਂ ਖੂਹ 'ਤੇ ਪਾਣੀ ਪਿਆਉਣਾ, ਦੂਜਾ ਕਹਿੰਦਾ ਮੈਂ ਪਿਆਉਣਾ। ਅਬਰਾਹਮ ਕਹਿੰਦਾ ਵੀ ਇੱਦਾਂ ਤਾਂ ਗੱਲ ਜੱਚਦੀ ਨਹੀਂ, ਇੱਦਾਂ ਨਹੀਂ ਚੰਗਾ ਲੱਗਦਾ ਕਿ ਰੌਲਾ ਰਹੇ। ਤਾਂ ਕਿਉਂ ਸੀਗਾ? ਬਹੁਤਾ ਸੀਗਾ। ਜੀਣ ਦੇ ਲਈ ਰੋਟੀ, ਕੱਪੜਾ, ਮਕਾਨ ਚਾਹੀਦਾ, ਲੇਕਿਨ ਪਰਮੇਸ਼ਵਰ ਨੇ ਇੰਨਾ ਆਸ਼ੀਸ਼ਿਤ ਕੀਤਾ ਕਿ ਬਹੁਤ ਇੱਦਾਂ ਹੋ ਗਿਆ। ਔਰ ਬਾਈਬਲ ਇਹ ਕਹਿੰਦੀ ਹੈ ਕਿ ਅਬਰਾਹਮ ਉਸ ਸਮੇਂ ਪੂਰਬ ਦੀ ਵੱਲ ਵੱਡਾ ਮਾਲਦਾਰ ਵਿਅਕਤੀ ਸੀਗਾ, ਬਹੁਤ ਕੁਛ ਸੀਗਾ, ਬੜਾ ਸੋਨਾ ਚਾਂਦੀ ਸਭ ਕੁਛ ਸੀਗਾ। ਉਸ ਤੋਂ ਬਾਅਦ ਅਬਰਾਹਮ ਤੋਂ ਜੋ ਬੱਚੇ ਪੈਦਾ ਹੋਏ, ਇਸਾਕ ਤੋਂ ਅੱਗੇ ਯਾਕੂਬ, ਉਹ ਵੀ ਅੱਗੇ ਆਸ਼ੀਸ਼ਿਤ ਹੁੰਦੇ ਚਲੇ ਗਏ। ਯਾਕੂਬ ਨੂੰ ਪਰਮੇਸ਼ਵਰ ਨੇ ਬਹੁਤ ਆਸ਼ੀਸ਼ ਦਿੱਤੀ। ਪੜ੍ਹ ਕੇ ਦੇਖੋ ਬਾਈਬਲ ਦੇ, ਜਦੋਂ ਉਹ ਆਪਣੇ ਮਾਮੇ ਲਾਬਾਨ ਦੇ ਕੋਲ ਚਲਾ ਗਿਆ ਤਾਂ ਉੱਥੇ ਹੀ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ ਔਰ ਪਰਮੇਸ਼ਵਰ ਨੇ ਉਹਨੂੰ ਉੱਥੇ ਬਹੁਤ ਤਾਏ ਦੀ ਆਸ਼ੀਸ਼ ਦਿੱਤੀ, ਬੜੀ ਆਸ਼ੀਸ਼ ਦੇ ਨਾਲ। ਜਦੋਂ ਯਾਕੂਬ ਆਪਣੇ ਮਾਮੇ ਦੇ ਕੋਲੋਂ ਜੁਦਾ ਹੋ ਕੇ ਨਿਕਲਦਾ ਗਾ ਤਾਂ ਵੱਡੀ ਆਸ਼ੀਸ਼ ਹੁੰਦੀ ਹੈ ਉਹਦੇ ਕੋਲੇ, ਬਹੁਤ ਸਾਰੀ। ਜਦੋਂ ਗਿਆ ਤਾਂ ਇਕੱਲਾ ਸੀਗਾ ਔਰ ਖਾਲੀ ਹੱਥ ਸੀਗਾ, ਲੇਕਿਨ ਜਦੋਂ ਉੱਥੋਂ ਨਿਕਲਿਆ ਗਾ ਤਾਂ ਉਹਦੀਆਂ ਨਾਲ ਪਤਨੀਆਂ, ਉਹਦੇ 12 ਬੱਚੇ, ਉਹਦੀਆਂ 4 ਪਤਨੀਆਂ, 12 ਬੱਚੇ ਉਹਦੇ ਨਾਲ ਨਿਕਲ ਕੇ ਆਏ। ਇੱਜੜ, ਭੇਡਾਂ, ਸਮਾਨ, ਬਹੁਤ ਕੁਛ ਸੀਗਾ ਉਹਦੇ ਕੋਲ। ਲੇਕਿਨ ਯਾਕੂਬ ਦੇ ਜਾਣ ਦਾ ਕਾਰਨ ਉੱਥੇ ਕੀ ਸੀਗਾ ਕਿ ਆਪਣੇ ਮਾਮੇ ਲਾਬਾਨ ਕੋਲੇ ਜਾਏ? ਤਾਂ ਕਾਰਨ ਇਹ ਸੀਗਾ ਕਿ ਇਸਦਾ ਯਾਕੂਬ ਦਾ ਭਰਾ ਕੌਣ? ਯਾਕੂਬ ਦਾ ਭਰਾ ਕੌਣ? ਇਸਾਓ। ਪ੍ਰੋਬਲਮ ਕਿੱਥੇ ਸੀਗੀ? ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸਮਝਿਓ ਕਿ ਜਿਹੜੀ ਆਸ਼ੀਸ਼ ਇਸਾਓ ਲੈਣਾ ਚਾਹੁੰਦਾ ਸੀਗਾ, ਉਹ ਆਸ਼ੀਸ਼ ਯਾਕੂਬ ਨੂੰ ਮਿਲੀ ਔਰ ਇਹਦੇ ਕਾਰਨ ਉਹਦਾ ਭਰਾ ਉਹਦੇ ਉੱਪਰ ਬਹੁਤ ਗੁੱਸੇ ਸੀਗਾ ਕਿ ਉਹਨੇ ਕਿਵੇਂ ਵੀ ਕਰਕੇ ਬਸ ਉਹ ਆਸ਼ੀਸ਼ ਹਾਸਲ ਕਰ ਲਈ। ਉਸ ਤੋਂ ਬਾਅਦ ਉਹ ਚਲਾ ਗਿਆ। ਹੁਣ ਆਸ਼ੀਸ਼ ਜਿਹੜੀ ਮਿਲੀ ਸੀਗੀ, ਪਤਾ ਕਿਵੇਂ ਮਿਲੀ ਸੀਗੀ? ਸਿਰਫ ਬੋਲਣ ਦੇ ਨਾਲ। ਮੈਂ ਇੱਕ ਵਾਰੀ ਵਚਨ ਦਿੱਤਾ ਸੀਗਾ, ਭੋਗੇ ਵਾਲੇ ਸ਼ਾਇਦ ਯਾਦ ਹੋਵੇ, ਮੂੰਹ ਦੇ, ਪਰਮੇਸ਼ਵਰ ਦਾਸ ਦੇ ਮੂੰਹ ਦੀ ਆਸ਼ੀਸ਼, ਬੋਲਣ ਦੇ ਨਾਲ ਆਸ਼ੀਸ਼ ਦਿੱਤੀ। ਬੋਲਿਆ, ਬਾਈਬਲ ਇਹ ਕਹਿੰਦੀ ਉਹ ਕੰਪਲੀਟ ਵੀ ਹੋਇਆ। ਹੁਣ ਇੰਨਾ ਹੋ ਗਿਆ ਕਿ ਹੁਣ ਉਹਨੂੰ ਇੱਕ ਖਿਆਲ ਆਇਆ ਕਿ ਮੇਰੇ ਕੋਲ ਹੈ ਤਾਂ ਬਹੁਤ ਕੁਛ, ਪਰ ਮੇਰੇ ਭਾਈ ਦਾ ਮੈਨੂੰ ਡਰ ਹੈ ਕਿ ਅਗਰ ਮੈਂ ਵਾਪਸ ਉੱਥੇ ਜਾਵਾਂ ਤੇ ਖਬਰ ਆ ਮੈਨੂੰ ਮਾਰ ਦੇਵੇ। ਇਸ ਲਈ ਉਹ ਆਪਣੇ ਭਾਈ ਦਾ ਗੁੱਸਾ ਠੰਡਾ ਕਰਨ ਦੇ ਲਈ ਉਹਦੇ ਲਈ ਬਹੁਤ ਸਾਰੇ ਨਜ਼ਰਾਨੇ ਭੇਜਦਾ, ਉਹ ਬਹੁਤ ਸਾਰੀਆਂ ਭੇਡਾਂ, ਬੱਕਰੀਆਂ, ਵਸਤੂਆਂ ਉਹਦੇ ਲਈ ਅੱਗੇ ਤੋਂ ਅੱਗੇ ਭੇਜਦਾ, ਪਹਿਲੀ ਟੋਲੀ, ਦੂਜੀ ਟੋਲੀ, ਤੀਜੀ, ਇੱਦਾਂ ਕਰਕੇ ਉਹਦੇ ਲਈ ਭੇਜਦਾ ਹੈਗਾ। ਉਹ ਕਹਿੰਦਾ ਇਹ ਮਾਲ ਧਨ ਇੰਨਾ ਕੁ ਉਹਦੇ ਕੋਲੇ? ਕਹਿੰਦਾ ਜੀ ਨਹੀਂ, ਇਹ ਤਾਂ ਸਿਰਫ ਤੁਹਾਡੇ ਲਈ ਇੱਕ ਨਜ਼ਰਾਨਾ ਹੈਗਾ, ਇਹ ਤਾਂ ਤੁਹਾਡੇ ਲਈ ਭੇਟ ਹੈ ਕਿ ਜਿਹੜੀ ਉਹਨਾਂ ਨੇ ਭੇਜੀ ਹੈ, ਮਾਲ ਤਾਂ ਉਹਦਾ ਅਲੱਗ ਹੈ, ਬਹੁਤ ਹੈ ਤਾਂ ਉਹਦੇ ਕੋਲੇ। ਪਰਮੇਸ਼ਵਰ ਆਸ਼ੀਸ਼ਿਤ ਕਰਦਾ ਗਾ, ਪਰਮੇਸ਼ਵਰ ਕਈ ਗੁਣਾ ਵੱਧ ਕੇ ਦਿੰਦਾ ਗਾ, ਉਹਦੇ ਪਿੱਛੇ ਦੇਣ ਦਾ ਕੋਈ ਨਾ ਕੋਈ ਕਾਰਨ ਰਹਿੰਦਾ ਗਾ। ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਪਰਮੇਸ਼ਵਰ ਦਾ ਦਾਸ ਦਾਊਦ ਸੀਗਾ ਨਾ, ਬਹੁਤ ਆਸ਼ੀਸ਼ਿਤ ਸੀਗਾ ਉਹ,
ਔਰ ਚਾਹੁੰਦਾ ਸੀਗਾ ਕਿ ਮੈਂ ਪਰਮੇਸ਼ਵਰ ਲਈ ਭਵਨ ਸੰਕਲਪ ਕਰਾਂ, ਭਵਨ ਨੂੰ ਬਣਾਵਾਂ, ਲੇਕਿਨ ਪਰਮੇਸ਼ਵਰ ਨੇ ਮਨਾ ਕਰਤਾ, ਤੂੰ ਨਹੀਂ, ਤੇਰਾ ਪੁੱਤਰ ਸੁਲੇਮਾਨ ਉਸ ਨੂੰ ਬਣਾਏਗਾ। ਜਦੋਂ ਸੁਲੇਮਾਨ ਦੀ ਵਾਰੀ ਆਉਂਦੀ ਹੈ ਤਾਂ ਸੁਲੇਮਾਨ ਦੀ ਜਿਹੜੀ ਪਹਿਲੀ ਗੱਲ ਪਰਮੇਸ਼ਵਰ ਦੇ ਨਾਲ ਹੋਈ, ਜਦੋਂ ਪਰਮੇਸ਼ਵਰ ਨੇ ਉਹਨੂੰ ਦੇਣਾ ਚਾਹਿਆ ਤਾਂ ਸੁਲੇਮਾਨ ਨੇ ਬੁੱਧ ਮੰਗੀ, ਔਰ ਇਸ ਲਈ ਮੰਗੀ ਕਿ ਮੈਂ ਤੇਰੀ ਪ੍ਰਜਾ ਇਜ਼ਰਾਈਲ ਨੂੰ, ਮੈਂ ਤੇਰੇ ਲੋਕਾਂ ਨੂੰ ਉਹਦਾ ਨਾਲ ਸਹੀ ਨਿਆਂ ਕਰ ਸਕਾਂ, ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਸਕਾਂ, ਬਸ ਮੈਨੂੰ ਇੰਨਾ ਚਾਹੀਦਾ ਗਾ, ਉਹਨਾਂ ਨੂੰ ਸਹੀ ਚਲਾ ਸਕਾਂ, ਉਹਨਾਂ ਦਾ ਸਹੀ ਨਿਆਂ ਕਰ ਸਕਾਂ, ਉਹਦੇ ਲਈ ਬੁੱਧ ਚਾਹੀਦੀ ਹੈ। ਪਰਮੇਸ਼ਵਰ ਕਹਿੰਦਾ ਸੁਲੇਮਾਨ ਤਾਂ ਮੰਗਿਆ ਗਾ ਮੇਰੇ ਕੋਲੋਂ, ਲੇਕਿਨ ਆਪਣੇ ਲਈ ਕੁਛ ਨਹੀਂ ਮੰਗਿਆ, ਤਾਂ ਜੋ ਮੰਗਿਆ ਗਾ ਨਾ ਮੇਰੇ ਲੋਕਾਂ ਲਈ ਮੰਗਿਆ ਗਾ, ਮਤਲਬ ਇਜ਼ਰਾਈਲ ਮੇਰਾ ਹੈਗਾ, ਤੂੰ ਮੇਰੇ ਲੋਕਾਂ ਲਈ ਮੰਗਿਆ ਗਾ, ਤੈਂ ਮੇਰੇ ਲੋਕਾਂ ਲਈ ਮੰਗਿਆ ਗਾ, ਹੁਣ ਇਸ ਦੇ ਬਦਲੇ ਮੈਂ ਤੈਨੂੰ ਬਹੁਤਾਏ ਦੀ ਆਸ਼ੀਸ਼ ਦਿਆਂਗਾ, ਬਹੁਤਾਏ ਦੀ ਆਸ਼ੀਸ਼। ਤੇ ਧਨ ਔਰ ਵੈਰੀਆਂ ਦੇ ਪ੍ਰਾਣ ਨਹੀਂ ਮੇਰੇ ਤੋਂ ਮੰਗੇ, ਲੇਕਿਨ ਹੁਣ ਮੈਂ ਤੈਨੂੰ ਧਨ ਔਰ ਇੱਜ਼ਤ ਵੀ ਬਹੁਤ ਦਿਆਂਗਾ, ਔਰ ਅਜਿਹੀ ਦਿਆਂਗਾ ਕਿ ਤੇਥੋਂ ਬਾਅਦ ਨਾ ਤੇਥੋਂ ਪਹਿਲਾਂ ਇੱਦਾਂ ਦਾ ਕੋਈ ਰਾਜਾ ਹੋਇਆ ਇਤਿਹਾਸ ਦੇ ਵਿੱਚ, ਨਾ ਕੋਈ ਤੇਥੋਂ ਬਾਅਦ ਇੱਦਾਂ ਦਾ ਹੋਣ ਵਾਲਾ ਜਿਹਦੇ ਕੋਲ ਇੰਨੀ ਬੁੱਧ ਔਰ ਸਮਝ ਹੋਏਗੀ। ਉਪਦੇਸ਼ਕ ਲਿਖਣ ਵਾਲਾ, ਸ੍ਰੇਸ਼ਟ ਗੀਤ ਲਿਖਣ ਵਾਲਾ, ਕਹਾਵਤਾਂ ਨੂੰ ਲਿਖਣ ਵਾਲਾ ਸੁਲੇਮਾਨ ਬਾਦਸ਼ਾਹ। ਲੋਕ ਕਹਿੰਦੇ ਇਹਦੇ ਵਿੱਚ ਬੜੀਆਂ ਬੁੱਧ ਦੀਆਂ ਗੱਲਾਂ ਛੁਪੀਆਂ, ਤੇ ਲਿਖਣ ਵਾਲਾ ਹੀ ਇੰਨਾ ਬੁੱਧੀਮਾਨ ਤੇ ਛੁਪ ਨਹੀਂ ਗਈ ਉਹਦੇ ਵਿੱਚੋਂ। ਇੱਕ ਅਨੋਖੀ ਬੁੱਧ ਪਰਮੇਸ਼ਵਰ ਨੇ ਉਸਨੂੰ ਦਿੱਤੀ, ਲੇਕਿਨ ਨਾਲ ਨਾਲ ਪਰਮੇਸ਼ਵਰ ਨੇ ਉਸਨੂੰ ਬਹੁਤ ਸਾਰੀ ਆਸ਼ੀਸ਼ ਵੀ ਦਿੱਤੀ। ਤਾਂ ਉਸਨੂੰ ਉਸ ਆਸ਼ੀਸ਼ ਦਾ ਕੀਤਾ ਕਿ ਸੋਨਾ ਚਾਂਦੀ, ਬਾਈਬਲ ਇਹ ਕਹਿੰਦੀ ਹੈ ਕਿ ਉਸ ਸਮੇਂ ਜਿਹੜੀਆਂ ਖਾਣਾ ਖਾਣ ਦੇ ਲਈ ਉਹਨਾਂ ਨੇ ਥਾਲਾਂ ਬਣਾਈਆਂ ਸੀਗੀਆਂ ਉਹ ਵੀ ਸਾਰੀਆਂ ਸੋਨੇ ਦੀਆਂ, ਗਲਾਸ ਥਾਲਾਂ ਸਭ ਸੋਨੇ ਦੀਆਂ, ਉਹਦੇ 'ਚ ਆਪ ਵੀ ਤੇ ਉਹਦੇ ਨੌਕਰ ਵੀ ਉਹ 'ਚ ਹੀ ਖਾਂਦੇ ਸੀਗੇ। ਪਰ ਬਾਈਬਲ ਇਹ ਕਹਿੰਦੀ ਹੈ ਕਿ ਸੁਲੇਮਾਨ ਦੇ ਦਿਨਾਂ ਦੇ ਵਿੱਚ ਚਾਂਦੀ ਇਸ ਤਰ੍ਹਾਂ ਹੁੰਦੀ ਸੀਗੀ ਜਿਵੇਂ ਸਾਡੇ ਆਲੇ ਦੁਆਲੇ ਰੋੜੇ ਖਿੰਡੇ ਹੋਏ ਨੇ, ਇੱਦਾਂ ਚਾਂਦੀ ਸੀਗੀ ਜਿਵੇਂ ਅੱਜ ਕੋਈ ਰੋੜਾ ਨੂੰ ਕੋਈ ਹੈਗਾ, ਕੋਈ ਰੋੜਾ ਨੂੰ ਸਾਂਭਦਾ ਹੋਵੇ ਖੈਰੇ ਚੱਕ ਕੇ, ਇੱਦਾਂ ਚਾਂਦੀ ਸੀਗੀ, ਭਰਮਾਰ ਚਾਂਦੀ, ਕੋਈ ਪੁੱਛਦਾ ਹੀ ਨਹੀਂ। ਸੁਲੇਮਾਨ ਦੇ ਦਿਨਾਂ ਦੇ ਵਿੱਚ ਇੰਨੀ ਆਸ਼ੀਸ਼ ਪਰਮੇਸ਼ਵਰ ਨੇ ਉਸਨੂੰ ਦਿੱਤੀ, ਲੇਕਿਨ ਉਹ ਆਸ਼ੀਸ਼ ਦਾ ਕਰਦਾ ਕੀ ਰਿਹਾ? ਬਾਈਬਲ ਦੇ ਵਿੱਚ ਲਿਖਿਆ ਕਿ ਜਿਵੇਂ ਪਰਮੇਸ਼ਵਰ ਨੇ ਉਸਨੂੰ ਆਸ਼ੀਸ਼ਿਤ ਕੀਤਾ, ਉਸਨੇ ਪਰਮੇਸ਼ਵਰ ਦੇ ਭਵਨ ਨੂੰ ਬਣਾਉਣ ਦੇ ਲਈ ਸੰਕਲਪ ਲਿਆ ਕਿ ਹੁਣ ਮੈਂ ਇਸ ਨੂੰ ਪੂਰਾ ਕਰਾਂਗਾ। ਔਰ ਭਵਨ ਦੇ ਉੱਪਰ ਕਿੰਨਾ ਉਸਨੇ ਖਰਚਾ ਕਰ ਦਿੱਤਾ, ਕਿੰਨਾ ਉਸਨੇ ਰੁਪਈਆ ਲਾ ਦਿੱਤਾ, ਕਿੰਨਾ ਕੁਛ ਉਹਦੇ ਉੱਪਰ ਉਸਨੇ ਬਣਾਇਆ, ਉਹ ਸਾਰਾ ਇਤਿਹਾਸ ਪਵਿੱਤਰ ਬਾਈਬਲ ਦੇ ਵਿੱਚ ਦਰਜ ਹੈ। ਹਰ ਇੱਕ ਚੀਜ਼ ਉਸਨੇ ਪਰਮੇਸ਼ਵਰ ਦੇ ਲਈ ਇਸਤੇਮਾਲ ਕੀਤੀ, ਆਪਣਾ ਸਭ ਕੁਝ ਪਰਮੇਸ਼ਵਰ ਦੇ ਲਈ ਦਿੰਦਾ ਰਿਹਾ। ਉਹਦੇ ਕੋਲੇ ਜਹਾਜ਼ਾਂ ਦੇ ਜਹਾਜ਼ ਭਰ ਭਰ ਬਾਹਰੋਂ ਆਉਂਦੇ ਸੀਗੇ, ਕਦੇ ਕੋਈ ਹਾਥੀ ਦੰਦ ਭੇਜਦਾ ਕਰੇ, ਕਦੇ ਕੋਈ ਮੋਰ ਭੇਜਦਾ ਕਰੇ, ਕਦੇ ਕੋਈ ਚੰਦਨ ਦੀ ਲੱਕੜ ਭੇਜਦਾ ਕਰੇ, ਕਦੇ ਕੋਈ ਦਿਆਰ ਦੀ ਲੱਕੜ ਭੇਜਦਾ ਕਰੇ। ਬਾਈਬਲ ਕਹਿੰਦੀ ਹੈ ਜਹਾਜ਼ਾਂ ਦੇ ਜਹਾਜ਼ ਭਰ ਕੇ ਉਹਦੇ ਕੋਲ ਆਉਂਦੇ ਸੀਗੇ। ਤੇ ਉਹ ਕਰਦਾ ਕੀ ਸੀਗਾ? ਉਹਨਾਂ ਦਾ ਭਵਨ ਨੂੰ ਕੰਪਲੀਟ ਕਰਦਾ ਸੀਗਾ, ਜਿਹਦਾ ਨਕਸ਼ਾ ਸਵੈਮ ਪਰਮੇਸ਼ਵਰ ਨੇ ਦਿੱਤਾ। ਉਸ ਨੂੰ ਬਣਾਉਣ ਦੇ ਲਈ ਉਹਨੇ ਸਾਰਾ ਖਰਚਾ ਕੀਤਾ। ਤਾਂ ਪਰਮੇਸ਼ਵਰ ਜਦੋਂ ਕਿਸੇ ਨੂੰ ਆਸ਼ੀਸ਼ਿਤ ਕਰਦਾ ਗਾ ਤਾਂ ਉਹਦਾ ਕਾਰਨ ਕੀ ਆਸ਼ੀਸ਼ਿਤ ਕਰਨ ਦਾ? ਪਰਮੇਸ਼ਵਰ ਨਹੀਂ ਆਸ਼ੀਸ਼ ਦਿੰਦਾ। ਜਦੋਂ ਇਨਸਾਨ ਮਸੀਹ ਵਿੱਚ ਨਵਾਂ ਨਵਾਂ ਆਉਂਦਾ ਨਾ, ਉਹ ਬੜਾ ਕਹਿੰਦਾ ਪ੍ਰਭੂ ਅਗਰ ਤੂੰ ਮੈਨੂੰ ਦਵੇਂ ਨਾ ਤੇ ਫਿਰ ਦੇਖ ਮੈਂ ਤੇਰੇ ਲਈ ਕੀ ਕੁਛ ਕਰ ਦਾਂਗਾ। ਪਰਮੇਸ਼ਵਰ ਮੈਨੂੰ ਵੀ ਨਾ ਆਸ਼ੀਸ਼ਿਤ ਕਰ ਕਿ ਮੈਂ ਵੀ ਤੇਰੇ ਲਈ ਕੁਛ ਕਰ ਸਕਾਂ। ਉਹਦੇ ਮਨ ਦੇ ਵਿੱਚ ਬੜੀਆਂ ਸੋਚਾਂ ਹੁੰਦੀਆਂ ਨੇ, ਬੜੀਆਂ ਤਾਂਘਾਂ ਹੁੰਦੀਆਂ ਕਿ ਮੈਂ ਪ੍ਰਭੂ ਦੇ ਲਈ ਕੁਛ ਕਰ ਸਕਾਂ, ਲੇਕਿਨ ਉਹਦੀ ਜਿਹੜੀ ਉਸ ਸਮੇਂ ਜੇਬ ਉਹ ਸਾਥ ਨਹੀਂ ਦੇ ਪਾ ਰਹੀ ਹੁੰਦੀ। ਲੇਕਿਨ ਇੱਕ ਸਮਾਂ ਆਉਂਦਾ ਗਾ ਕਿ ਪਰਮੇਸ਼ਵਰ ਉਹਦੀ ਇਸ ਗੱਲ ਨੂੰ ਨੋਟਿਸ 'ਤੇ ਰੱਖਦਾ ਗਾ ਔਰ ਉਸਨੂੰ ਆਸ਼ੀਸ਼ਿਤ ਕਰਦਾ ਗਾ। ਬਾਈਬਲ ਇਹ ਕਹਿੰਦੀ ਹੈ ਜਦੋਂ ਇਸਰਾਏਲ ਲੋਕ ਗੁਲਾਮੀ ਦੇ ਦੇਸ਼ ਵਿੱਚੋਂ ਨਿਕਲੇ ਤਾਂ ਜਦੋਂ ਉਹ ਨਿਕਲੇ ਪਹਿਲਾਂ ਉੱਥੇ ਉਹਨਾਂ ਕੋਲ ਕੁਛ ਵੀ ਨਹੀਂ ਸੀਗਾ। ਗੁਲਾਮੀ ਦੇ ਵਿੱਚ ਕਿਸੇ ਕੋਲ ਕੁਝ ਹੁੰਦਾ? ਕੁਛ ਵੀ ਨਹੀਂ। ਲੇਕਿਨ ਜਦੋਂ ਨਿਕਲੇ ਬਾਈਬਲ ਕਹਿੰਦੀ ਉਹ ਵੱਡੇ ਮਾਲ ਧਨ ਨਾਲ ਉੱਥੋਂ ਨਿਕਲੇ। ਤਾਂ ਕਿਵੇਂ? ਜੋ ਕੁਛ ਮਿਸਰੀਆਂ ਕੋਲੇ ਸੀਗਾ ਉਹ ਉਹਨਾਂ ਦੇ ਕੋਲੇ ਆ ਗਿਆ। ਜੋ ਕੁਝ ਮਿਸਰੀਆਂ ਦੇ ਕੋਲ ਸੀ ਉਹ ਉਹਨਾਂ ਦੇ ਕੋਲੇ ਆ ਗਿਆ। ਔਰ ਇੱਕ ਸਮਾਂ ਆਇਆ ਕਿ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਮੂਸਾ ਇੱਕ ਡੇਰੇ ਦੀ ਬਣਤਰ ਕਰਨੀ, ਆਪਾਂ ਨੇ ਡੇਰਾ ਬਣਾਉਣਾ ਗਾ ਔਰ ਮੇਰੇ ਲਈ ਇੱਕ ਭਵਨ ਬਣਾਉਣਾ ਗਾ, ਇੱਕ ਤੰਬੂ ਜਿਹਦੇ ਵਿੱਚ ਪਰਮੇਸ਼ਵਰ ਦਾ ਵਚਨ ਰੱਖਿਆ ਜਾਏਗਾ, ਉਹਦੀ ਬਣਤਰ ਕਰਨੀ ਹੈ। ਤਾਂ ਹੁਣ ਇਜ਼ਰਾਈਲ ਦੇ ਲੋਕ
ਉਹਨਾਂ ਨੇ ਕੀ ਕੀਤਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਇੰਨੀ ਆਸ਼ੀਸ਼ ਦਿੱਤੀ। ਆਓ ਇੱਕ ਵਚਨ ਪੜ੍ਹਦੇ ਹਾਂ, ਕੂਚ ਉਹਦਾ 36ਵਾਂ ਅਧਿਆਇ, ਕੂਚ 36 ਉਹਦਾ ਪੜ੍ਹੋ ਜੀ ਕੋਈ 3 ਤੋਂ। ਉਹਨਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤਰ ਅਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ ਲੈ ਲਿਆ, ਔਰ ਉਹਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਟਾਂ ਵਾਫਰ ਲਿਆਉਂਦੇ ਰਹੇ। ਹਾਂ, ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜਦੋਂ ਡੇਰੇ ਦੀ ਬਣਤਰ ਹੋਣੀ ਸੀਗੀ ਤਾਂ ਮੂਸਾ ਨੇ ਕੁਝ ਲੋਕਾਂ ਦੀ ਚੋਣ ਕੀਤੀ ਔਰ ਉਹਨਾਂ ਨੂੰ ਉਸ ਕੰਮ ਦੇ ਲਈ ਥਾਪ ਦਿੱਤਾ। ਔਰ ਥਾਪਤਾ ਕਿ ਤੁਸੀਂ ਇਸ ਕੰਮ ਨੂੰ ਪੂਰਾ ਕਰਨਾ ਹੈਗਾ, ਤਾਂ ਕੰਮ ਨੂੰ ਪੂਰਾ ਕਰਨ ਦੇ ਲਈ ਤਿਆਰ ਹੋਏ। ਹੁਣ ਜਦੋਂ ਲੋਕ ਉਸ ਦੇ ਲਈ ਦੇਣ ਲੱਗੇ ਤਾਂ ਦੇਣ ਵਾਲਿਆਂ ਨੇ ਕਮਾਲ ਕਰਤੀ। ਉਹਨਾਂ ਨੇ ਇੰਨਾ ਹੀ ਖੁੱਲ੍ਹੇ ਦਿਲ ਨਾਲ ਦਿੱਤਾ, ਇੰਨੇ ਖੁੱਲ੍ਹੇ ਦਿਲ ਨਾਲ ਦਿੱਤਾ ਕਿ ਜਿਹੜੇ ਬਣਾਉਣ ਵਾਲੇ ਸੀਗੇ, ਜਿਹਨਾਂ ਕੋਲੇ ਸਾਰਾ ਸਮਾਨ ਪਹੁੰਚਦਾ ਰਿਹਾ, ਮੂਸਾ ਨੂੰ ਇਸ ਗੱਲ ਦਾ ਨਹੀਂ ਪਤਾ, ਉਹ ਤਾਂ ਉਹਨਾਂ ਨੂੰ ਪਤਾ ਜਿਹਨਾਂ ਕੋਲੇ ਆ ਰਿਹਾ। ਬਾਈਬਲ ਇਹ ਕਹਿੰਦੀ ਆ ਕਿ ਉਹਨਾਂ ਕੋਲੇ ਵਾਫਰੀ ਇੰਨੀ ਹੋ ਗਈ ਕਿ ਉਹ ਵਾਪਸ ਮੂਸਾ ਕੋਲੇ ਗਏ। ਔਰ ਜਦੋਂ ਮੂਸਾ ਕੋਲੇ ਗਏ ਤਾਂ ਕੀ ਗੱਲ ਕਰਦੇ, ਅੱਗੇ ਪੜ੍ਹੋ ਜੀ ਉਹਨੂੰ। ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ, ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ, ਅਤੇ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹਦਾ ਯਹੋਵਾ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਾਫਰ ਲਿਆਉਂਦੇ ਹਨ। ਹਾਂ, ਉਹਨਾਂ ਨੇ ਜਾ ਕੇ ਮੂਸਾ ਨੂੰ ਕਿਹਾ, ਕਹਿੰਦਾ ਮੂਸਾ ਜਿਹੜੀ ਗੱਲ ਆਪਾਂ ਨੇ ਕਹੀ ਹੈ ਨਾ ਕਿ ਡੇਰੇ ਦੀ ਬਣਤਰ ਲਈ ਕੁਝ ਕੀਤਾ ਜਾਏ, ਉਹ ਕੁਝ ਨਹੀਂ ਤਾਂ ਬਹੁਤ ਕੁਝ ਕਰ ਰਹੇ ਨੇ। ਉਹ ਤਾਂ ਇੰਨਾ ਲੈ ਕੇ ਆ ਰਹੇ ਨੇ, ਪਹਿਲੀ ਗੱਲ ਤਾਂ ਸਾਨੂੰ ਉਹੀ ਸਾਹਮਣਾ ਔਖਾ ਹੋਗਾ ਜਿਹੜਾ ਆਈ ਜਾ ਰਿਹਾ। ਡਿਸਟਰਬ ਨਾ ਕਰੋ ਪਲੀਜ਼, ਵਚਨ ਚੱਲ ਰਿਹਾ ਹੈਗਾ। ਹੁਣ ਹੋਇਆ ਕਿ ਆਪਣਾ ਧਿਆਨ ਬਣਾਈ ਰੱਖੋ, ਕੋਈ ਗੱਲ ਨਹੀਂ, ਕਿ ਜਦੋਂ ਉਹ ਦੇਣ ਵਾਲੇ ਨੇ ਇੰਨੀ ਵਾਫਰੀ ਨਾਲ ਦੇਤਾ ਕਿ ਉਹਨਾਂ ਨੂੰ ਉਹ ਬਣਾਉਣ ਦੀ ਜਗ੍ਹਾ ਉਹਨਾਂ ਕੰਮ ਰੋਕਣਾ ਪਿਆ। ਕਹਿੰਦਾ ਜੀ ਰੋਕੋ, ਇਹਨੂੰ ਰੋਕੋ, ਪਹਿਲਾਂ ਆਪਾਂ ਇਹ ਕਰਦੇ ਆ ਕਿ ਮੂਸਾ ਕੋਲੇ ਚੱਲੀਏ। ਯਾਰ ਮੂਸਾ ਨੂੰ ਕਹੇ ਕਿ ਮੂਸਾ ਲੋਕਾਂ ਨੂੰ ਰੋਕ ਯਾਰ, ਇੰਨਾ ਦੇਈ ਜਾ ਰਹੇ ਨੇ ਕਿ ਵਾਫਰੀ ਹੋ ਰਿਹਾ। ਪਹਿਲਾਂ ਤਾਂ ਇਹਨੂੰ ਸਾਹਮਣਾ ਔਖਾ ਹੈਗਾ। ਤਾਂ ਕਿਉਂ ਲੋਕਾਂ ਨੇ ਦਿੱਤਾ? ਕਾਰਨ ਕੀ ਸੀਗਾ? ਕਿ ਪਰਮੇਸ਼ਵਰ ਦਾ ਕੰਮ ਸੰਪੂਰਨ ਹੋਏ। ਹਾਲੇਲੂਇਆ। ਕਿਹਦਾ ਕੰਮ ਸੰਪੂਰਨ ਹੋਏ? ਪਰਮੇਸ਼ਵਰ ਦਾ। ਕਿਉਂਕਿ ਪਰਮੇਸ਼ਵਰ ਦੇ ਲਈ ਮੂਸਾ ਕਰ ਰਿਹਾ ਹੈਗਾ, ਪਰਮੇਸ਼ਵਰ ਦੇ ਲਈ ਮੂਸਾ ਕਰ ਰਿਹਾ ਹੈਗਾ, ਔਰ ਪਰਮੇਸ਼ਵਰ ਨੇ ਖੁਦ ਉਸ ਨੂੰ ਇਹ ਆਗਿਆ ਦਿੱਤੀ, ਇਸ ਲਈ ਉਸ ਨੂੰ ਪੂਰਾ ਕਰਨ ਦੇ ਲਈ ਤਤਪਰ ਹੈ, ਤਿਆਰ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਲੋਕ ਜਿਹੜੇ ਠਹਿਰਾਏ ਹੋਏ ਵਿਅਕਤੀ ਸੀਗੇ ਉਹਨਾਂ ਕੋਲ ਵਾਫਰੀ ਨਾਲ ਲੈ ਕੇ ਆਏ, ਔਰ ਜਦੋਂ ਲੈ ਕੇ ਆਏ ਇੰਨਾ ਹੋ ਗਿਆ, ਮੂਸਾ ਨੇ ਉਹਨਾਂ ਲੋਕਾਂ ਨੂੰ ਵਾਪਸ ਕਿਹਾ, ਭਾਈ ਅੱਗੇ ਪੜ੍ਹੋ ਜੀ ਉਸ ਨੂੰ। ਤਾਂ ਮੂਸਾ ਨੇ ਹੁਕਮ ਦਿੱਤਾ, ਔਰ ਉਹਨਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ, ਭਾਈ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨਾ। ਹਾਂ, ਮਨੁੱਖ ਔਰ ਇਸਤਰੀਆਂ ਦੋਨੋਂ ਹੀ, ਕਿ ਪਰਮੇਸ਼ਵਰ ਦੇ ਡੇਰੇ ਲਈ ਜੋ ਅਸੀਂ ਮੰਗਿਆ ਨਾ, ਜੋ ਤੁਸੀਂ ਦੇ ਰਹੇ ਹੋ ਉਹ ਬਹੁਤ ਹੋ ਗਿਆ, ਔਰ ਮੈਂ ਕਹਿੰਦਾ ਕਿ ਹੁਣ ਬੰਦ ਕਰੋ। ਉਹਨਾਂ ਲੋਕਾਂ ਦੇ ਅੰਦਰ ਇੰਨਾ ਚਾਹੋ ਕਿ ਜਿਹੜੀ ਆਸ਼ੀਸ਼ ਸਾਨੂੰ ਪਰਮੇਸ਼ਵਰ ਨੇ ਦਿੱਤੀ ਹੈ, ਮੂਸਾ ਇੱਕ ਹੀ ਮੌਕਾ ਦਿੱਤਾ ਤਾਂ ਸਾਨੂੰ ਵੀ ਲਿਆਓ ਵੀ ਪਰਮੇਸ਼ਵਰ ਦੇ ਡੇਰੇ ਲਈ ਕੁਝ ਕਰੀਏ, ਮਿਲਾਪ ਦਾ ਤੰਬੂ ਬਣਾਈਏ, ਆਓ ਹੁੰਨੇ ਆ ਸਾਰੇ ਇਕੱਠੇ। ਇੱਕ ਗੱਲ ਕਹਿਣ ਦੀ ਜ਼ਰੂਰਤ ਹੈਗੀ, ਲੋਕਾਂ ਕੋਲੇ ਆਸ਼ੀਸ਼ ਇੰਨੀ, ਫਟਾਫਟ ਲੈ ਕੇ ਨਿਕਲੇ ਮੂਸਾ ਦੇ ਕੋਲੇ, ਲਓ ਜੀ ਮੇਰੇ ਕੋਲੇ ਆ ਗਾ ਔਰ ਮੈਂ ਇੰਨਾ ਕਰ ਸਕਦਾ। ਯਾਰ ਦਿੱਤਾ ਹੀ ਪਰਮੇਸ਼ਵਰ ਦਾ ਹੋਇਆ। ਇੱਕ ਸਮਾਂ ਸੀਗਾ ਗੁਲਾਮੀ ਵਿੱਚ ਸੀਗੇ, ਨਾ ਪਹਿਨਣ ਲਈ ਕੱਪੜਾ ਚੱਜਦਾ, ਨਾ ਖਾਣ ਲਈ ਰੋਟੀ ਚੱਜਦੀ, ਨਾ ਰਹਿਣ ਲਈ ਘਰ ਚੱਜਦਾ, ਲੇਕਿਨ ਪਰਮੇਸ਼ਵਰ ਨੇ ਇੰਨਾ ਦੇਤਾ ਨਾ, ਇੰਨਾ ਦੇਤਾ ਕਿ ਹੁਣ ਸਾਡੇ ਕੋਲ ਵਾਪਸ ਹੀ ਹੈ, ਤੇ ਸਾਡੇ ਕੋਲ ਤਾਂ ਜੀ ਉਹੀ ਬਹੁਤ ਹੈ ਜਿਹਦਾ ਅਸੀਂ ਖਾ ਰਹੇ ਹਾਂ। ਪ੍ਰਭੂ ਦਾ ਧੰਨਵਾਦ, ਪੇਟ ਭਰ ਰਿਹਾ, ਹਰ ਰੋਜ਼ ਬੈਸਟ ਹੋ ਰਿਹਾ, ਲੇਕਿਨ ਉਹਦੇ ਨਾਲੋਂ ਐਕਸਟਰਾ ਜਿੰਨਾ ਪਿਆ ਨਾ, ਅਸੀਂ ਕਿਹਦੇ ਲਈ ਦਿੰਦੇ ਹਾਂ? ਪਰਮੇਸ਼ਵਰ ਦੇ ਕੰਮ ਨੂੰ ਪੂਰਾ ਕਰਨ ਦੇ ਲਈ। ਸਮਝ ਆ ਰਹੀ ਹੈ ਨਾ ਗੱਲ ਦੀ? ਪਰਮੇਸ਼ਵਰ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਅਸੀਂ ਇਹ ਸਭ ਕੁਝ ਦਿੰਦੇ ਹਾਂ। ਤਾਂ ਇਹਨਾਂ ਲੋਕਾਂ ਨੇ ਬੜੀ ਖੁੱਲ੍ਹ ਦਿਲੀ ਦੇ ਨਾਲ ਪਰਮੇਸ਼ਵਰ ਨੂੰ ਦਿੱਤਾ, ਔਰ ਪਰਮੇਸ਼ਵਰ ਨੇ ਆਕਾਸ਼ ਤੋਂ ਦੇਖਿਆ, ਮਨ ਦੇ ਵਿੱਚ ਬੜਾ ਆਨੰਦ ਹੋਇਆ ਕਿ ਅਗਰ ਮੈਂ ਇਹਨਾਂ ਨੂੰ ਆਸ਼ੀਸ਼ ਦਿੱਤੀ ਹੈ ਤਾਂ ਇਹਨਾਂ ਨੇ ਉਸ ਆਸ਼ੀਸ਼ ਨੂੰ ਪਰਮੇਸ਼ਵਰ ਦੇ ਕੰਮ ਦੇ ਲਈ ਇਸਤੇਮਾਲ ਕੀਤਾ ਹੈਗਾ। ਮੇਰੇ ਕੰਮ ਨੂੰ ਪੂਰਾ ਕਰਨ ਦੇ ਲਈ ਲੋਕ ਇੰਨੇ ਤਤਪਰ ਹੋਏ, ਵਾਫਰੀ ਕਰਤੀ। ਮੂਸਾ ਨੂੰ ਹਾਰ ਕੇ ਬੇਨਤੀ ਕਰਨੀ ਵੀ ਸਰ ਬੰਦ ਕਰੋ ਜੀ, ਹੋਰ ਨਹੀਂ ਚਾਹੀਦਾ। ਇੰਨਾ ਉਤਸ਼ਾਹ ਲੋਕਾਂ ਦੇ ਵਿੱਚ, ਇੰਨਾ ਚਾਹ ਲੋਕਾਂ ਵਿੱਚ ਪਰਮੇਸ਼ਵਰ ਦੇ ਕੰਮ ਨੂੰ ਪੂਰਾ ਕਰਨ ਦੇ ਲਈ। ਯਾਰ ਸੋਣਾ ਚਾਹੀਦਾ,
ਚੱਕੋ ਜੀ। ਇਹ ਨਹੀਂ ਕਿਹਾ ਸੋਨਾ ਤਾਂ ਫਲਾਣਾ ਬੰਦਾ ਦੇ ਸਕਦਾ, ਉਹਨਾਂ ਨੂੰ ਫੋਨ ਕਰੀਏ। ਨੋ, ਮੇਰੇ ਕੋਲ ਹੈ ਜੀ, ਮੈਂ ਦਿੰਦਾ। ਕੱਪੜੇ ਚਾਹੀਦੇ ਨੇ, ਮੈਂ ਦਿੰਨਾਗਾ। ਇਹ ਚੀਜ਼ ਚਾਹੀਦੀ ਹੈ, ਮੈਂ ਦਿੰਨਾਗਾ। ਉਹ ਚੀਜ਼ ਚਾਹੀਦੀ, ਬਹੁਤ ਬੜੋਤਰੀ ਕਰਤੀ। ਇੰਨੀ ਜ਼ਿਆਦਾ ਉਹਨਾਂ ਨੇ ਪਰਮੇਸ਼ਵਰ ਦੇ ਲਈ ਦਿਲ ਖੋਲ੍ਹ ਕੇ ਦਿੱਤਾ। ਆਸ਼ੀਸ਼ ਦੇਣ ਵਾਲੇ ਪਰਮੇਸ਼ਵਰ, ਵਾਅਦਾ ਕਰਨ ਵਾਲੇ ਪਰਮੇਸ਼ਵਰ, ਰੋਟੀ ਕੱਪੜਾ ਮਕਾਨ ਤੱਕ ਸੀਮਤ ਨਹੀਂ ਪਰਮੇਸ਼ਵਰ ਨੇ ਰੱਖਿਆ ਉਹਨਾਂ ਨੂੰ। ਬਹੁਤ ਹੈ ਦੀ ਆਸ਼ੀਸ਼ ਦਿੱਤੀ, ਲੇਕਿਨ ਦਿੱਤੀ ਤਾਂ ਫਿਰ ਉਹ ਕੰਮ ਵੀ ਪਰਮੇਸ਼ਵਰ ਦੇ ਵਿੱਚ ਹੀ ਲੈ ਕੇ ਆਏ। ਉਹ ਪਰਮੇਸ਼ਵਰ ਦੇ ਕੰਮ ਲਈ ਹੀ ਇਸਤੇਮਾਲ ਹੋ ਰਹੀ। ਅਬਰਾਹਮ ਦੀਆਂ ਪੜ੍ਹ ਕੇ ਦੇਖੋ, ਪਰਮੇਸ਼ਵਰ ਦੇ ਕੰਮ ਲਈ ਕਿੰਨਾ ਤਤਪਰ ਰਿਹਾ। ਯਾਕੂਬ ਨੂੰ ਪੜ੍ਹ ਕੇ ਦੇਖੋ, ਪਰਮੇਸ਼ਵਰ ਦੇ ਕੰਮ ਨੂੰ ਕਰਨ ਦੇ ਲਈ ਕਿੰਨੀ ਖੁੱਲ੍ਹ ਦਿਲੀ ਨਾਲ ਉਸਨੇ ਕੰਮ ਕੀਤਾ। ਸੁਲੇਮਾਨ ਕੋਲ ਜੋ ਆਸ਼ੀਸ਼ ਆਈ, ਬੇੜੇ ਭਰ ਭਰ ਆਉਂਦੇ ਨੇ। ਬੇੜੇ ਮੀਨਸ ਬਾਈਬਲ 'ਚ ਲਿਖਿਆ ਬੇੜਾ, ਲੇਕਿਨ ਸਹੀ ਮੰਨੇ 'ਚ ਜਹਾਜ਼ ਪਾਣੀ ਵਾਲੇ ਭਰ ਭਰ ਕੇ ਆਉਂਦੇ ਸੀਗੇ। ਔਰ ਉਹ ਪਰਮੇਸ਼ਵਰ ਦੇ ਕੰਮ ਨੂੰ ਪੂਰਿਆਂ ਕਰਦਾ। ਇੱਥੋਂ ਤੱਕ ਵਾਫਰੀ ਹੋ ਗਿਆ, ਕਹਿੰਦਾ ਜੀ ਹੁਣ ਆਪਾਂ ਨੂੰ ਢਾਲਾਂ ਵੀ ਨਾ ਜਿਹੜੀਆਂ ਨੇ ਉਹ ਵੀ ਸੋਨੇ ਦੀਆਂ ਬਣਵਾ ਲੈਣੀਆਂ ਚਾਹੀਦੀਆਂ ਨੇ। ਇੰਨਾ ਸੋਨਾ ਸਾਡੇ ਕੋਲ, ਇੰਨੀ ਚਾਂਦੀ ਸਾਡੇ ਕੋਲ, ਬਹੁਤ ਭਰਮਾਰ ਹੈ। ਲੜਾਈ ਦੇ ਲਈ ਰੱਥ, ਘੋੜੇ, ਤਲਵਾਰਾਂ, ਢਾਲਾਂ, ਫਾਲ, ਸਭ ਸੁਲੇਮਾਨ ਨੇ ਬੜੀ ਖੁੱਲ੍ਹ ਦਿਲੀ ਨਾਲ ਬਣਾਇਆ। ਉਹ ਇਸ ਲਈ ਕਿ ਮੇਰਾ ਇਜ਼ਰਾਈਲ ਸੇਫ ਰਹੇਗਾ। ਮੇਰੀ ਫੌਜ ਜੰਗ ਲਈ ਜਾਏਗੀ, ਮੇਰਾ ਇਜ਼ਰਾਈਲ ਸੇਫ ਰਹੇਗਾ। ਜਿਵੇਂ ਅੱਜ ਬਾਰਡਰ ਦੇ ਉੱਪਰ ਫੌਜ ਲੱਗੀ ਹੋਈ ਹੈ, ਇਸ ਲਈ ਆਪਾਂ ਸਾਰੇ ਸੇਫ ਹਾਂ। ਉੱਥੋਂ ਫੌਜ ਹਟਾਈ ਜਾਵੇ, ਕੋਈ ਨਹੀਂ ਰਹਿਣਾ। ਤਾਂ ਸੁਲੇਮਾਨ ਦਾ ਇਹ ਦਿਮਾਗ ਚੱਲ ਰਿਹਾ ਕਿ ਉਹਨਾਂ ਲਈ ਕਰਨਾ ਗਾ। ਸੈਨਾ ਖੜੀ ਰਹੂਗੀ, ਅਸੀਂ ਬਚੇ ਹੋਏ ਹਾਂ। ਉਹਦੇ ਲਈ ਵੀ ਵੱਡਾ ਖਰਚਾ ਸੁਲੇਮਾਨ ਕਰਦਾ ਚਲਿਆ ਜਾ ਰਿਹਾ। ਅਗਰ ਪਰਮੇਸ਼ਵਰ ਦੇ ਰਿਹਾ, ਹੱਥ ਨੂੰ ਰੋਕਣ ਵਾਲਾ ਵੀ ਨਹੀਂ, ਰੋਕਣ ਵਾਲਾ ਨਹੀਂ। ਕਿਉਂਕਿ ਮਨੁੱਖ ਜੋ ਕੁਝ ਧਰਤੀ ਦੇ ਉੱਪਰ ਰਹਿ ਕੇ ਉਸ ਨੂੰ ਇਕੱਠਾ ਕਰੀ ਜਾ ਰਿਹਾ ਨਾ, ਇੱਕ ਗੱਲ ਤਾਂ ਪੱਕੀ ਹੈ ਕਿ ਉਹਦੇ ਵਿੱਚੋਂ ਨਾਲ ਲੈ ਕੇ ਜਾਣ ਵਾਲਾ ਤਾਂ ਕੁਛ ਵੀ ਨਹੀਂ ਹੈ। ਕੀ ਮੈਂ ਸਹੀ ਕਹਿ ਰਿਹਾ ਜਾਂ ਗਲਤ? ਉਹਦੇ ਵਿੱਚੋਂ ਕੁਛ ਵੀ ਲੈ ਕੇ ਜਾਣ ਵਾਲਾ ਨਹੀਂ ਆ। ਔਰ ਮੈਂ ਇੱਕ ਤੁਹਾਨੂੰ ਗੱਲ ਦੀ ਉਦਾਹਰਨ ਦਿੰਨਾਗਾ ਇਹਦੇ ਲਈ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਅਬਰਾਹਮ ਦਾ ਭਤੀਜਾ ਲੂਤ ਸਦੂਮ ਔਰ ਅਮੋਰਾ ਦੇ ਨਗਰ ਦੇ ਵਿੱਚ ਰਹਿੰਦਾ ਸੀਗਾ। ਲੇਕਿਨ ਜਦੋਂ ਉਸ ਸ਼ਹਿਰ ਦੇ ਉੱਪਰ ਕ੍ਰੋਧ ਭੜਕਿਆ, ਤੇ ਮੈਨੂੰ ਇਹ ਗੱਲ ਦੱਸਿਓ ਜੀ ਕਿ ਚਾਹੇ ਲੂਤ ਕੋਲੇ ਕਿੰਨੀ ਵੀ ਆਸ਼ੀਸ਼ ਸੀ, ਬਾਈਬਲ ਕਹਿੰਦੀ ਨਾ ਕਿ ਉਹ ਆਸ਼ੀਸ਼ ਕਰਕੇ ਉਹ ਤੋਂ ਅਲੱਗ ਹੋਇਆ ਸੀਗਾ। ਉਹਨਾਂ ਦਾ ਆਪਸ 'ਚ ਝਗੜਾ ਹੋ ਜਾਂਦਾ ਸੀਗਾ ਪਾਲੀਆਂ 'ਚ। ਤੇ ਜਦੋਂ ਉਹਦੇ ਕਰਕੇ ਅਲੱਗ ਹੋਇਆ ਉਹਦੇ ਤੋਂ, ਤੇ ਕਿੰਨੀ ਆਸ਼ੀਸ਼ ਸੀਗੀ ਉਹਦੇ ਕੋਲੇ, ਬਹੁਤ ਜ਼ਿਆਦਾ ਲੂਤ ਕੋਲੇ। ਲੇਕਿਨ ਜਦੋਂ ਦੂਤ ਉੱਥੇ ਗਏ, ਦੂਤਾਂ ਨੇ ਕਿਹਾ ਕਿ ਇੱਥੋਂ ਨਿਕਲ ਜਾਓ, ਆਪਣੀ ਜਾਨ ਬਚਾਓ ਕਿ ਪਰਮੇਸ਼ਵਰ ਸਦੂਮ ਤੇ ਅਮੋਰਾ ਨੂੰ ਨਾਸ। ਤਾਂ ਮੈਨੂੰ ਇਹ ਗੱਲ ਦੱਸੋ ਜੀ ਕਿ ਲੂਤ ਔਰ ਉਹਦੀ ਪਤਨੀ ਉੱਥੋਂ ਕਿਹੜੀ ਚੀਜ਼ ਲੈ ਕੇ ਨਿਕਲੇ? ਹਾਲੇਲੂਇਆ। ਕਿਹੜੀ ਚੀਜ਼ ਲੈ ਕੇ ਨਿਕਲੇ ਹੋ? ਕੁਛ ਵੀ ਨਹੀਂ। ਆਪਣੀਆਂ ਜਾਨਾਂ ਬਚ ਜਾਣ ਨਾ, ਇਹੀ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਬਾਜੀਏ, ਇਹ ਬਹੁਤ ਵੱਡੀ ਗੱਲ ਹੈ। ਕੁਛ ਵੀ ਨਹੀਂ ਲੈ ਕੇ ਨਿਕਲੇ ਹੋ, ਬਾਈਬਲ ਇਹ ਦੱਸਦੀ ਹੈ। ਉਹ ਇਸ ਤਰ੍ਹਾਂ ਹੀ ਬਸ ਉੱਥੇ ਨਿਕਲ ਗਏ ਔਰ ਬਾਕੀ ਦੀ ਆਸ਼ੀਸ਼ ਅੱਗ ਨਾਲ ਫੂਕ ਕੇ ਸਵਾਹ ਕਰਤੀ। ਚਾਹੇ ਜੋ ਸੀ, ਚਾਹੇ ਜਿੰਨੀ ਵੀ ਸੀ, ਲੇਕਿਨ ਸਭ ਖਤਮ। ਇਨਸਾਨ ਜੋ ਕੁਝ ਜੋੜਦਾ ਗਾ ਨਾ, ਉਹ ਦਾਅਵਾ ਨਹੀਂ ਕਰ ਸਕਦਾ ਕਿ ਅੱਜ ਮੈਂ ਇੱਥੇ ਅਗਰ ਕੱਲ੍ਹ ਨੂੰ ਭੱਜਣਾ ਪਏ ਤੇ ਮੈਂ ਨਾਲ ਲੈ ਕੇ ਭੱਜ ਸਕਦਾ। ਨਹੀਂ ਹੋ ਸਕਦਾ। ਪਹਿਲੀ ਸ਼ਤਾਬਦੀ ਦੀ ਕਲੀਸਿਆ ਦੇ ਵਿੱਚ ਜਦੋਂ ਪਰਮੇਸ਼ਵਰ ਦੇ ਲੋਕਾਂ ਦਾ ਸਤਾਉ ਸ਼ੁਰੂ ਹੋਇਆ, ਤਾਂ ਜਦੋਂ ਉੱਥੋਂ ਸਤਾਉ ਨੂੰ ਉਹਨਾਂ ਨੇ ਦੇਖਿਆ, ਤਾਂ ਬਾਈਬਲ ਇਹ ਕਹਿੰਦੇ ਕਿ ਆਪਣੀ ਆਪਣੀਆਂ ਜਾਨਾਂ ਲੈ ਕੇ ਆਪਣੀ ਜਾਨ ਬਚੀ। ਨਿਕਲੋ, ਜਿੱਥੇ ਜਾਵਾਂਗੇ ਪ੍ਰਚਾਰ ਕਰਾਂਗੇ। ਰਹੀ ਗੱਲ ਰੋਟੀ ਕੱਪੜਾ ਮਕਾਨ ਦੀ, ਤਾਂ ਪਰਮੇਸ਼ਵਰ ਪੂਰੀ ਕਰਕੇ ਦੇਣ ਵਾਲਾ ਹੈ। ਲੇਕਿਨ ਤੁਸੀਂ ਨਿਕਲੋ। ਰੋਟੀ ਤਾਂ ਪਰਮੇਸ਼ਵਰ ਨੇ ਏਲੀਆ ਲਈ ਵੀ ਮੁਹੱਈਆ ਕਰਤੀ, ਚਾਹੇ ਕੌਣ ਨਾ ਲਿਆ ਕੇ ਦਿੰਦੇ ਸੀਗੇ ਉਹਨੂੰ। ਜਿਹੜਾ ਪਰਮੇਸ਼ਵਰ ਦੇ ਨਾਲ ਵਫਾਦਾਰ ਹੈ ਨਾ, ਪਰਮੇਸ਼ਵਰ ਆਪਣੀਆਂ ਗੱਲਾਂ 'ਚ ਤਾਂ ਵਫਾਦਾਰ ਪਹਿਲਾਂ ਗਾ। ਹੁਣ ਲੂਤ ਉਸ ਜਗ੍ਹਾ ਤੋਂ ਕੁਛ ਨਹੀਂ ਲੈ ਕੇ ਨਿਕਲਿਆ,
ਪਹਿਲੀ ਸ਼ਤਾਬਦੀ ਕਲੀਸਿਆ ਦੇ ਲੋਕ ਨਿਕਲ ਗਏ, ਖਿੰਡ ਗਏ, ਦੌੜ ਗਏ, ਲੇਕਿਨ ਨਾਲ ਕੁਝ ਚੱਕਣ ਦਾ ਮੌਕਾ, ਨਾਲ ਕੁਝ ਵੀ ਚੱਕਣ ਦਾ ਮੌਕਾ ਨਹੀਂ ਮਿਲਿਆ। ਕੁਝ ਵੀ ਨਹੀਂ, ਭੱਜੋ ਬਸ ਜਿੰਨਾ ਹੋ ਸਕਦਾ, ਆਪਣੀਆਂ ਜਾਨਾਂ ਬਚਾਓ। ਗੁਜਰਾਤ ਰਿਓਟਸ, ਫਰਵਰੀ 2002, ਵਰਲਡ ਦਾ ਸਭ ਤੋਂ ਭਿਆਨਕ ਦੰਗਾ ਉਹ ਮੰਨਿਆ ਜਾਂਦਾ ਹੈਗਾ ਗੁਜਰਾਤ ਵਾਲਾ। ਤਾਂ ਉਸ ਸਮੇਂ ਇੱਕ ਬਜ਼ੁਰਗ ਦੇ ਮੈਂ ਬਿਆਨ ਸੁਣ ਰਿਹਾ ਸੀਗਾ, ਉਹ ਕਹਿੰਦਾ ਜਦੋਂ ਕਹਿੰਦਾ 20-22 ਹਜ਼ਾਰ ਲੋਕ, ਹਿੰਦੂ ਲੋਕ, ਕਹਿੰਦਾ ਜਦੋਂ ਸਾਡੇ ਉੱਪਰ ਚੜ੍ਹ ਕੇ ਆ ਗਏ ਨਾ ਅਚਾਨਕ ਹੀ, ਕਹਿੰਦਾ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ। ਅਸੀਂ ਹੋਰ ਕੁਛ ਨਹੀਂ ਦੇਖਿਆ, ਕੁਛ ਨਹੀਂ ਚੱਕਿਆ, ਸਾਡੇ ਹੱਥ ਸਿਰਫ ਸਾਡੇ ਬੱਚੇ ਸੀਗੇ। ਕਈਆਂ ਦੇ ਬੱਚੇ ਵੀ ਫੜਾ ਕਾਲੀ ਕਾਲੀ ਪਤਾ ਨਹੀਂ ਨਾ ਹੁੰਦਾ, ਕੋਈ ਕਿਸੇ ਗੁਆਂਢ 'ਚ ਗਿਆ ਹੋਵੇ, ਖਬਰਾਂ ਕੀ ਕਰਦਾ, ਕਿੱਥੇ ਲੁਕਿਆ, ਕੀ ਪਤਾ। ਕਹਿੰਦਾ ਕਈਆਂ ਨੂੰ ਤਾਂ ਬੱਚੇ ਚੱਕਣ ਦਾ ਮੌਕਾ ਮਿਲਿਆ, ਲੇਕਿਨ ਜਿਹਨਾਂ ਕੋਲ ਮੌਜੂਦਾ ਸੀਗੇ ਉਹ ਲੈ ਕੇ ਦੌੜੇ, ਔਰ ਜਿਹੜਾ ਦੌੜ ਸਕਦਾ ਸੀਗਾ ਉਹ ਦੌੜਿਆ, ਲੇਕਿਨ ਜਿਹੜਾ ਉੱਥੇ ਕਹਿੰਦਾ ਮੈਂ ਕੁਛ ਚੱਕ ਲਾ ਅੰਦਰੋਂ ਜਾ ਕੇ, ਉਹ ਮਾਰਿਆ ਗਿਆ। ਔਰ ਜਿੰਦਾ ਮੂੰਹ ਦੇ ਵਿੱਚ ਪੈਟਰੋਲ ਪਾ ਪਾ ਕੇ ਅੱਗ ਲਾ ਕੇ ਫੂਕਤਾ ਲੋਕਾਂ ਨੂੰ, ਗਲਾਂ 'ਚ ਟਾਇਰ ਪਾ ਪਾ ਕੇ ਸਾੜਤੇ। ਬੜਾ ਭਿਆਨਕ ਦੰਗਾ, ਉਹਦੀ ਹਿਸਟਰੀ ਨੈੱਟ ਦੇ ਉੱਪਰ ਪਈ ਹੈ, ਕਦੇ ਕੱਢ ਕੇ ਦੇਖਿਓ ਉਹਨੂੰ। ਗੁਜਰਾਤ ਰਿਓਟਸ 2002, ਫਰਵਰੀ 2002। ਕੁਛ ਵੀ ਚੱਕਣ ਦਾ ਮੌਕਾ ਨਹੀਂ। ਅੱਜ ਸਾਡੇ ਪਰਮੇਸ਼ਵਰ ਅੱਜ ਸਾਨੂੰ ਜੋ ਆਸ਼ੀਸ਼ ਦੇ ਰਹੇ ਨੇ, ਜੋ ਵੀ ਸਾਡੇ ਕੋਲੇ ਹੈ, ਚਾਹੇ ਥੋੜਾ ਚਾਹੇ ਬਹੁਤਾ, ਮੈਨੂੰ ਨਹੀਂ ਪਤਾ ਕਿਹਦੇ ਕੋਲੇ ਕੀ ਕਿੰਨਾ, ਕੁਛ ਨਹੀਂ, ਲੇਕਿਨ ਮੇਰੇ ਪਰਮੇਸ਼ਵਰ ਦੇ ਰਹੇ ਨੇ, ਇੰਨਾ ਮੈਨੂੰ ਪਤਾ ਹੈ। ਤਾਂ ਉਸ ਆਸ਼ੀਸ਼ ਦਾ ਕੀ ਹੋ ਰਿਹਾ, ਅੱਜ ਕੀ ਕਰ ਰਹੇ ਹਾਂ? ਸਦਉਪਯੋਗ ਜਾਂ ਦੁਰਉਪਯੋਗ, ਦੋ ਹੀ ਚੀਜ਼ਾਂ ਨੇ। ਸਦਉਪਯੋਗ ਮਤਲਬ ਜਿਹਨੇ ਦਿੱਤਾ ਉਹਦੇ ਲਈ ਹੋ ਰਿਹਾ, ਦੁਰਉਪਯੋਗ ਮਤਲਬ ਉਸ ਤੋਂ ਵਰਾ ਅਸੀਂ ਆਪਣੇ ਲਈ ਕਰ ਰਹੇ ਹਾਂ। ਗੱਲ ਨੂੰ ਧਿਆਨ ਨਾਲ ਸਮਝੋ, ਵਚਨ ਦੀ ਗੱਲ ਤੁਹਾਨੂੰ ਦੱਸਦਾ ਮੈਂ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈਗਾ, ਇਸ ਗੱਲ ਨੂੰ ਘਰੇ ਜਾ ਕੇ ਤੁਸੀਂ ਪੜ੍ਹ ਲਿਓ। ਪਹਿਲਾ ਰਾਜਾ 16 ਦੇ ਵਿੱਚ ਲਿਖਿਆ ਹੈਗਾ ਆਹਾਬ ਰਾਜਾ ਬਾਰੇ। ਆਹਾਬ ਰਾਜਾ ਨੂੰ ਪਰਮੇਸ਼ਵਰ ਨੇ ਆਸ਼ੀਸ਼ਿਤ ਕੀਤਾ, ਔਰ ਜਦੋਂ ਪਰਮੇਸ਼ਵਰ ਨੇ ਉਸਨੂੰ ਆਸ਼ੀਸ਼ਿਤ ਕੀਤਾ, ਪਰਮੇਸ਼ਵਰ ਨੇ ਉਸਨੂੰ ਵੱਡੀ ਬਰਕਤ ਦਿੱਤੀ, ਤਾਂ ਉਸਨੇ ਕੀਤਾ ਕੀ ਇਸ ਬਰਕਤ ਦੇ ਨਾਲ? ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ, ਲੇਕਿਨ ਦਿਮਾਗ ਉਲਟਾ ਚੱਲ ਗਿਆ ਉਹਦਾ, ਤੇ ਜੋ ਕੁਛ ਹੋਇਆ ਨਾ, ਹੁਣ ਮੈਂ ਉਹਦੇ ਨੂੰ ਕੁਛ ਆਪਣਾ ਕਰ ਦਾਂਗਾ। ਤਾਂ ਉਹਨੇ ਆਪਣੇ ਲਈ, ਇਸਰਾਏਲ ਲੋਕਾਂ ਲਈ, ਹੋਰ ਦੇਵਤੇ ਲਈ ਮੰਦਰ ਬਣਵਾਤਾ। ਇਹ ਬੱਚੇ ਨੂੰ ਚਲੋ ਮੇਰੇ ਨਾਲ ਪੜ੍ਹ ਹੀ ਲਓ ਇੱਕ ਵਾਰ ਤੁਸੀਂ। ਪਹਿਲਾ ਰਾਜਾ 16 ਦੇ ਉਹਦਾ 31 ਤੋਂ 33 ਤੱਕ ਪੜ੍ਹੋ। ਪਹਿਲਾ ਰਾਜਾ 16 ਉਹਦਾ ਪੜ੍ਹੋ 31 ਤੋਂ ਲੈ ਕੇ 33 ਤੱਕ। ਤਾਇਆ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੋਆਮ ਦੇ ਪਾਪਾਂ ਵਿੱਚ ਚਾਲਣਾ ਹਲਕੀ ਜਿਹੀ ਗੱਲ ਜਾਣ ਕੇ ਉਹਨੇ ਸਦੋਨੀਆ ਦੇ ਰਾਜਾ ਅਥਰਵਾਲ ਦੀ ਧੀ ਇਜਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਾਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ। ਨਾਲੇ ਉਹਨੇ ਬਾਲ ਲਈ ਬਾਲ ਦੇ ਭਵਨ ਵਿੱਚ ਜੋ ਉਹਨੇ ਸਾਮਰਿਆ ਵਿੱਚ ਬਣਾਇਆ ਇੱਕ ਜਗਵੇਦੀ ਬਣਾਈ ਅਤੇ ਆਹਾਬ ਨੇ ਇੱਕ ਟੁੰਡ ਬਣਾਇਆ। ਸੋ ਆਹਾਬ ਨੇ ਯਹੋਵਾ ਇਸਰਾਏਲ ਦੇ ਪਰਮੇਸ਼ਵਰ ਨੂੰ ਉਹਨਾਂ ਸਭਨਾ ਇਸਰਾਏਲੀ ਪਾਤਸ਼ਾਹ ਨਾਲੋਂ ਜੋ ਉਸ ਤੋਂ ਪਹਿਲੇ ਸਨ ਵਧੀਕ ਕ੍ਰੋਧ ਚੜਾਇਆ। ਹਾਂ, ਬਾਈਬਲ ਇਹ ਕਹਿੰਦੀ ਕਿ ਇਸ ਨੇ ਬਾਲ ਦੇਵਤਾ ਦੇ ਲਈ ਭਵਨ, ਉਹਦੇ ਵਿੱਚ ਕੁਛ ਬਣਾਇਆ ਉਹਦੇ ਲਈ। ਆਸ਼ੀਸ਼ ਕਿਹਦੀ? ਪਰਮੇਸ਼ਵਰ ਦੀ। ਤੇ ਬਣਾਇਆ ਕਿਹਦੇ ਲਈ? ਹੋਰਨ ਦੇਵਤੇ ਲਈ। ਬਾਈਬਲ ਕਹਿੰਦੀ ਹੈ ਇਸ ਵਿਅਕਤੀ ਨੇ ਕੀ ਕੀਤਾ? ਇਸਰਾਏਲ ਦੇ ਹੋਰੂ ਪਾਤਸ਼ਾਹ ਸੀਗੇ, ਲੇਕਿਨ ਸਭਨਾਂ ਨਾਲੋਂ ਜ਼ਿਆਦਾ ਕ੍ਰੋਧ ਪਰਮੇਸ਼ਵਰ ਦਾ ਆਹਾਬ ਨੇ ਭੜਕਾਇਆ। ਆਸ਼ੀਸ਼ ਪਰਮੇਸ਼ਵਰ ਦੇ, ਔਰ ਉਹਦਾ ਦੁਰਉਪਯੋਗ ਕਰੋ, ਇਹ ਪਰਮੇਸ਼ਵਰ ਨੂੰ ਪਸੰਦ ਨਹੀਂ। ਅੱਜ ਕਈ ਲੋਕ ਆਉਂਦੇ, ਪਾਸਟਰ ਜੀ ਸਾਡੇ ਨਾ ਮੁਹੱਲੇ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਜਾਂ ਤਾਂ ਜਿਹਨਾਂ ਲੋਕਾਂ 'ਚ ਅਸੀਂ ਵਿਚਰ ਰਹੇ ਹਾਂ, ਤਾਂ ਉਹ ਹਰ ਸਾਲ ਇੱਕ ਪਰਚੀ ਕੱਟਦੇ ਆ, ਕੋਈ ਪ੍ਰੋਗਰਾਮ ਕਰਦੇ ਆ, ਜਗਰਾਤਾ, ਕੋਈ ਜਾਗਰਣ, ਜਾਂ ਕੋਈ ਵੀ ਉਹਨਾਂ ਦਾ ਦੇਵਤੇ ਦਾ ਕੋਈ ਪ੍ਰੋਗਰਾਮ ਲਾ ਲਓ, ਉਹ ਸਾਡੇ ਕੋਲ ਆਉਂਦੇ ਨੇ ਜੀ। ਅਤੇ ਅਸੀਂ ਉਹਨਾਂ ਨਾਲ ਬਹਿਸ ਨਾ ਕਰੀਏ, ਅਸੀਂ ਉਹਨਾਂ ਨੂੰ ਕੁਝ ਜਿੱਦਾਂ ਨਾ ਕਰੀਏ, ਅਸੀਂ ਪਤਾ ਕੀ ਕਰਦੇ, ਉਹ ਜੋ ਫੰਡ ਲਾਉਂਦੇ ਨੇ 500 ਹੁੰਦਾ ਜੀ ਮਹੀਨੇ ਦਾ, ਸਾਲ ਦਾ, ਕੋਈ ਵੱਡੀ ਅਸੀਂ ਕਹਿੰਦਾ ਕਾਹਨੂੰ ਬਹਿਸ ਕਰਨੀ, ਨਾਲੇ ਉਹਨੇ ਕਹਿੰਦੇ ਸਾਨੂੰ ਚੌਲ ਵੀ ਦੇ ਜਾਂਦੇ ਨੇ, 500 ਦੇ ਤਾਂ ਚੌਲ ਵੀ ਆ ਜਾਂਦੇ ਨੇ, ਅਸੀਂ ਉਹ ਦੇ ਦਿੰਦੇ। ਅਸੀਂ ਪਿਛਲੇ ਦਿਨਾਂ 'ਚ ਕਿਸੇ ਪਰਿਵਾਰ ਵਿੱਚ ਗਏ ਸੀਗੇ, ਮੈਂ ਔਰ ਭਾਈ ਮਰੀਕ ਅਸੀਂ ਗੱਲਬਾਤ ਕਰ ਰਹੇ ਸੀਗੇ ਉੱਥੇ,
ਉਸ ਪਰਿਵਾਰ ਨਾਲ ਇਸ ਤਰ੍ਹਾਂ ਹੀ ਘਟਨਾ ਹੁੰਦੀ ਹੈ। ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਮਨਾ ਕਿਉਂ ਨਹੀਂ ਕਰਦੇ? ਉਹ ਕਹਿੰਦੇ ਵੀ ਬਰਾਦਰੀ ਹੈ, ਕਿਵੇਂ ਮਨਾ ਕਰੀਏ? ਤੇ ਮੈਂ ਚਾਹੇ ਬਰਾਦਰੀ ਬਾਈਬਲ ਹੀ ਕਹਿੰਦੀ ਹੈ ਕਿ ਜਿਹੜਾ ਮਸੀਹ 'ਚ ਆ ਗਿਆ ਉਹ ਤਾਂ ਨਵੀਂ ਸ੍ਰੇਸ਼ਟ ਹੈ, ਤੇ ਨਵੀਂ ਸ੍ਰੇਸ਼ਟ 'ਚ ਬਰਾਦਰੀ ਕਿੱਥੋਂ? ਬਰਾਦਰੀ ਦੀਆਂ ਗੱਲਾਂ ਕਿੱਥੋਂ? ਕਹਿੰਦੀ ਜਦੋਂ ਨਾਰਾਜ਼ ਹੋ ਜਾਂਦੇ। ਨਾਰਾਜ਼ ਹੋਣਗੇ ਭਰਾ, ਤੂੰ ਪਰਮੇਸ਼ਵਰ ਦੇ ਨਾਲ ਚੱਲ ਰਿਹਾ, ਉਹ ਸੰਸਾਰ ਹੈ ਪਰਮੇਸ਼ਵਰ। ਬਾਈਬਲ ਕਹਿੰਦੀ ਹੈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਨਾਲ, ਤੇ ਜਦੋਂ ਵੈਰ ਆ ਫਿਰ ਉਹ ਤੁਹਾਡੇ ਨਾਲ ਵੈਰ ਹੀ ਕਰਨਗੇ, ਪਿਆਰ ਥੋੜ੍ਹੀ ਕਰਨ ਲੱਗੇ। ਕਹਿੰਦੇ ਫਿਰ ਬੰਦ ਕਰ ਦਈਏ। ਤੇ ਮੈਂ ਪੁੱਛਣ ਵਾਲੀ ਗੱਲ ਹੈ, ਆਸ਼ੀਸ਼ ਤੁਹਾਨੂੰ ਕੌਣ ਦੇ ਰਿਹਾ? ਕਹਿੰਦੇ ਪਰਮੇਸ਼ਵਰ। ਜ਼ਰੂਰਤਾਂ ਕੌਣ ਪੂਰੀਆਂ ਕਰ ਰਿਹਾ? ਕਹਿੰਦੇ ਪਰਮੇਸ਼ਵਰ। ਤੁਹਾਡੀ ਕਮਾਈ 'ਚ ਵਾਧਾ ਕਰਨ ਵਾਲਾ? ਕਹਿੰਦੇ ਪਰਮੇਸ਼ਵਰ। ਮੈਂ ਪਰਮੇਸ਼ਵਰ ਲਈ ਕਰੋ ਨਾ, ਕਮਾਈ ਤੁਹਾਡੀ ਪਰਮੇਸ਼ਵਰ ਦੇ ਲਈ ਕਰੋ, ਉਹਦਾ ਇਸਤੇਮਾਲ ਔਰ ਭਰਪੂਰੀ ਨਾਲ ਕਰੋ। ਆਪਣੇ ਕੰਮ ਲਈ ਇਨਸਾਨ ਖੁੱਲ੍ਹ ਕੇ ਪੈਸਾ ਲਾ ਦਿੰਦਾ ਹੈ। ਕੋਈ ਜਗ੍ਹਾ ਜ਼ਮੀਨ ਪਲਾਟ ਖਰੀਦਣਾ ਹੋਵੇ ਖੁੱਲ੍ਹ ਕੇ ਲਾ ਦਿੰਦਾ ਹੈ। ਕੋਈ ਗੱਡੀ ਕੋਠੀ ਕਾਰ ਖਰੀਦਣੀ ਹੋਵੇ ਖੁੱਲ੍ਹ ਕੇ ਲਾ ਦਿੰਦਾ ਹੈ। ਕੋਈ ਵਿਆਹ ਸ਼ਾਦੀ ਕਰਨੀ ਹੋਵੇ ਖੁੱਲ੍ਹ ਕੇ ਲਾ ਦਿੰਦਾ ਹੈ। ਕਿਤੇ ਕੋਈ ਕੰਮ ਕਰਨਾ ਹੋਵੇ ਖੁੱਲ੍ਹ ਕੇ ਲਾ ਦਿੰਦਾ ਹੈ। ਲੇਕਿਨ ਜਦੋਂ ਪਰਮੇਸ਼ਵਰ ਦਾ ਕੰਮ ਆਵੇ, ਲਓ ਜੀ ਇੰਨਾ ਕੀ ਸਰਦਾ ਜੀ। ਹੁਣ ਬਾਕੀ ਦੂਜੇ ਵੀ ਹੈਗੇ ਨੇ, ਉਹ ਵੀ ਤਾਂ ਕਰਨਗੇ। ਦੂਜਿਆਂ ਦੇ ਉੱਪਰ ਨਿਰਭਰ ਕਿਉਂ ਹੋਣਾ ਤੂੰ, ਜਦ ਪਰਮੇਸ਼ਵਰ ਨੇ ਤੈਨੂੰ ਦਿੱਤਾ ਹੈਗਾ? ਜਦ ਤੂੰ ਆਪਣੇ ਕੰਮਾਂ ਦੇ ਲਈ ਉਹਦਾ ਖੁੱਲ੍ਹ ਕੇ ਇਸਤੇਮਾਲ ਕਰ ਦਾਂਗਾ, ਤਾਂ ਕੀ ਉਸ ਆਸ਼ੀਸ਼ ਦਾ ਪਰਮੇਸ਼ਵਰ ਦੇ ਕੰਮਾਂ ਲਈ ਖੁੱਲ੍ਹ ਕੇ ਇਸਤੇਮਾਲ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ ਜਾਂ ਨਹੀਂ? ਦਬ ਗਏ। ਨਹੀਂ ਚਾਹੀਦਾ, ਮੈਨੂੰ ਕਿਸੇ ਨੂੰ ਕੁਛ ਨਹੀਂ ਚਾਹੀਦਾ, ਬਟ ਇੱਕ ਵਚਨ ਦੀ ਗੱਲ ਹੈ ਨਾ, ਤਾਂ ਸੁਣਾਉਣ ਤੋਂ ਬਿਨਾਂ ਮੈਂ ਰਹਿਣ ਨਹੀਂ ਵਾਲਾ। ਤਾਂ ਕਿਹਦੇ ਲਈ ਇਸਤੇਮਾਲ ਹੋਣਾ ਚਾਹੀਦਾ ਹੈਗਾ? ਭਾਈ ਜੀ, ਵਿਆਹ 'ਤੇ ਤੁਸੀਂ 10 ਲੱਖ ਲਾ ਦਿਓ ਤੇ ਉਲਾਂਭਾ ਦੇਣ ਵਾਲੇ ਨੇ, ਜੇ ਉਹ ਖੁਸ਼ ਹੋ ਗਿਆ ਤਾਂ ਕਹਿ ਦਿਓ ਉਹ ਯਾਰ ਗੁਲਾਮ ਤਾਂ ਸਾਈਜ਼ ਵਧੀਆ ਸੀਗੀ, ਪਰ ਠੰਡੀ ਜੀ ਸੀਗੀ ਯਾਰ। ਉਹ 10 ਲੱਖ ਬੁਲਾ ਲਿਆ, ਉਹਨੇ ਜ਼ੋਰ ਲਾ ਤੁਹਾਡੀ ਚੋਟੀ ਦਾ ਵੀ ਲੋਕ ਕਹਿਣ ਵੀ ਹਾਂ ਵਿਆਹ ਕੀਤਾ ਫਲਾਣੇ ਬੰਦੇ ਨੇ। ਕੋਈ ਵਿਆਹ ਦਾ ਬੜਾ ਘੈਂਟ ਦੀ, ਪਰ ਯਾਰ ਆਈਸਕ੍ਰੀਮ 'ਚ ਨਾ ਬਦਾਮ ਨਹੀਂ ਹੈਗੇ ਸੀ, ਉਹਨੂੰ ਦੇਸੀ ਰੱਖਦੇ। ਇਹ ਛੋਟੀ ਛੋਟੀ ਗੱਲ ਨੋਟ ਕਰਦਾ। ਤੇ ਭਰਾ ਤੁਸੀਂ ਦੁਨੀਆ ਨੂੰ ਖੁਸ਼ ਤੇ ਬਿਹਤਰ ਆ ਉਹਨੂੰ ਖੁਸ਼ ਕਰਨ ਦੇ ਨਾਲੋਂ ਪਰਮੇਸ਼ਵਰ ਨੂੰ ਕਰੋ, ਜਿੱਥੋਂ ਫਲ ਵੀ ਹੈਗਾ ਆ, ਜਿੱਥੋਂ ਫਲ ਵੀ ਮਿਲਣਾ ਸਾਨੂੰ, ਔਰ ਬਹੁਤ ਆਇਤ ਨਾਲ ਦੇਣਾ ਪਰਮੇਸ਼ਵਰ ਨੇ। ਲੇਕਿਨ ਅਸੀਂ ਤਾਂ ਬਸ ਇਹ ਦੇਖਦੇ ਹਾਂ ਫਲਾਣੇ ਨੇ ਕੀ ਕੀਤਾ, ਉੱਥੇ ਇੱਦਾਂ ਦਾ ਨਹੀਂ ਸੀਗਾ, ਉੱਥੇ ਇੱਦਾਂ ਦਾ ਨਹੀਂ ਸੀਗਾ। ਉਹਨੇ ਵਿਚਾਰੇ ਨੱਡੀ ਚੋਟੀ ਦਾ ਜ਼ੋਰ ਲਾਤਾ, ਲੇਕਿਨ ਉਹ ਲਾਂਭਾ ਦੇਣ ਵਾਲੇ ਨੂੰ ਦੇਤਾ। ਕਿਸੇ ਨੇ ਸੱਚ ਕਿਹਾ ਹੈਗਾ ਕਿ ਭਾਈ ਸਾਹਿਬ ਤੁਸੀਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ। ਰਾਤ ਅਸੀਂ ਇੱਥੇ ਬਾਹਰ ਗਏ ਸੀਗੇ, ਅਸੀਂ 4-5 ਮਿੱਤਰ ਸੀਗੇ, ਅਸੀਂ ਆਪਸ 'ਚ ਗੱਲਾਂ ਕਰਦੇ ਰਹੇ ਸੀ। ਇੱਕ ਵੀਰ ਬੋਲਿਆ, ਕਹਿੰਦਾ ਆਪਾਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ। ਵਾਕਿਆ ਹੀ ਨਹੀਂ ਕਰ ਸਕਦੇ, ਸੱਚੀ ਗੱਲ ਹੈ, ਨਹੀਂ ਕਰ ਸਕਦੇ ਭਾਈ ਅਸੀਂ। ਤੇ ਜਿਹੜਾ ਸਾਡੇ ਤੋਂ ਖੁਸ਼ ਹੋਣਾ ਚਾਹੁੰਦਾ ਹੈ, ਉਹਨੂੰ ਆਪਾਂ ਹੀ ਨਹੀਂ ਕਰਨਾ ਚਾਹੁੰਦੇ। ਉਹਨੂੰ ਕਹਿੰਦਾ ਤੂੰ ਯਾਰ ਰਹਿ। ਖੁਸ਼ ਪਤਾ ਬੰਦਾ ਕਿਹਨੂੰ ਕਰਦਾ ਹੈ? ਜਿਹੜਾ ਸਾਹਮਣੇ ਤੋਂ ਉਹਦੀ ਪ੍ਰਸ਼ੰਸਾ ਕਰ ਸਕੇ। ਉਹ ਬੰਦੇ ਨੇ ਫਲਾਣੇ ਨੇ ਮੇਰੇ ਲਈ ਐਂ ਕੀਤਾ, ਕਿਆ ਬਾਤ ਹੈ, ਉੱਥੇ ਵੀ ਕਾਲਰ ਆਇਆ ਹੋ ਜਾਂਦਾ ਮੈਂ ਕੀਤਾ। ਕਿਉਂ? ਦਿਖਾਵਾ ਹੋ ਗਿਆ। ਬਾਈਬਲ ਕਹਿੰਦੀ ਤੂੰ ਜੋ ਕੁਝ ਮੇਰੇ ਲਈ ਕਰੇ ਗੁਪਤ ਵਿੱਚ ਹੋਵੇ। ਤੇ ਮੈਂ ਕਹਿੰਦਾ ਜੇ ਜੱਗਰ ਹੁੰਦਾ ਨਾ, ਇਹ ਪੱਕੀ ਗੱਲ ਹੈ। ਕੋਈ ਕਹਿੰਦਾ ਜੀ ਮੈਂ 5 ਲੱਖ ਦਿੰਦਾ ਚਰਚ ਲਈ, ਕੋਈ ਕਹਿੰਦਾ ਮੈਂ 10 ਲੱਖ ਦਿੰਦਾ, ਕੋਈ ਕਹਿੰਦਾ ਮੈਂ 2 ਲੱਖ ਦਿੰਦਾ, ਦਿੰਦੇ ਪਰ ਗੁਪਤ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਉਹ ਕਹੇ ਉਹਨੇ ਫਲਾਣੇ ਬੰਦੇ ਨੇ ਯਾਰ ਕੀ ਦਿੱਤਾ ਹੋਊਗਾ, ਉਹਨੇ ਕੀ ਦਿੱਤਾ, ਉਹਦੇ ਕੋਲ ਤਾਂ ਖਾਸਾ ਯਾਰ ਮਾਲ ਹੈ, ਉਹਨੇ ਕੀ ਦਿੱਤਾ ਹੋਣਾ। ਆਸ਼ੀਸ਼ ਦੇਣ ਵਾਲਾ ਪਰਮੇਸ਼ਵਰ, ਉਚਾਈਆਂ ਤੇ ਲੈ ਕੇ ਆਉਣ ਵਾਲਾ ਪਰਮੇਸ਼ਵਰ, ਬੁਲੰਦੀਆਂ ਤੇ ਲੈ ਕੇ ਜਾਣ ਵਾਲਾ ਪਰਮੇਸ਼ਵਰ, ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ, ਲੇਕਿਨ ਅੱਜ ਉਹਦੇ ਲਈ ਸਾਡੇ ਕੋਲੇ ਨਹੀਂ ਹੈ। ਬਾਪੂ ਕਹਿੰਦਾ 1947 ਦੀ ਗੱਲ ਸੁਣਾਉਣਾ ਜੀ ਤੁਹਾਨੂੰ, 1947 ਦੀ ਲੋਹਾਰੀ ਹੈ। ਬਾਪੂ ਕਹਿੰਦਾ ਮੈਂ ਨਾ ਕਿੱਲੇ ਦੀ ਵਾਹੀ 'ਚ ਕੋਠੀ ਪਾਈ, ਉਹਨਾਂ ਸਮਿਆਂ ਦੇ ਵਿੱਚ ਕੋਠੀ ਪਾਈ, ਘਰ ਬਣਾਇਆ ਬੜਾ ਸੋਹਣਾ। ਅਸੀਂ ਲਾਹੌਰੀਏ ਵੱਜਦੇ ਹਾਂ, ਲੋਕ ਨਾਮ ਤੋਂ ਜਾਣਦੇ ਸਾਡੇ। ਤੇ ਕਹਿੰਦਾ ਹੋਇਆ ਕੀ ਕਿ ਜਦੋਂ ਬਾਪੂ 70-72 'ਚ ਆ ਗਿਆ, ਤੇ ਫਿਰ ਮੁੰਡੇ ਜਵਾਨ, ਬੱਚੇ ਜਵਾਨ, ਸਾਰੇ ਜਵਾਨ, ਉਹ ਕਹਿੰਦੇ ਯਾਰ ਬਾਪੂ ਤੂੰ ਨਾ ਤੰਗ ਕਰਦਾ ਯਾਰ, ਐਵੇਂ ਖੰਘੀ ਜਾਂਦਾ ਬਿਨਾਂ ਵਜ੍ਹਾ ਤੋਂ, ਖੰਘੀ ਜਾਂਦਾ ਦੁਖੀ, ਤੂੰ ਐਂ ਕਰ। ਉਹ
ਡੰਗਰਾਂ ਕੋਲੇ ਤਬੇਲਾ ਨਹੀਂ, ਡੰਗਰਾਂ ਵਾਲਾ ਬਾੜਾ, ਉਹਦੇ ਨਾਲ ਇੱਕ ਕਮਰਾ ਆ, ਉੱਥੇ ਮੰਜੀ ਡਾਲਾ ਯਾਰ। ਨਾ ਤੂੰ ਸਾਨੂੰ ਪਰੇਸ਼ਾਨ ਕਰੇ ਤੇ ਨਾ ਅਸੀਂ ਤੈਨੂੰ ਪਰੇਸ਼ਾਨ ਕਰੀਏ। ਤੈਨੂੰ ਕੀ ਚਾਹੀਦਾ? ਰੋਟੀ ਕੱਪੜਾ ਮਿਲ ਜਾ ਕਰੂਗਾ। ਬਾਪੂ ਕਹਿੰਦਾ ਕਮਾਲ ਕਰੀ ਜਾਂਦੇ, ਮੈਂ ਕੋਠੀ ਦਾ ਮਾਲਕ, ਕਿੱਲੇ ਵਾਈ 'ਚ ਮੈਂ ਬਣਾਈ, ਮਿਹਨਤ ਮੈਂ ਕਰੀ, ਸਾਰਾ ਕੁਛ ਮੈਂ, ਤੁਸੀਂ ਮੈਨੂੰ ਖੁੰਝੇ ਲਾਉਣ ਫਿਰਦੇ ਹੋ। ਬੜੇ ਸਿਆਣੇ, ਮੈਨੂੰ ਕੱਢਣ ਨੂੰ ਫਿਰਦੇ ਹੋ ਮੇਰੀ ਕੋਠੀ 'ਚੋਂ, ਉਹ ਮੈਂ ਹੀ ਮਾਲਕ ਹਾਂ। ਤੇ ਮੈਨੂੰ ਕਹਿੰਦੇ ਭਾਈ ਤੂੰ ਸਾਈਡ ਤੇ, ਇਹ ਨਹੀਂ ਹੋਣਾ। ਬਾਪੂ ਕਹਿੰਦਾ ਇਹ, ਮੁੰਡੇ ਕਹਿੰਦੇ ਫਿਰ ਜੇ ਇਹ ਨਹੀਂ ਹੋਣਾ ਅਸੀਂ ਦੁਆ ਕਰਦੇ ਹਾਂ ਰੱਬ ਅੱਗੇ। ਬਚਾਉਣ ਵਾਸਤੇ ਨਹੀਂ। ਬਣਾਉਣ ਵਾਲਾ ਸਭ ਕੁਛ ਪਰਮੇਸ਼ਵਰ, ਦੇਣ ਵਾਲਾ ਪਰਮੇਸ਼ਵਰ। ਬਾਪੂ ਨੂੰ ਪਤਾ ਕੀ ਕਹਿੰਦਾ? ਬਾਪੂ ਰਸੋਈ 'ਚ ਨਾ ਬੜੀ, ਤੈਨੂੰ ਇੱਥੇ ਲਿਆ ਦਾਂਗੇ। ਠੀਕ ਹੈ ਜੀ। ਬਾਪੂ ਉੱਧਰ ਨਾ ਜਾਈ, ਇੱਥੇ ਚੀਜ਼ ਮਿਲ ਜੂ। ਇੱਧਰ ਨਹੀਂ, ਉਹ ਹੈਗਾ ਸਾਰਾ ਕੁਛ ਤੇਰਾ ਹੀ, ਸਭ ਕੁਛ ਤੇਰਾ ਹੀ ਹੈ, ਪਰ ਹੱਥ ਹੈਗਾ ਸਭ ਕੁਛ ਤੇਰਾ ਹੀ, ਪਰ ਹੱਥ ਨਾਲ ਨਹੀਂ। ਗੱਲਾਂ ਬਾਤਾਂ ਨਾਲ ਹੈ, ਉੱਦਾਂ ਨਹੀਂ ਹੈ ਬਾਪੂ ਦਾ, ਗੱਲਾਂ ਬਾਤਾਂ ਨਾਲ ਹੈ। ਅੱਜ ਜਿਸ ਇਨਸਾਨ ਦੇ ਮੂੰਹ 'ਚੋਂ ਤੁਸੀਂ ਗਵਾਹੀ ਸੁਣੋਗੇ ਨਾ, ਉਹਦੀ ਵਰਡਿੰਗ ਇਹ ਹੈ ਕਿ ਮੈਨੂੰ ਜੋ ਕੁਝ ਦਿੱਤਾ ਗਾ ਇਹ ਮੇਰੇ, ਅਗਲੀ ਗੱਲ ਤੁਸੀਂ ਬੋਲਦਿਆ ਕਰੋ, ਇਹ ਮੇਰੇ ਪਰਮੇਸ਼ਵਰ ਦਾ ਦਿੱਤਾ ਹੋਇਆ ਗਾ। ਜੋ ਕੁਛ ਇਹਦਾ ਮਾਲਕ ਆ ਉਹ ਮੈਂ ਨਹੀਂ ਆ, ਮੇਰਾ ਪਰਮੇਸ਼ਵਰ ਹੈ। ਇਹ ਉਹਨੇ ਦਿੱਤਾ, ਤਦੇ ਤਾਂ ਮੈਂ ਕਰ ਰਿਹਾ ਨਾ, ਇਹ ਉਹਨੇ ਦਿੱਤਾ ਗਾ। ਅਗਰ ਪਰਮੇਸ਼ਵਰ ਨੇ ਦਿੱਤਾ ਗਾ ਤੇ ਫਿਰ ਉਹ ਹੈ ਕਿਹਦਾ? ਪਰਮੇਸ਼ਵਰ ਜਿਹਨੇ ਦਿੱਤਾ ਉਹਦਾ ਹੀ ਆ ਨਾ ਉਹ। ਲੇਕਿਨ ਉਹਨੂੰ ਹੀ ਹੁਣ ਉਹਦੇ ਵਿੱਚੋਂ ਦਿੱਤਾ ਨਹੀਂ ਜਾਂਦਾ। ਪ੍ਰਭੂ ਹੈਗਾ ਉਹ ਤੇਰਾ ਹੀ, ਆਸ਼ੀਸ਼ ਤੇਰੀ ਹੈ, ਗੱਡੀ ਤੇਰੀ, ਕੋਠੀ ਬੰਗਲਾ ਸਭ ਤੇਰਾ, ਸੋਨਾ ਚਾਂਦੀ ਸਭ ਤੇਰਾ, ਪਰ ਹੁਣ ਤੂੰ ਹੱਥ, ਉਹ ਤੇਰਾ ਹੀ ਹੈ, ਪਰ ਹੱਥ ਨਾ ਲਾਈ। ਹੱਥ ਲਾਉਣ ਨਹੀਂ ਦੇਣਾ ਤੇ ਉੱਦਾਂ ਦੇਣਾ ਨਹੀਂ, ਦੋਨੋਂ ਪਾਸੇ ਰੋਕ ਲਿਆ। ਅੱਜ ਮੇਰਾ ਪਰਮੇਸ਼ਵਰ, ਜਿਨ੍ਹਾਂ ਨੂੰ ਬਹੁਤ ਤਾਇਦ ਦੇ ਨਾਲ ਪਰਮੇਸ਼ਵਰ ਨੇ ਉੱਚਾ ਉਠਾਇਆ, ਤਾਂ ਉਸਨੇ ਉਹਦੇ ਉਠਾਉਣ ਦਾ ਇੱਕ ਮਕਸਦ ਸੀਗਾ, ਪਿੱਛੇ ਇੱਕ ਕਾਰਨ ਸੀਗਾ। ਮੈਨੂੰ ਪਤਾ ਮੇਰਾ ਪਰਮੇਸ਼ਵਰ ਕਹਿੰਦਾ ਹੈਗਾ ਕਿ ਜਿਹੜੀਆਂ ਵਸਤੂਆਂ ਤੁਸੀਂ ਧਰਤੀ ਤੇ ਦੇਖ ਰਹੇ ਹੋ, ਪੱਤਰੀ ਵਿੱਚ ਲਿਖਿਆ ਹੋਇਆ ਹੈਗਾ ਕਿ ਇੱਕ ਦਿਨ ਸਾਰੀਆਂ ਜਲ ਬਲ ਜਾਣ ਵਾਲੀਆਂ ਨੇ, ਸਭ ਨਾਸ ਹੋ ਜਾਣਗੀਆਂ ਇੱਕ ਦਿਨ। ਅਗਰ ਨਾਸ ਹੋ ਜਾਣਗੀਆਂ, ਸਵਾਲ ਇਹ ਹੈ ਕਿ ਪਰਮੇਸ਼ਵਰ ਦਿੰਦਾ ਕਿਉਂ? ਸਵਾਲ ਇਹ ਕਿ ਪਰਮੇਸ਼ਵਰ ਦਿੰਦਾ ਕਿਉਂ ਹੈ? ਉਹਦਾ ਕਾਰਨ ਕੀ ਹੈ? ਅਗਰ ਲੂਤ ਦੀਆਂ ਭੇਡਾਂ ਬੱਕਰੀਆਂ ਸੜ ਕੇ ਸਵਾਹ ਹੀ ਹੋਣੀਆਂ ਸੀਗੀਆਂ, ਪਰਮੇਸ਼ਵਰ ਨੇ ਦਿੱਤੀਆਂ ਕਿਉਂ? ਕਾਰਨ ਸਮਝ ਕੇ ਜਾਇਓ। ਪਰਮੇਸ਼ਵਰ ਅਗਰ ਤੁਹਾਨੂੰ ਅੱਜ ਆਸ਼ੀਸ਼ਿਤ ਕਰਦੇ ਨੇ ਤੇ ਉਹਦੇ ਪਿੱਛੇ ਇੱਕ ਰੀਜ਼ਨ ਹੈ, ਇੱਕ ਕੰਮ ਹੈ ਪਰਮੇਸ਼ਵਰ ਦਾ, ਜਿਸ ਨੂੰ ਅਸੀਂ ਹੀ ਪੂਰਾ ਕਰਨਾ ਗਾ। ਲੇਕਿਨ ਜਦ ਉਹ ਚੀਜ਼ਾਂ ਪਰਮੇਸ਼ਵਰ ਦੇ ਲਈ ਇਸਤੇਮਾਲ ਨਹੀਂ ਹੁੰਦੀਆਂ, ਤੇ ਫਿਰ ਇੱਕ ਨਾ ਇੱਕ ਦਿਨ ਤਾਂ ਉਹਨਾਂ ਦਾ ਨਾਸ ਤੈਅ ਆ, ਉਹ ਤਾਂ ਖਤਮ ਹੋਣੀਆਂ ਹੀ ਹੋਣੀਆਂ ਨੇ। ਬਾਈਬਲ ਦੇ ਵਿੱਚ ਲਿਖਿਆ ਇੱਕ ਗੱਲ ਇੱਕ ਪਤਨੀ ਔਰ ਪਤੀ ਦੇ ਮਨ ਵਿੱਚ ਆਈ ਕਿ ਜਦੋਂ ਇਸਰਾਇਲ ਦੇ ਲੋਕ ਰਸੂਲਾਂ ਦੇ ਚਰਨਾਂ 'ਚ ਲੈ ਕੇ ਰੱਖਦੇ ਆ ਤੇ ਅਸੀਂ ਵੀ ਕੁਝ ਕਰੀਏ, ਸਾਡੇ ਕੋਲ ਵੀ ਤਾਂ ਹੈ ਨਾ। ਲੇਕਿਨ ਜਦੋਂ ਰੱਖਣ ਲੱਗਿਆ, ਜ਼ਮੀਨ ਦਾ ਮੁੱਲ ਹੀ ਇੰਨਾ ਪੈ ਗਿਆ, ਬਾਅਦ 'ਚ ਦੇਣ ਲੱਗਿਆ ਦਿਲ ਘਬਰਾ ਗਿਆ, ਕੁਛ ਰੱਖ ਲਿਆ ਔਰ ਬਾਕੀ ਦਾ ਦੇਣ ਲਈ ਚਲੇ ਗਏ। ਉਹ ਕਹਿੰਦੇ ਜਦੋਂ ਤਾਂ ਦੇਣ ਦਾ ਮਨ ਧਾਰ ਹੀ ਲਿਆ ਸੀਗਾ, ਔਰ ਤਾਂ ਜ਼ਮੀਨ ਇਹੀ ਸੋਚ ਕੇ ਵੇਚੀ ਸੀ ਨਾ, ਮੈਂ ਪਰਮੇਸ਼ਰ ਨੂੰ ਦਿਆਂਗਾ, ਇਹੀ ਸੋਚ ਕੇ, ਹਾਂਜੀ ਇਹੀ, ਤੇ ਫਿਰ ਤੇਰੀ ਜ਼ਮੀਨ ਦਾ ਰੇਟ ਬਣ ਕੇ ਚੱਲ, ਅਗਰ 5000 ਸੀਗਾ ਤੈਨੂੰ 50000 ਮਿਲਿਆ, ਕਿੰਨਾ ਵਧਾਤਾ ਪਰਮੇਸ਼ਰ ਨੇ। ਲੇਕਿਨ ਹੁਣ ਤੇਰੇ ਦਿਲ 'ਚ ਕੀ ਆ ਗਿਆ? ਪੈਸਾ ਹੀ ਬਹੁਤ ਹੋ ਗਿਆ, ਇੰਨਾ ਨਹੀਂ ਦੇ ਸਕਦਾ ਮੈਂ, ਰੱਖ ਲਿਆ। ਬਾਈਬਲ ਕਹਿੰਦੀ ਹੈ ਦੋਨੇ ਪਤੀ ਪਤਨੀ ਪਰਲੋਕ ਸੁਧਾਰ ਗਏ, ਦੁਨੀਆ ਤੋਂ ਚਲੇ ਗਏ। ਨਾ ਉਹ ਪੈਸਾ ਰਿਹਾ, ਨਾ ਜ਼ਮੀਨ ਰਹੀ, ਤੇ ਨਾ ਜਾਨ ਰਹੀ, ਤਿੰਨੇ ਗਈਆਂ। ਪਰਮੇਸ਼ਵਰ ਆਸ਼ੀਸ਼ ਦੇਣ ਵਾਲਾ ਪਰਮੇਸ਼ਵਰ।
ਪਰਮੇਸ਼ਵਰ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਲਾ ਪਰਮੇਸ਼ਵਰ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੇਰੇ ਕੋਲੇ ਜੋ ਕੁਝ ਹੈ ਨਾ ਉਹ ਪਰਮੇਸ਼ਵਰ ਦਾ ਦਿੱਤਾ ਹੋਇਆ ਹੈਗਾ, ਇਹ ਉਸ ਦੀ ਆਸ਼ੀਸ਼ ਹੈ, ਇਹ ਉਸ ਦੀ ਕਿਰਪਾ ਹੈਗੀ ਕਿ ਉਹਦੀ ਕਿਰਪਾ ਦੇ ਨਾਲ ਇੰਨਾ ਅੱਛਾ ਜੀਵਨ ਜੀ ਰਹੇ ਹਾਂ। ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਪਰਮੇਸ਼ਵਰ ਹੀ ਆਪਣੀ ਆਸ਼ੀਸ਼ ਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰ ਪਾ ਰਹੇ। ਰੀਜ਼ਨ, ਉਸ ਨੂੰ ਕੋਈ ਰੋਕਣ ਵਾਲਾ ਹੈਗਾ, ਉਸ ਨੂੰ ਕੋਈ ਰੋਕਣ ਵਾਲਾ ਹੈਗਾ। ਜੋ ਚੀਜ਼ ਸਾਡੀ ਹੈ, ਜੋ ਚੀਜ਼ ਮੇਰੀ ਆ, ਉਸ ਨੂੰ ਮੈਂ ਆਪਣੀ ਆਜ਼ਾਦੀ ਨਾਲ ਇਸਤੇਮਾਲ ਕਰ ਸਕਦਾ ਜਾਂ ਨਹੀਂ? ਜੋ ਚੀਜ਼ ਮੇਰੀ ਹੈ, ਲਾਈਕ ਇਹ ਪੈਨ ਮੇਰਾ ਹੈਗਾ, ਮੈਂ ਆਪਣੀ ਆਜ਼ਾਦੀ ਨਾਲ ਇਸਤੇਮਾਲ ਕਰ ਸਕਦਾ। ਇਹ ਮੋਬਾਈਲ ਮੇਰਾ ਹੈਗਾ, ਮੈਂ ਆਪਣੀ ਆਜ਼ਾਦੀ ਨਾਲ ਇਸ ਨੂੰ ਇਸਤੇਮਾਲ ਕਰ ਸਕਦਾ ਕਿਉਂਕਿ ਮੇਰਾ ਹੈਗਾ। ਅਸੀਂ ਜੋ ਕੁਝ ਕਹਿੰਦੇ ਆ ਨਾ ਕਿ ਪਰਮੇਸ਼ਵਰ ਜਿਹੜੀ ਸਾਡੇ ਘਰ ਦੀ ਆਸ਼ੀਸ਼ ਹੈ, ਜੋ ਸਾਡਾ ਜੋ ਕੁਛ ਹੈ ਉਹ ਕਿਹਦਾ ਹੈਗਾ? ਤੇਰਾ। ਲੋਕ ਕਿਵੇਂ ਗਾਉਂਦੇ, ਜੋ ਕੁਛ ਹੈ ਸੋ ਤੇਰਾ, ਜੋ ਕੁਛ ਹੈ ਸੋ ਤੇਰਾ, ਮੇਰਾ ਮੁਝ ਮੇ, ਮੇਰਾ ਵਿੱਚ ਕੁਛ ਹੈ ਹੀ ਨਹੀਂ। ਜੋ ਕੁਝ ਹੈ ਤੇਰਾ, ਚਾਹੇ ਸੰਸਾਰ ਦੇ ਵਿੱਚ ਲਾ ਲਓ ਵਸਤੂਆਂ ਤੇ ਚਾਹੇ ਜੀਵਨ ਦੇ ਅੰਦਰ ਹੈਗਾ, ਜੋ ਕੁਛ ਹੈ ਉਹ ਤੇਰਾ ਦਿੱਤਾ ਹੋਇਆ ਹੈਗਾ। ਲੇਕਿਨ ਪ੍ਰਭੂ ਦਾ ਦਿੱਤਾ ਹੋਇਆ ਹੀ ਜੋ ਪ੍ਰਭੂ ਦਾ ਹੈਗਾ ਉਹਨੂੰ ਪ੍ਰਭੂ ਹੀ ਹੱਥ ਨਹੀਂ ਲਾ ਸਕਦਾ। ਹੈ ਤੇਰਾ ਹੀ ਪ੍ਰਭੂ, ਪਰ ਕਰਨਾ ਕੁਛ ਨਹੀਂ ਸੀ। ਮੈਂ ਮੇਰੀ ਆਸ਼ੀਸ਼ ਦਾ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਦਾ ਤਾਂ ਮੇਰੇ ਪਰਮੇਸ਼ਵਰ ਦੀ ਆਸ਼ੀਸ਼ ਹੈ ਨਾ ਉਹ ਜਿਵੇਂ ਚਾਹੇ ਇਸਤੇਮਾਲ ਕਰੇ। ਲੇਕਿਨ ਪਰਮੇਸ਼ਵਰ ਦੇ ਲਈ ਦੇਣਾ ਇਹ ਬਹੁਤ ਵੱਡੀ ਗੱਲ ਹੈ, ਇਹ ਬੜਾ ਵੱਡਾ ਫੈਸਲਾ ਹੈ ਜ਼ਿੰਦਗੀ ਦੇ ਵਿੱਚ। ਜ਼ਿਆਦਾਤਰ ਇਨਸਾਨ ਵਾਅਦੇ ਤਾਂ ਕਰ ਲੈਂਦਾ ਹੈ ਕਿ ਪ੍ਰਭੂ ਜੇ ਤੂੰ ਮੈਨੂੰ ਵਧਾਵੇ, ਜੇ ਤੂੰ ਮੈਨੂੰ ਆਸ਼ੀਸ਼ਿਤ ਕਰੇ ਤੇ ਫਿਰ ਮੈਂ ਤੇਰੇ ਲਈ ਉਹ ਕਰਾਂਗਾ ਜੋ ਤੁਸੀਂ ਚਾਹੋ। ਪਰਮੇਸ਼ਵਰ ਕਹਿੰਦਾ ਠੀਕ ਹੈ, ਵਧਾ ਦਿੰਦੇ। ਵਧਾਇਆ, ਬਹੁਤ ਧਿਆਨ ਨਾਲ ਵਧਾਇਆ, ਲੇਕਿਨ ਵਧਾਉਣ ਤੋਂ ਬਾਅਦ ਹੋਇਆ ਕੀ? ਉਹ ਵਾਅਦਾ ਭੁੱਲ ਗਏ। ਫਿਰ ਇਹ ਲੱਗਿਆ ਕਿ ਮਿਹਨਤ ਅਸੀਂ ਕੀਤੀ ਹੈ, ਤੇ ਮਿਹਨਤ ਭਰਾਵਾ ਮਸੀਹ ਤੋਂ ਪਹਿਲਾਂ ਵੀ ਤਾਂ ਕਰਦੇ ਸੀਗੇ, ਇਹ ਕਿਹੜਾ ਹੁਣ ਅਨੋਖੀ ਕਰਨ ਲੱਗ ਗਏ? ਤੁਸੀਂ ਪਹਿਲਾਂ ਵੀ ਕਰਦੇ ਸੀਗੇ। ਲੇਕਿਨ ਅਫਸੋਸ ਇਸ ਗੱਲ ਦਾ ਹੁੰਦਾ ਹੈਗਾ ਕਿ ਹੁਣ ਉਹ ਆਪਣੀ ਮਿਹਨਤ ਲੱਗਣ ਲੱਗ ਗਈ, ਜਦ ਕਿ ਪਹਿਲਾਂ ਵੀ ਸੀਗੀ। ਪਹਿਲਾਂ ਵੀ ਵਪਾਰਕ ਲਾਈਨਾਂ ਸੀਗੀਆਂ, ਹੁਣ ਤੱਕ ਖਾਂਦੇ ਪੀਂਦੇ ਆਏ ਹੋ, ਪਹਿਲਾਂ ਕਿਹੜਾ ਸ਼ੁਰੂ ਤੋਂ ਪਰਮੇਸ਼ਵਰ ਨੂੰ ਮੰਨਦੇ ਆਏ। ਲੇਕਿਨ ਜਦੋਂ ਪਰਮੇਸ਼ਵਰ ਚਾਹੇ, ਪਰਮੇਸ਼ਵਰ ਨੇ ਇੰਨਾ ਵਧਾਤਾ। ਲੇਕਿਨ ਹੁਣ ਜਦੋਂ ਪਰਮੇਸ਼ਵਰ ਨੂੰ ਦੇਣ ਦਾ ਮੌਕਾ ਆਉਂਦਾ ਉਦੋਂ ਇਨਸਾਨ ਆਪਣੇ ਆਪ ਨੂੰ ਰੋਕ ਲੈਂਦਾ ਹੈ। ਪਰਮੇਸ਼ਵਰ ਦੇ ਕੰਮ ਨੂੰ ਵਧਾਉਣਾ ਗਾ, ਉਦੋਂ ਇਨਸਾਨ ਰੋਕ ਲੈਂਦਾ ਹੈ। ਆਸ਼ੀਸ਼ ਪਰਮੇਸ਼ਵਰ ਦੀ, ਦਿੱਤਾ ਹੋਇਆ ਪਰਮੇਸ਼ਵਰ ਦਾ, ਲੇਕਿਨ ਪਰਮੇਸ਼ਵਰ ਦੇ ਲਈ ਹੀ ਉਹਦਾ ਇਸਤੇਮਾਲ ਨਹੀਂ, ਅਸੀਂ ਨਹੀਂ ਦੇ ਸਕਦੇ ਉਸ ਨੂੰ। ਪੈਸਾ ਦਿੱਤਾ ਹੋਇਆ ਪਰਮੇਸ਼ਵਰ ਦਾ, ਆਪਣੇ ਲਈ ਚਾਹੇ ਅਸੀਂ ਜਿੰਨੀ ਮਰਜ਼ੀ ਵਧੀਆ ਗੱਡੀ 'ਚ ਖਰੀਦ ਲਈਏ, ਜਿੰਨਾ ਮਰਜ਼ੀ ਘਰ ਖਰੀਦ ਲਈਏ, ਜਿੰਨੀ ਮਰਜ਼ੀ ਪਲਾਟ ਜਗ੍ਹਾ ਜ਼ਮੀਨ ਖਰੀਦ ਲਈਏ, ਅਸੀਂ ਉੱਥੇ ਜਿੰਨਾ ਚਾਹੇ ਅਸੀਂ ਆਪਣੀ ਮਰਜ਼ੀ ਨਾਲ ਰੁਪਈਆ ਲਾ ਸਕਦੇ ਹਾਂ। ਉਦੋਂ ਅਸੀਂ ਇਹ ਨਹੀਂ ਕਹਿੰਦੇ ਯਾਰ ਫਲਾਣਾ ਬੰਦਾ 'ਚ ਸਹਾਇਤਾ ਕਰੂਗਾ, ਇਹ ਉਹ ਚੀਜ਼ ਕੋਈ ਨਹੀਂ, ਕਿਉਂ? ਮੇਰਾ ਗਾ, ਮੈਂ ਕਰਨਾ ਗਾ। ਤਾਂ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜਿਨ੍ਹਾਂ ਲੋਕਾਂ ਨੇ ਭਵਨ ਨੂੰ ਸੰਕਲਪ ਕੀਤਾ ਨਾ ਪੂਰਾ ਕਰਨ ਦੇ ਲਈ, ਤਾਂ ਉਹਨਾਂ ਨੇ ਪਤਾ ਕੀ ਸੋਚ ਕੇ ਕੀਤਾ ਸੀਗਾ? ਇਹ ਮੇਰਾ ਕੰਮ ਹੈ, ਇਹ ਮੇਰਾ ਕੰਮ ਹੈ, ਮੈਂ ਹੀ ਕਰਨਾ ਗਾ, ਇਹ ਮੇਰਾ ਗਾ ਔਰ ਮੈਂ ਕਰਨਾ ਗਾ। ਔਰ ਇੰਨਾ ਕੁ ਜ਼ਿਆਦਾ ਹੋਇਆ, ਵਾਫਰੀ ਹੋਈ, ਮੂਸਾ ਨੇ ਬੰਦ ਕਰਤਾ ਕਿ ਹੁਣ ਲਿਆਉਣਾ ਤੁਸੀਂ ਬੰਦ ਕਰ ਦਿਓ, ਕਿਉਂਕਿ ਬਹੁਤ ਹੋ ਚੁੱਕਿਆ ਹੈਗਾ, ਬਹੁਤ ਹੋ ਚੁੱਕਿਆ ਹੈਗਾ। ਪਰਮੇਸ਼ਵਰ ਦੇਣ ਵਾਲਾ ਹੈਗਾ, ਜਿਹਦੇ ਤੋਂ ਲਿਆ ਬਾਅਦ ਚ ਉਹਨੂੰ ਨਹੀਂ ਦੇਣਾ ਚਾਹੁੰਦੇ, ਜਿਹਦੇ ਤੋਂ ਲਿਆ ਬਾਅਦ ਚ ਉਹਨੂੰ ਹੀ ਨਹੀਂ ਦੇਣਾ ਚਾਹੁੰਦੇ। ਤੇ ਅਸੀਂ ਕੌਣ ਆ ਫਿਰ? ਅਸੀਂ ਕੌਣ ਆ ਫਿਰ? ਅਸੀਂ ਉਹ ਤੋਂ ਲੈ ਤਾਂ ਲਿਆ, ਲੇਕਿਨ ਹੁਣ ਦੇਣਾ ਨਹੀਂ ਚਾਹੁੰਦੇ। ਇਹਨੂੰ ਕਹਿੰਦੇ ਆ ਮਤਲਬ ਪ੍ਰਸਤ ਵਿਅਕਤੀ, ਮਤਲਬੀ ਇਨਸਾਨ। ਬਸ ਤੁਹਾਨੂੰ ਆਪਣੇ ਤੱਕ ਚਾਹੀਦਾ ਸੀਗਾ, ਆਪਣੇ ਲਈ ਲੈ ਲਿਆ, ਹੁਣ ਪਰਮੇਸ਼ਵਰ ਲਈ ਕੁਝ ਕਰਨ ਦੇ ਲਈ ਸਮਾਂ ਨਹੀਂ। ਜਦੋਂ ਪਰਮੇਸ਼ਵਰ ਦਿੰਦਾ ਹੈ ਉਦੋਂ ਚੰਗਾ ਲੱਗਦਾ ਹੈ, ਬੰਦਾ ਗਵਾਹੀ ਵੀ ਦਿੰਦਾ ਹੈ। ਇੱਕ ਸਮਾਂ ਸੀਗਾ ਜੀ, ਮੈਨੂੰ ਆਹ ਚੀਜ਼ 'ਚੋਂ ਇੰਨਾ ਰੁਪਇਆ ਬਚ ਗਿਆ, ਹੁਣ ਪੁੱਛ ਕੇ ਤਾਂ ਉਹਦਾ ਕੀਤਾ ਕੀ? ਮੈਂ ਗੱਲ ਸ਼ੁਰੂ ਕਰੀ ਸੀਗੀ ਰੋਟੀ ਕੱਪੜਾ ਔਰ ਇਹ ਜ਼ਰੂਰਤ ਹੈ, ਇਹ ਮੇਰੀ ਵੀ ਪੂਰੀ ਹੋ ਰਹੀ ਹੈ ਤੇ ਇੱਕ ਕਰੋੜਪਤੀ ਵਿਅਕਤੀ ਦੀ ਵੀ ਹੋ ਰਹੀ ਹੈ। ਉਹ ਵੀ ਰੋਟੀ ਖਾਂਦਾ ਗਾ,
ਮਿਡਲ ਕਲਾਸ ਬੰਦਾ ਵੀ ਰੋਟੀ ਖਾਂਦਾ ਹੈ, ਉਹ ਵੀ ਕੱਪੜਾ ਹੀ ਪਹਿਨਦਾ ਗਾ, ਮਿਡਲ ਕਲਾਸ ਨੂੰ ਕੱਪੜਾ ਪਹਿਨਦਾ, ਉਹ ਵੀ ਘਰ 'ਚ ਰਹਿ ਰਿਹਾ, ਇਹ ਵੀ ਘਰ 'ਚ ਰਹਿ ਰਿਹਾ। ਲੇਕਿਨ ਪ੍ਰੋਬਲਮ ਕਿੱਥੇ ਹੋ ਗਈ ਕਿ ਉਹਦੇ ਕੋਲ ਵਾਫਰੀ ਇੰਨੀ ਹੈ ਕਿ ਹੁਣ ਉਹਨੂੰ ਆਪਣੇ ਲਈ ਇਸਤੇਮਾਲ ਕਰ ਰਿਹਾ, ਮੈਂ ਇਹ ਕਰਾਂ, ਮੈਂ ਆਪਣੇ ਲਈ ਉਹ ਕਰਾਂ, ਮੈਂ ਇਹ ਕਰਾਂ, ਉਹ ਕਰਾਂ। ਇੱਕ ਬਿਜ਼ਨਸ ਪਲਾਨ, ਹਾਈਐਸਟ ਪਲਾਨ, ਇੰਨਾ ਜਮ੍ਹਾਂ ਕਰ ਲਾਂ ਕਿ ਮੇਰੇ ਲਈ ਵਾਧੂ ਹੋ ਜੇ, ਲੇਕਿਨ ਉਹਦਾ ਪਰਮੇਸ਼ਵਰ ਲਈ ਇਸਤੇਮਾਲ ਉਹ ਨਹੀਂ ਜਿਵੇਂ ਹੋਣਾ ਚਾਹੀਦਾ, ਉਹ ਹੋ ਨਹੀਂ ਰਿਹਾ। ਅਗਰ ਇਨਸਾਨ ਦੀ ਕਮਾਈ 100% ਆ ਤਾਂ ਉਹ ਪਹਿਲੀ ਗੱਲ ਤਾਂ 10% ਤੱਕ ਹੀ ਸੀਮਤ ਨਹੀਂ ਕਿ 10% ਦੇ ਦੇਵੇ ਪਰਮੇਸ਼ਵਰ ਦਾ ਹੀ, ਉਹਦਾ ਦੇਣਾ। ਲੇਕਿਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਕੰਮ ਦਿੱਤਾ ਉਹਨਾਂ ਨੇ ਤਾਂ 50% ਕੀ 60, 70, 70% ਤੱਕ ਜਾਣਾਗਾ ਪਰਮੇਸ਼ਵਰ ਦੇ ਲਈ ਇਸਤੇਮਾਲ ਕਰਨ ਦੇ ਲਈ। ਲੇਕਿਨ ਉਹ ਕੀ ਕਹਿੰਦੇ, ਅਸੀਂ ਇੰਨਾ ਨਹੀਂ ਕਰ ਸਕਦੇ। ਮੇਰੇ ਪ੍ਰਿਓ, ਦੇਣ ਵਾਲੇ ਅਗਰ ਪਰਮੇਸ਼ਵਰ ਨੇ ਨਾ, ਤੇ ਇੱਕ ਗੱਲ ਤਾਂ ਪੱਕੀ ਹੈ ਕਿ ਇਹਦੇ 'ਚ ਤੁਸੀਂ ਲੈ ਕੇ ਜਾਣ ਵਾਲੇ ਤਾਂ ਸਵਰਗ ਵਿੱਚ ਕੁਛ ਹੈ ਨਹੀਂ। ਜੋ ਕੁਛ ਕੀਤਾਗਾ ਇੱਥੇ ਧਰਤੀ 'ਤੇ ਰਹਿਣਾ ਗਾ, ਬਾਅਦ ਦੇ ਵਿੱਚ ਤੁਹਾਡੀ ਦੌਲਤ ਦਾ ਕੀ ਹੋਊਗਾ ਇਹ ਤੁਸੀਂ ਵੀ ਨਹੀਂ ਜਾਣਦੇ। ਬੱਚੇ ਔਲਾਦ ਚੰਗੀ ਨਿਕਲੂਗੀ, ਮਾੜੀ ਨਿਕਲੂਗੀ, ਕੋਈ ਵੀ ਵਿਅਕਤੀ ਨਹੀਂ ਜਾਣਦਾ। ਕੀ ਪਤਾ ਉਹਦੇ ਪੈਸੇ ਨਾਲ ਬਾਅਦ 'ਚ ਕੀ ਕਰੇ, ਕਿੱਦਾਂ ਉਡਾਵੇ, ਕੁਛ ਵੀ ਨਹੀਂ ਸਮਝਦੇ। ਬਿਹਤਰ ਹੀ ਹੈ ਕਿ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਪਰਮੇਸ਼ਵਰ ਦਾ ਹੀ ਦਿੱਤਾ ਹੋਇਆ ਗਾ, ਤਾਂ ਫਿਰ ਉਸਨੂੰ ਪਰਮੇਸ਼ਵਰ ਦੇ ਲਈ ਹੀ ਦੇ ਦੇਣਾ ਚਾਹੀਦਾ ਗਾ, ਉਸਨੂੰ ਪਰਮੇਸ਼ਵਰ ਦੇ ਲਈ ਹੀ ਇਸਤੇਮਾਲ ਕਰ ਦੇਣਾ ਚਾਹੀਦਾ ਹੈ, ਤਾਂ ਕਿ ਪਰਮੇਸ਼ਵਰ ਦਾ ਕੰਮ ਪੂਰਾ ਹੋਵੇ, ਪਰਮੇਸ਼ਵਰ ਦਾ ਭਵਨ ਪੂਰਾ ਹੋਵੇ, ਪਰਮੇਸ਼ਵਰ ਦੀ ਮਹਿਮਾ ਦਾ ਸਮਾਨ, ਆਰਾਧਨਾ ਦਾ ਸਮਾਨ ਪੂਰਾ। ਲਿਖਿਆ ਬਾਈਬਲ ਦੇ ਵਿੱਚ, ਸਾਰੇ ਦਾ ਸਾਰਾ ਹੀ ਇਸਰਾਏਲੀਆਂ ਨੇ ਪੂਰਾ ਕੀਤਾ। ਆਰਾਧਨਾ ਦੇ ਵਿੱਚ ਸਾਰੇ ਸਮਾਨ ਦੀ ਜ਼ਰੂਰਤ ਜੋ ਚਾਹੀਦਾ ਸੀਗਾ ਸਭ, ਤਾਂ ਪਰਦੇ ਚਾਹੀਦੇ ਨੇ ਬਣਾਉਣ ਦੇ ਲਈ, ਸੋਨਾ ਚਾਹੀਦਾ, ਚਾਂਦੀ ਚਾਹੀਦਾ, ਕੱਪੜਾ ਲੀੜਾ, ਜੋ ਕੁਝ ਜਿਹਦੇ 'ਚ ਹੈਗਾ ਉਹਨੇ ਆਪਣੀ ਹੈਸੀਅਤ ਨਾਲੋਂ ਵੱਧ ਕੇ ਪਰਮੇਸ਼ਵਰ ਦੇ ਲਈ ਦਿੱਤਾ। ਰੋਕ ਤਾਂ ਉਹਨੇ ਕਹਿੰਦਾ ਜੀ, ਜਦੋਂ ਪਰਮੇਸ਼ਵਰ ਤੋਂ ਨੇ ਆਸ਼ੀਸ਼ ਦਿੱਤੀ, ਕੋਈ ਗੱਲ ਨਹੀਂ, ਹੁਣ ਸਾਡੇ ਕੋਲ ਵਾਫਰੀ ਹੋ ਗਈ, ਹੁਣ ਤੁਸੀਂ ਰੁਕ ਜਾਓ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ, ਜੋ ਖੁੱਲੇ ਦਿਲ ਨਾਲ ਤੇ ਉਹ ਭੀੜੇ ਦਿਲ ਨਾਲ, ਖੁੱਲੇ ਨਾਲ ਹੀ ਵੱਢਦਾ, ਜੋ ਖੁੱਲੇ ਨਾਲ ਬੀਜਦਾ ਉਹ ਖੁੱਲੇ ਨਾਲ ਹੀ ਵੱਢਦਾ। ਜਿਹੜਾ ਕਹਿੰਦਾ ਜੀ ਇੱਥੇ ਇੰਨਾ ਲੱਗੂਗਾ, ਮੈਂ ਦਿੰਦਾ ਜੀ, ਕੋਈ ਗੱਲ ਨਹੀਂ। ਕਿਉਂ? ਪਹਿਲਾਂ ਮੈਨੂੰ ਕਿਸੇ ਨੇ ਦਿੱਤਾ ਹੈਗਾ, ਆਪਣੇ ਪੱਲਿਓ ਫਿਰ ਵੀ ਕੋਈ ਨਹੀਂ ਦਿੰਦਾ, ਪੱਲਿਓ ਕੋਈ ਵੀ ਨਹੀਂ ਦਿੰਦਾ। ਜੇ ਕੋਈ ਮੈਨੂੰ ਕਹੇ ਜੀ ਮੈਂ ਅੱਜ ਇਸ ਭਵਨ ਦੇ ਲਈ ਚਰਚ ਬਣਾਉਣ ਦੇ ਲਈ ਮੈਂ 5 ਲੱਖ ਦਿੰਦਾ, ਮੈਂ ਕਹਿੰਦਾ ਉਹ ਪੱਲਿਓ ਨਹੀਂ ਦੇ ਰਿਹਾ, ਆਲਰੇਡੀ ਪਰਮੇਸ਼ਵਰ ਨੇ ਸਾਨੂੰ ਦਿੱਤਾ ਗਾ, ਤਦੇ ਪਰਮੇਸ਼ਵਰ ਦੇ ਮਨ 'ਚ ਪਾ ਰਿਹਾ, ਕੋਈ ਗੱਲ ਨਹੀਂ ਤੂੰ ਦੇ ਕਰ। ਤਾਂ ਜੋ ਆਸ਼ੀਸ਼ ਸਾਨੂੰ ਪਰਮੇਸ਼ਵਰ ਦਿੰਦੇ ਨੇ, ਅਗਰ ਤੁਸੀਂ ਮੰਨਦੇ ਹੋ ਕਿ ਉਹ ਪਰਮੇਸ਼ਵਰ ਦੀ ਹੀ ਹੈ, ਔਰ ਮੈਨੂੰ ਪਤਾ ਹੈਗਾ ਮੈਂ ਤੁਹਾਡੀਆਂ ਗਵਾਹੀਆਂ ਰੱਖੀਆਂ ਹੋਈਆਂ ਨੇ ਨੋਟਿਸ ਦੇ ਵਿੱਚ ਨੇ, ਗਵਾਹੀਆਂ ਇਹ ਨੇ ਕਿ ਸਾਨੂੰ ਪਰਮੇਸ਼ਵਰ ਨੇ ਦਿੱਤਾ ਹੈਗਾ। ਅਗਰ ਪਰਮੇਸ਼ਵਰ ਨੇ ਦਿੱਤਾ ਹੈਗਾ ਤਾਂ ਜੋ ਪਰਮੇਸ਼ਵਰ ਦਾ ਹੈਗਾ ਉਹ ਪਰਮੇਸ਼ਵਰ ਨੂੰ ਦਿਓ। ਸਾਡਾ ਪਰਮੇਸ਼ਵਰ ਸਾਡੀ ਜ਼ਰੂਰਤਾਂ ਨੂੰ ਪੂਰੀਆਂ ਕਰ ਰਿਹਾ, ਇਹ ਸਾਡੇ ਲਈ ਬਹੁਤ ਹੈ, ਬਹੁਤ ਹੈ। ਹੁਣ ਬਾਕੀ ਦਾ ਕੰਮ ਪਰਮੇਸ਼ਵਰ ਦੀ ਬੜੋਤਰੀ ਲਈ ਕੀਤਾ ਜਾਏ, ਉਹਦੇ ਕੰਮ ਨੂੰ ਵਧਾਉਣ ਦੇ ਲਈ ਕੀਤਾ ਜਾਏ, ਤਾਂ ਕਿ ਪਰਮੇਸ਼ਵਰ ਉਸਨੂੰ ਹੋਰ ਵੀ ਜ਼ਿਆਦਾ ਆਸ਼ੀਸ਼ਿਤ ਕਰੇ, ਔਰ ਉਹਦੇ ਨਾਲ ਪਰਮੇਸ਼ਵਰ ਤੁਹਾਨੂੰ ਕਿੰਨਾ ਵੱਡਾ ਪ੍ਰਤੀਫਲ ਦੇਣ ਲੱਗਿਆ ਇਹ ਤੁਸੀਂ ਨਹੀਂ ਜਾਣਦੇ। ਤਾਂ ਬਾਈਬਲ ਇਹ ਗੱਲ ਕਹਿੰਦੀ ਹੈ ਕਿ ਜੋ ਆਸ਼ੀਸ਼ ਤੁਹਾਨੂੰ ਪਰਮੇਸ਼ਵਰ ਦਿੰਦੇ ਨੇ, ਉਹਨੂੰ ਦੇਣ ਦਾ ਇੱਕ ਮਕਸਦ ਹੈ ਪਰਮੇਸ਼ਵਰ ਦਾ। ਜਦ ਕਿ ਇਨਸਾਨ ਦਾ ਤਿੰਨਾਂ ਵਸਤੂਆਂ ਨਾਲ ਆਰਾਮ ਨਾਲ ਸਰਦਾ ਗਾ, ਲੇਕਿਨ ਬੜੋਤਰੀ ਕਰਦਾ, ਉਹਦੇ ਪਿੱਛੇ ਕਾਰਨ ਰਹਿ ਜਾਂਦੇ ਨੇ। ਅੱਜ ਬਹੁਤ ਸਾਰੇ ਲੋਕਾਂ ਦਾ ਪੈਸਾ ਬਿਮਾਰੀ 'ਚ, ਹਸਪਤਾਲਾਂ 'ਚ, ਡਾਕਟਰਾਂ ਕੋਲੇ, ਦੁੱਖ ਦੇ ਵਿੱਚ, ਕਲੇਸ਼ਾਂ 'ਚ, ਕੇਸ 'ਚ, ਲੜਾਈ ਝਗੜੇ 'ਚ, ਬਦਮਸਤੀਆਂ 'ਚ ਕਿਉਂ ਚਲਾ ਜਾਂਦਾ ਗਾ? ਰੀਜ਼ਨ ਕੀ ਹੈ? ਕਿ ਉਹ ਪਰਮੇਸ਼ਵਰ ਦੇ ਨਾਲ ਵਫਾਦਾਰ ਨਹੀਂ। ਡਾਕਟਰ ਦੇ ਕੋਲੇ ਮਰੀਜ਼ ਨੂੰ ਲੈ ਕੇ ਵੀ ਜਾਣਗੇ, ਜਾਂ ਤਾਂ ਗੱਡੀ 'ਚ ਆਪ 1500 2000 ਦਾ ਤੇਲ ਫੂਕ ਕੇ ਚਲੇ ਜਾਣਗੇ, ਟਾਈਮ ਵੀ ਖਰਾਬ ਕਰਨਗੇ। ਅਗਰ ਉਹਨੂੰ 2000 ਮੰਗਲਾ 3000 ਮੰਗਲਾ ਦੇ ਕੇ ਵੀ ਆਉਣਗੇ। ਪਰਮੇਸ਼ਵਰ ਦਾਸ ਨੂੰ ਫੋਨ ਕਰਕੇ ਘਰੇ ਬੁਲਾ ਲਓ, ਮੈਂ ਕਹਿੰਦਾ ਕੋਈ 100 ਰੁਪਇਆ ਪੈਟਰੋਲ ਵਾਸਤੇ ਨਹੀਂ ਦਿੰਦਾ। ਉਲਟਾ ਪਰਮੇਸ਼ਵਰ ਦਾਸ ਨੂੰ ਕਹਿਣਗੇ ਪ੍ਰਭੂ ਤੈਨੂੰ ਆਸ਼ੀਸ਼ ਦੇਵੇ, ਤੂੰ ਸਾਡੇ ਕੋਲੇ ਆਇਆ। ਪਰਮੇਸ਼ਵਰ ਤੈਨੂੰ ਆਸ਼ੀਸ਼ ਦੇਵੇ, ਪਰ ਤੇਰੇ ਕੋਲ ਪਿਆ ਗਾ ਉਹ ਨਾ ਦੇਵੇ। ਇੱਕ ਬੰਦਾ ਸੀਗਾ, ਯਾਦ ਆ ਗਈ ਗੱਲ, ਬੜੀ ਭੁੱਖ ਲੱਗੀ ਉਹਨੂੰ ਨਾ, ਮੈਂ ਪਹਿਲਾਂ ਵੀ ਸ਼ਾਇਦ ਦੱਸੀ ਹੈ, ਭੁੱਖ ਲੱਗੀ ਹੋਈ ਉਹਨੂੰ, ਰੋਟੀ ਦੀ ਬੜੀ ਜ਼ਰੂਰਤ। ਇੱਕ ਨਾ
ਚਰਚ 'ਚ ਚਲਾ ਗਿਆ। ਇੱਕ ਘਰ ਬਣਿਆ ਹੋਇਆ ਸੀਗਾ, ਉਹਦੇ ਉੱਪਰ ਸਲੀਬ ਲੱਗੀ ਹੋਈ ਸੀਗੀ। ਇਹ ਬੰਦਾ ਸਲੀਬ ਦੇਖ ਕੇ ਨਾ ਇਹਦੇ ਅੰਦਰ ਕੋਈ ਉਮੀਦ ਜਾਗੀ, ਯਾਰ ਮੇਰਾ ਇੱਕ ਹੈ ਮਿੱਤਰ, ਮਤਲਬ ਮਸੀਹ ਨੂੰ ਮੰਨਣ ਵਾਲਾ, ਇੱਥੇ ਮੈਨੂੰ ਰੋਟੀ ਦੀ ਆਸ ਸੀਗੀ, ਚਲਾ ਗਿਆ। ਉਹ ਕਹਿੰਦਾ ਜੀ ਗੇਟ ਖੜਕਾਇਆ ਅਤੇ ਰਾਤ ਦਾ ਟਾਈਮ ਉਹਨੇ ਦੱਸਿਆ, ਕਹਿੰਦਾ ਮੈਂ ਮਸੀਹ ਨੂੰ ਮੰਨਦਾ ਗਾ ਅਤੇ ਮੈਂ ਨਾ ਇੱਧਰ ਕਰਕੇ ਆਇਆ ਸੀਗਾ, ਦੂਰ ਰਸਤਾ ਭਟਕ ਗਿਆ ਅਤੇ ਲੇਟ ਹੋ ਗਿਆ, ਮੈਨੂੰ ਭੁੱਖ ਬੜੀ ਲੱਗੀ ਅਤੇ ਰੋਟੀ ਚਾਹੀਦੀ ਹੈ। ਅਤੇ ਉਹ ਕਹਿੰਦਾ ਇਹ ਕਿੱਡੀ ਗੱਲ ਹੈ। ਉਹ ਖੁਸ਼ ਹੋ ਗਿਆ, ਕਹਿੰਦਾ ਕਿਆ ਬਾਤ ਹੈ, ਇੱਥੇ ਇਹ ਕਿੱਡੀ ਗੱਲ ਹੈ। ਕਹਿੰਦਾ ਫਿਰ ਕਰਕੇ ਪ੍ਰਾਰਥਨਾ ਕਰਦਾ ਦੇਣ ਵਾਸਤੇ ਕਿ ਪ੍ਰਭੂ ਇਹਦੀ ਜ਼ਰੂਰਤ ਨੂੰ ਪੂਰਾ, ਤੇਰੇ ਕੋਲ ਆਲਰੇਡੀ ਹੈ ਖਾਣ ਲਈ, ਤੂੰ ਰੋਟੀ ਦੇਣਾ ਖਾਣ ਦੇ ਲਈ। ਜਿੱਥੇ ਪ੍ਰਾਰਥਨਾ ਨੇ ਕੰਮ ਕਰਨਾ ਉੱਥੇ ਪ੍ਰਾਰਥਨਾ ਨੇ ਕਰਨਾ ਗਾ, ਲੇਕਿਨ ਜਿੱਥੇ ਤੁਹਾਡੇ ਕੋਲ ਹੈ ਉੱਥੇ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਪ੍ਰਾਰਥਨਾ ਕਰਾਂਗੇ ਪੂਰਾ ਹੋਊਗਾ। ਕਿਵੇਂ ਪੂਰਾ ਹੋਊਗਾ? ਦਿੱਤਾ ਪਰਮੇਸ਼ਵਰ ਨੇ, ਲੇਕਿਨ ਹੁਣ ਉਹਦੇ ਲਈ ਇਸਤੇਮਾਲ ਕਰਨਾ ਨਹੀਂ ਚਾਹੁੰਦੇ, ਮੁੱਕਰ ਗਏ। ਕਹਿੰਦਾ ਪ੍ਰਭੂ ਹੋਣ ਨਹੀਂ ਦਿੰਦੇ। ਇੱਕ ਬੰਦਾ ਨਾ ਟੋਏ 'ਚ ਡਿੱਗ ਗਿਆ, ਡੂੰਘਾ ਟੋਆ। ਕਹਿੰਦਾ ਰੱਬਾ ਜੇ ਤੂੰ ਇੱਥੋਂ ਕੱਢ ਲਵੇ ਨਾ ਆ ਚੌਲ ਗਰਮ। ਫਿਰ ਬੰਦਾ ਗਿਆ, ਰੱਸਾ ਲਮਕਾਇਆ, ਬਾਹਰ ਕੱਢ ਲਿਆ। ਬਾਹਰ ਆਇਆ, ਕੱਪੜੇ ਕੁਪੜੇ ਝਾੜ ਗਏ। ਕਹਿੰਦਾ ਕਿਹੜੇ ਚੌਲ? ਕਿਹੜੇ ਚੌਲ? ਮੈਂ ਕਮਾਲ, ਕਿਹੜੇ ਚੌਲ? ਚੱਕ ਕੇ ਫੇਟ ਹੋਏ ਸੀ। ਉਹ ਕਹਿੰਦਾ ਰੱਬਾ ਮੈਂ ਐਂ ਪੁੱਛਦਾ ਸੀ ਮਿੱਠੇ ਕਿ ਲੂਣ ਵਾਲੇ ਕਿਹੜੇ? ਰਿਕਵਰ ਕਰ ਲੈਂਦਾ ਗਲਤੀ ਨੂੰ ਇਨਸਾਨ ਆਪਣੀ। ਕਹਿੰਦਾ ਗਾ ਕਿ ਮੈਨੂੰ ਪਰਮੇਸ਼ਵਰ ਨੇ ਦਿੱਤਾ। ਹੇ ਪਰਮੇਸ਼ਵਰ ਜੇ ਤੂੰ ਦਵੇਂ ਨਾ ਤਾਂ ਮੈਂ ਦਿਆਂਗੀ। ਸਭ ਤੋਂ ਵੱਡੀ ਦੌਲਤ ਪਤਾ ਕੀ ਹੈ? ਅਬਰਾਹਮ ਦੇ ਕੋਲ ਇੱਕ ਬੱਚਾ ਸੀਗਾ, ਉਹ ਆਪਣੇ ਬੱਚੇ ਨੂੰ ਕੁਰਬਾਨ ਕਰਨ ਦੇ ਲਈ ਚਲਾ ਗਿਆ, ਔਰ ਪਰਮੇਸ਼ਵਰ ਨੇ ਕਿਹਾ ਕਿ ਮੈਂ ਜਾਣ ਲਿਆਂਗਾ ਕਿ ਤੂੰ ਮੇਰੇ ਨਾਲੋਂ ਵੱਧ ਕੇ ਆਪਣੀ ਕਿਸੇ ਵੀ ਵਸਤੂ ਨੂੰ ਪਿਆਰ ਮੇਰੇ ਨਾਲੋਂ ਵੱਧ ਕੇ ਨਹੀਂ ਕਰਦਾ ਯਾਰ। ਔਰ ਵੱਡੀ ਗੱਲ ਹੈ, ਅਗਰ ਤੂੰ ਆਪਣਾ ਬੱਚਾ ਮੇਰੇ ਲਈ ਕੁਰਬਾਨ ਕਰ ਸਕਦਾ ਨਾ ਤਾਂ ਤੇਰੀ ਦੌਲਤ ਆ ਤੇਰੇ ਸਾਹਮਣੇ ਫਿਰ ਮੇਰੇ ਲਈ ਕੁਛ ਵੀ ਨਹੀਂ। ਤੂੰ ਬੱਚੇ ਦੀ ਪਰਵਾਹ ਨਹੀਂ ਕੀਤੀ, ਉਹਦਾ ਗਾਟਾ ਲਾਉਣ ਲਈ ਤਿਆਰ ਹੈ, ਤੇ ਤੇਰੀ ਆਸਿਸ ਦਾ ਫਿਰ ਮੈਂ ਗੱਲ ਹੀ ਨਹੀਂ ਕਰਦਾ, ਉਹ ਤਾਂ ਹੈ ਹੀ ਫਿਰ ਮੇਰੇ ਲਈ, ਇਸ ਦਾ ਇਸਤੇਮਾਲ ਹੋਣ ਹੀ ਵਾਲੀ ਹੈ। ਹੰਨਾ ਨੇ ਪਰਮੇਸ਼ਵਰ ਦੇ ਭਵਨ ਵਿੱਚ ਜਾ ਕੇ ਗੱਲ ਕਹੀ, ਪਰਮੇਸ਼ਵਰ ਜੇ ਤੂੰ ਦੇ ਦੇਵੇਂ ਨਾ, ਜੇ ਤੂੰ ਦੇ ਦੇਵੇਂ ਤੇ ਫਿਰ ਉਹ ਬੱਚਾ ਮੈਂ ਤੇਰੀ ਭਵਨ ਦੇ ਵਿੱਚ ਤੈਨੂੰ ਦੇ ਪ੍ਰਭੂ ਤੈਨੂੰ ਦਿਆਂਗੀ। ਔਰ ਬਾਈਬਲ ਦੇ ਵਿੱਚ ਲਿਖਿਆ ਹੰਨਾ ਨੇ ਕੀਤਾ ਹੋਇਆ ਵਾਅਦਾ ਪਰਮੇਸ਼ਵਰ ਦੇ ਨਾਲ ਪੂਰਾ ਕੀਤਾ, ਔਰ ਜਦੋਂ ਪੂਰਾ ਕੀਤਾ ਉਸ ਤੋਂ ਬਾਅਦ ਪਰਮੇਸ਼ਵਰ ਨੇ ਹੰਨਾ ਨੂੰ ਹੋਰ ਵੀ ਧੀਆਂ ਪੁੱਤਰ ਦਿੱਤੇ, ਹੋਰ ਵੀ ਦਿੱਤੇ। ਉਹ ਇੱਕ ਲਈ ਨਹੀਂ ਰੋਈ, ਪ੍ਰਭੂ ਇੱਕ ਮਿਲਦਾ ਗਿਆ, ਮੁੱਕਰੀ ਨਹੀਂ ਵੀ ਇੱਕ ਮਿਲ ਗਿਆ। ਇੱਕ ਤਾਂ ਪਹਿਲਾਂ ਮਿਲਿਆ ਹੀ ਬੜਾ ਔਖਾ ਹੈ, ਪਤਾ ਨਾ ਤੁਹਾਨੂੰ ਕਹਾਣੀ ਸਟੋਰੀ ਸਾਰਿਆਂ ਨੂੰ ਪਤਾ ਕਿ ਹੰਨਾ ਦੀ ਇੱਕ ਤਾਂ ਮਿਲਿਆ ਹੀ ਬਹੁਤ ਔਖਾ, ਮਿਹਣੇ ਬਹੁਤ ਸੁਣੇ ਨੇ, ਤਾਨੇ ਬਹੁਤ ਸੁਣੇ ਨੇ, ਉਹ ਬੱਚੇ ਦੇ ਪਿੱਛੇ ਬੜਾ ਔਖਾ ਉਸਨੂੰ ਪ੍ਰਾਪਤ ਕੀਤਾ ਹੈ। ਪਰ ਜਦੋਂ ਮਿਲ ਗਿਆ ਹੁਣ ਤੇ ਹੁਣ ਇਹ ਨਹੀਂ ਕਿਹਾ ਵੀ ਪ੍ਰਭੂ ਐਂ ਕਰ ਵੀ ਆਪਾਂ ਇਹਨੂੰ ਥੋੜਾ ਪੈਂਡਿੰਗ ਰੱਖ, ਇੱਕ ਹੋਰ ਦੇ ਦੇ, ਉਹ ਦੇ ਦੂੰਗੀ। ਇਹ ਕਹਿੰਦੀ ਪਰਮੇਸ਼ਵਰ ਮਿਲ ਗਿਆਗਾ ਤੇ ਹੁਣ ਇਹ ਤੇਰੇ ਲਈ ਹੀ ਭਵਨ, ਭੁੱਲ ਹੀ ਨਹੀਂ ਵਾਅਦੇ ਇਹਨੂੰ। ਅੱਜ ਦਾ ਇਨਸਾਨ ਲੈ ਕੇ ਭੁੱਲ ਜਾਂਦਾ ਹੈ। ਇੱਕ ਬੰਦਾ ਮੈਨੂੰ ਕਹਿੰਦਾ ਜੀ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ ਵੀ ਮੈਂ ਪਰਮੇਸ਼ਵਰ ਦੇ ਲਈ ਕੁਛ ਕਰਨਾ ਚਾਹੁੰਦਾ। ਬੜੀ ਲੋਅਰ ਕਲਾਸ ਦੇ ਵਿੱਚ ਬੰਦਾ ਉੱਠਿਆ, ਕਹਿੰਦਾ ਮੈਂ ਕੁਛ ਕਰਨਾ ਚਾਹੁੰਦਾ, ਔਰ ਕਹਿੰਦਾ ਮੈਨੂੰ ਨਾ ਬੜਾ ਬੋਝ ਹੈ ਕਿਸੇ ਕੰਮ ਦੇ ਲਈ, ਮੈਂ ਨਾਂ ਨਹੀਂ ਲੈਣਾ। ਮੈਂ ਵੀ ਕੋਈ ਗੱਲ ਨਹੀਂ, ਮੇਰਾ ਪਰਮੇਸ਼ਵਰ ਆਸੀਸ ਦੇਣ ਵਾਲਾ। ਕਹਿੰਦਾ ਮੇਰੀ ਵਾਹ ਨਹੀਂ ਚੱਲਦੀ, ਮੈਂ ਕੁਛ ਕਰ ਸਕਾਂ ਪ੍ਰਭੂ ਦੇ ਲਈ। ਔਰ ਮੈਂ ਵੀ ਉਹਦੇ ਹਾਲਾਤਾਂ ਨੂੰ ਜਾਣਦਾ ਸੀਗਾ, ਕੋਈ ਗੱਲ ਨਹੀਂ ਭਰਾ, ਸਮਾਂ ਆਏਗਾ ਪਰਮੇਸ਼ਵਰ ਕਰੇਗਾ। ਔਰ ਪ੍ਰਭੂ ਦਾ ਧੰਨਵਾਦ, ਉਹਦੇ ਅੰਦਰ ਇਹ ਚਾਹਤ, ਇਹ ਇੱਛਾ, ਪਰਮੇਸ਼ਵਰ ਦੇ ਦਾਸ ਦੀ ਕੀਤੀ ਹੋਈ ਪ੍ਰਾਰਥਨਾ ਬਹੁਤ ਇਹਦਾ ਰੰਗ ਲੈ ਕੇ ਆਈ। ਔਰ ਪਰਮੇਸ਼ਵਰ ਨੇ ਇੰਨਾ ਦੇਤਾ, ਬਾਅਦ 'ਚ ਕਿਤੇ ਮੈਨੂੰ ਆ ਕੇ ਪੁੱਛਿਆ ਹੀ ਨਹੀਂ ਉਹਨੇ ਇਹ ਭਾਈ ਕੀ ਕਰਾਂ ਹੁਣ ਪ੍ਰਭੂ ਲਈ, ਕਦੇ ਨਹੀਂ ਪੁੱਛਿਆ। ਮੈਂ ਸੋਚਦਾ ਨਾ ਪ੍ਰਭੂ ਕਿਆ ਸੋਚਿਆ ਸੀਗਾ ਉਹਨੇ ਯਾਰ, ਕਿਆ ਸੀਨ ਸੀਗਾ, ਕਿੰਨਾ ਕੁਛ ਦਿਖਾਇਆ ਤੇ ਹੁਣ ਕਰਨਾ ਹੀ ਨਹੀਂ। ਗੱਲ ਇਹ ਨਹੀਂ ਹੈ ਕਿ ਮੂਸਾ ਲਾਲਚੀ ਸੀਗਾ, ਗੱਲ ਇਹ ਨਹੀਂ ਹੈ ਕਿ ਰਸੂਲ ਲਾਲਚੀ ਸੀਗੇ ਤਾਂ ਜਾ ਕੇ ਜ਼ਮੀਨਾਂ ਨੂੰ ਰੱਖਦੇ ਸੀਗੇ। ਗੱਲ ਇਹ ਹੈ ਕਿ ਅਸੀਂ ਪਰਮੇਸ਼ਵਰ ਦੇ ਲਈ ਕੀ ਕਰ ਸਕਦੇ ਹਾਂ।
ਮੂਸਾ ਨੂੰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਲਾਲਚ ਨਹੀਂ, ਤਾਂ ਕਹਿਤਾ ਸੰਕਲਪ ਕਰੋ, ਕਰ ਲਿਆ। ਸਾਰਿਆਂ ਨੇ ਬਣਾਉਣ ਲਈ ਤਿਆਰ ਹੋ ਗਏ। ਪਰਮੇਸ਼ਵਰ ਦੇ ਦਾਸ ਦੀਆਂ ਜ਼ਰੂਰਤਾਂ ਦਾ ਪਰਮੇਸ਼ਵਰ ਕਾਵਾਂ ਦੇ ਰਾਹੀਂ ਵੀ ਪੂਰੀਆਂ ਕਰ ਦਿੰਦਾ। ਰੋਟੀ ਚਾਹੀਦੀ ਹੈ ਨਾ, ਬਹਿ ਜਾ ਯਾਰ, ਛੱਡ, ਨਾਲੇ ਕੋਲੇ ਚਲਾ ਜਾ, ਮੈਂ ਕਰ ਦੂੰਗਾ। ਰੋਟੀ ਚਾਹੀਦੀ ਹੈ, ਹੋਰ ਛੱਡ, ਮੀਟ ਨਾਲ ਮਿਲਿਆ ਕਰੂਗੀ। ਦਿੱਤੀ ਪਰਮੇਸ਼ਵਰ ਨੇ। ਘਰੇ ਦਾ ਪਾਣੀ, ਨਾਲੇ ਦਾ ਪਾਣੀ ਸੋ, ਕਹਿੰਦਾ ਪ੍ਰਭੂ ਪਾਣੀ ਸੋ, ਕਹਿੰਦਾ ਕੋਈ ਗੱਲ ਨਹੀਂ, ਸਾਰਪਤ ਦੀ ਵਿਧਵਾ ਕੋਲੇ ਚਲਾ। ਜਿਹੜਾ ਜਮਾਂ ਹੀ ਕੰਗਾਲ ਹੈ, ਕਿਹਦੇ ਕੋਲੇ? ਸਾਰਪਤ ਦੀ ਵਿਧਵਾ ਕੋਲੇ, ਜਿਹਦੇ ਕੋਲੇ ਬਹੁਤ ਧਨ ਦੌਲਤ ਹੈ, ਕਹਿੰਦਾ ਉਹਦੇ ਕੋਲ ਵਗ ਜਾ। ਏਦਾਂ ਕਿਹਾ ਪਰਮੇਸ਼ਵਰ ਨੇ। ਉਹ ਕਹਿੰਦਾ ਜਿਹਦੇ ਕੋਲ ਕੁਛ ਵੀ ਨਹੀਂ ਹੈ ਯਾਰ, ਇੱਕ ਮੁੱਠੀ ਆਟੇ ਦੀ ਤੇ ਇੱਕ ਕੁੱਪੀ, ਤੇਰਾ ਗੁਜ਼ਾਰਾ ਉੱਥੋਂ ਹੋਣਾਗਾ। ਹਾਲੇਲੂਇਆ। ਤੇਰਾ ਗੁਜ਼ਾਰਾ ਉੱਥੋਂ ਕਰਨਾ ਪਰਮੇਸ਼ਵਰ ਨੇ। ਉਹ ਪਰਮੇਸ਼ਵਰ ਉਹ ਹਾਲਾਤਾਂ ਨੂੰ ਕਿਵੇਂ ਬਦਲ ਦਿੰਦਾ ਹੈ, ਉਹ ਕਿਵੇਂ ਮੁਹੱਈਆ ਕਰਦਾ, ਅਸੀਂ ਸੋਚ ਤੱਕ ਨਹੀਂ ਸਕਦੇ। ਇੱਕ ਤੇਲ ਦੀ ਕੁੱਪੀ ਨਾਲੋਂ ਕਿੰਨਾ ਵਾਫਰੀ ਕਰ ਸਕਦਾ ਹੈ, ਅਸੀਂ ਸੋਚ ਨਹੀਂ ਸਕਦੇ। ਗਰੀਬੀ ਦੀ ਹਾਲਾਤ ਦੇ ਵਿੱਚ, ਕਰਜ਼ੇ ਦੇ ਹਾਲਾਤ ਵਿੱਚ ਉਹ ਪਰਮੇਸ਼ਵਰ ਦੇ ਦਾਸ ਕੋਲੇ ਆਈਏ। ਪਰਮੇਸ਼ਵਰ ਦਾਸ ਨੇ ਕਿਹਾ ਕੁੱਪੀ ਟੇਢੀ ਕਰ ਲੈ। ਸਾਰੇ ਭਾਂਡੇ ਭਰ ਗਏ। ਭਰਨ ਤੋਂ ਬਾਅਦ ਤੇਲ ਲੈ ਕੇ ਨਹੀਂ ਲੈ ਕੇ ਖੁਦ ਪਰਮੇਸ਼ਵਰ ਕੋਲੇ, ਦਾਸ ਦੇ ਕੋਲੇ ਚਲੀ ਗਈ। ਕਹਿੰਦੇ ਜੀ ਬਹੁਤ ਹੋ ਗਿਆ, ਵਾਫਰੀ ਹੋ ਗਈ, ਕੀ ਕਰਾਂ? ਕਹਿੰਦਾ ਹੁਣ ਐਂ ਕਰ, ਵੇਚ ਦੇ ਤੇ ਭਰ ਦੇ। ਤੇ ਜਿਹਨੇ ਮੈਨੂੰ ਕਿਹਾ ਸੀ, ਕਹਿੰਦਾ ਪ੍ਰਾਰਥਨਾ ਕਰੋ, ਬਹੁਤ ਕੁਛ ਕਰਾਂ, ਮੁੜ ਕੇ ਪੁੱਛਿਆ ਹੀ ਨਹੀਂ। ਮੈਂ ਹੈਰਾਨ ਉਹਨਾਂ ਨੂੰ ਦੇਖ ਕੇ, ਕਮਾਲ ਕਰਤੀ ਹੈ। ਬੜਾ ਕੁਛ ਸੋਚਿਆ ਸੀ ਇਹ ਬੰਦੇ ਨੂੰ, ਪਰ ਹੋਇਆ ਨਹੀਂ। ਇਹ ਸਿਸਟਮ ਹੀ ਐਸਾ ਹੈਗਾ, ਜਦੋਂ ਹੱਥ 'ਚ ਹੈਗਾ ਫਿਰ ਦੇਣ ਦਾ ਮਨ ਨਹੀਂ, ਤੇ ਜਦੋਂ ਕੁਛ ਹੈ ਨਹੀਂ, ਹਾਂ ਯਾਰ ਕੁਛ ਪਾਸਟ ਹੁੰਦਾ ਨਾ, ਕਰ ਦਿੰਦੇ ਕੁਛ ਨਾ ਕੁਛ। ਜਿਹਦੇ ਕੋਲ ਹੈ ਨਹੀਂ ਉਹ ਬੜਕਾ ਮਾਰਦਾ ਫਿਰਦਾ, ਤੇ ਜਿਹਦੇ ਕੋਲ ਹੈ ਉਹ ਚੁੱਪਚਾਪ ਟਲ ਜੇ ਤਾਂ ਚੰਗਾ। ਇੱਕ ਬੰਦਾ ਕਹਿੰਦਾ ਦੁਕਾਨ ਤੇ ਚਲਾ ਗਿਆ, ਕਹਿੰਦਾ ਚੀਨੀ ਕੀ ਰੇਟ ਆ ਬਈ? ਦੁਕਾਨਦਾਰ ਜਾ ਕੇ ਪੁੱਛਿਆ, ਉਹ ਕਹਿੰਦਾ ਚੀਨੀ 20 ਰੁਪਏ ਕਿਲੋ। ਲੈ ਇੰਨੀ ਮਹਿੰਗੀ 20 ਰੁਪਏ ਕਿਲੋ ਚੀਨੀ? ਅੱਗੇ ਚਲਾ ਗਿਆ, ਅਗਲੀ ਦੁਕਾਨ ਤੇ ਚਲਾ ਗਿਆ, ਕਹਿੰਦਾ ਚੀਨੀ ਚਾਹੀਦੀ ਹੈ। ਕਹਿੰਦਾ ਲੈ ਜਾਓ। ਕਹਿੰਦਾ ਕੀ ਰੇਟ? ਕਹਿੰਦਾ 40 ਰੁਪਏ ਕਿਲੋ। ਦਿਮਾਗ ਖਰਾਬ ਤੇਰਾ, ਉਹ 20 ਰੁਪਏ ਦਿੰਦਾ। ਕਹਿੰਦਾ ਫਿਰ ਉਹ ਤੋਂ ਲੈ ਲੈ। ਕਹਿੰਦਾ ਉਹਦੇ ਕੋਲ ਹੈ ਹੀ ਨਹੀਂ, ਉਹਦੇ ਕੋਲੇ ਹੈ ਨਹੀਂ। ਉਹ ਕਹਿੰਦਾ ਜਦੋਂ ਮੇਰੇ ਕੋਲ ਨਹੀਂ ਨਾ ਹੁੰਦੀ, ਕਹਿੰਦਾ ਮੈਂ ਫ੍ਰੀ ਦਿੰਦਾ ਹੁੰਦਾ। ਸਮਝ ਆਈ ਗੱਲ? ਮੈਂ ਫ੍ਰੀ ਦਿੰਦਾ ਕਹਿੰਦਾ ਉਹਨੂੰ, ਲੇਕਿਨ ਅੱਜ ਹੈ, ਅੱਜ 40 ਦਊਗਾ। ਹੈ ਹੀ ਨਹੀਂ, ਦੇਣਾ ਕਿੱਥੋਂ ਹੁਣ? ਜਦੋਂ ਆ ਗਿਆ ਫਿਰ ਰੇਟ ਆਪਾਂ। ਪਰਮੇਸ਼ਵਰ ਆਸੀਸ ਦਿੰਦੇ ਨੇ, ਪਰਮੇਸ਼ਵਰ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ, ਹਰ ਇੱਕ ਚੀਜ਼ ਪਰਮੇਸ਼ਵਰ ਦਿੰਦੇ ਨੇ। ਲੇਕਿਨ ਉਹ ਕਿਉਂ ਦਿੰਦੇ ਨੇ? ਉਹਦੇ ਪਿੱਛੇ ਦੇਣ ਦਾ ਪਰਮੇਸ਼ਵਰ ਦਾ ਕਾਰਨ ਰਹਿੰਦਾ ਗਾ, ਕਾਰਨ ਰਹਿੰਦਾ ਗਾ। ਲੇਕਿਨ ਅਫਸੋਸ ਇਸ ਗੱਲ ਦੇ ਉੱਪਰ ਹੈ ਕਿ ਅਸੀਂ ਉਹਨਾਂ ਵਸਤੂਆਂ ਨੂੰ ਸਿਰਫ ਆਪਣੇ ਤੱਕ ਹੀ ਸੀਮਤ ਰੱਖ ਲਿਆ। ਆਪਣੇ ਤੱਕ ਸੀਮਤ, ਆਸ਼ੀਸ਼ ਆਪਣੇ ਤੱਕ ਸੀਮਤ, ਘਰ-ਬਾਰ ਆਪਣੇ ਤੱਕ ਸੀਮਤ, ਰੁਪਈਆ ਪੈਸਾ ਆਪਣੇ ਤੱਕ ਸੀਮਤ। ਆਪਣੇ ਕੰਮ ਲਈ ਚਾਹੇ 5 ਲੱਖ 10 ਲੱਖ 20 ਲੱਖ ਖਰਚਣਾ ਪਵੇ, ਹੋਊਗਾ। ਅਗਰ ਪਰਮੇਸ਼ਵਰ ਦੇ ਕੰਮ ਲਈ ਕਰਨਾ ਪਵੇ ਤਾਂ 20,000 5,000 10,000 ਤੋਂ ਉੱਪਰ ਆਵਾਜ਼ ਨਹੀਂ ਨਿਕਲਦੀ ਬੰਦੇ ਦੀ। ਗਵਾਹੀ ਪੁੱਛੋ, ਸਭ ਕੁਛ ਦੇਣ ਵਾਲਾ। ਔਕਾਤ ਨਹੀਂ, ਔਕਾਤ ਕੀ ਸੀਗੀ ਜੀ ਸਾਡੀ? ਦਿਹਾੜੀਆਂ ਕਰਦੇ ਸੀਗੇ, ਗਵਾਹੀਆਂ ਇਹ ਹੁੰਦੀਆਂ ਨੇ, ਦਿਹਾੜੀਆਂ ਕਰਦੇ ਸੀਗੇ, ਔਕਾਤ ਨਹੀਂ ਸੀਗੀ। ਅੱਜ ਔਕਾਤ ਤੋਂ ਵੱਧ ਕੇ ਚੰਨ ਲਾਤੇ ਪਰਮੇਸ਼ਵਰ ਨੇ, 4 ਚੰਨ ਲਾਤੇ। ਹੁਣ 4 ਚੰਨਾਂ ਤੇ ਕੱਪੜਾ ਹੀ ਪਾ ਕੇ ਬਹਿ ਗਏ ਕਿ ਦੇਖੇ ਹੀ ਨਾ ਕਿਸੇ ਨੂੰ। ਮੇਰੇ ਪ੍ਰਿਓ, ਦੇਣ ਵਾਲੇ ਪਰਮੇਸ਼ਵਰ ਨੇ ਨਾ, ਤਾਂ ਗੌਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿਹਨੇ ਜੋ ਸਾਡੇ ਲਈ ਕੀਤਾ ਗਾ ਨਾ, ਇਹ ਬਹੁਤ ਵੱਡੀ ਗੱਲ ਹੈ। ਅੱਜ ਜੋ ਆਪਾਂ ਵਚਨ ਪੜ੍ਹ ਰਹੇ ਸੀਗੇ, ਕੀ ਪੜ੍ਹਿਆ ਸੀਗਾ ਅੱਜ ਆਪਾਂ ਨੇ? ਉਹਦਾ ਆ ਜੋ 22 ਦੇ ਆਏ ਤੇ, ਆ ਜੋ ਇੱਥੇ ਇੱਕ ਗੱਲ ਲਿਖੀ ਆ, ਉਹ ਗੱਲ ਨੂੰ ਧਿਆਨ ਨਾਲ ਸਮਝੋ। ਕਹਿੰਦੇ ਇੱਥੇ ਕੁਝ ਫਰੀਸੀ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੇ ਉਹਨੂੰ ਫਸਾਉਣ ਦੇ ਲਈ ਆਏ ਕਿ ਕਿਵੇਂ ਫਸਾਈਏ। ਫਸਾਉਣ ਲਈ ਜਦੋਂ ਆਏ
ਤੇ ਯੀਸ਼ੂ ਮਸੀਹ ਦੇ ਕੋਲੇ ਚਲੇ ਗਏ ਤੇ ਜਾ ਕੇ ਪ੍ਰਭੂ ਯੀਸ਼ੂ ਮਸੀਹ ਨੂੰ ਆਖਣ ਲੱਗੇ, ਕਹਿੰਦਾ ਗੁਰੂ ਜੀ ਅਸੀਂ ਇੱਕ ਗੱਲ ਤੁਹਾਡੇ ਬਾਰੇ ਜਾਣਦੇ ਹਾਂ। ਕਹਿੰਦਾ ਯਾਰ ਬੜਾ ਸੁੱਚਾ ਹੈ, ਸੱਚਾਈ ਨਾਲ ਪਰਮੇਸ਼ਵਰ ਦਾ ਰਾਹ ਦੱਸਦਾ ਹੈ, ਔਰ ਇਹ ਵੀ ਗੱਲ ਪੱਕੀ ਹੈ ਕਿ ਤੂੰ ਕਿਸੇ ਬੰਦੇ ਦੀ ਵੀ ਪਰਵਾਹ ਨਹੀਂ ਕਰਦਾ ਔਰ ਨਾ ਤੂੰ ਕਿਸੇ ਮਨੁੱਖਾਂ ਦੀ ਪੱਖਪਾਤ ਕਰਦਾ ਹੈ। ਪਰਮੇਸ਼ਵਰ ਕਿਆ ਬਾਤ ਹੈ ਤੇਰੇ 'ਚ ਜਿਹੜੀ ਅਸੀਂ ਦੇਖੀ ਹੈ। ਪ੍ਰਭੂ ਕਹਿੰਦੇ ਅਗਲੀ ਗੱਲ ਦੱਸੋ ਜਿਹਦੇ ਵਾਸਤੇ ਆਏ ਹੋ। ਇਹ ਤਾਂ ਮੈਂ ਕਰਦਾ ਤਾਂ ਪਤਾ ਹੀ ਹੈ ਮੈਨੂੰ, ਅਗਲੀ ਗੱਲ ਤੇ ਆ ਜਾਓ। ਉਹ ਕਹਿੰਦਾ ਸਾਨੂੰ ਜੀ ਇਹ ਦੱਸੋ ਵੀ ਕੈਸਰ ਨੂੰ ਜਜ਼ੀਆ ਦੇਣਾ ਯੋਗ ਹੈ ਜਾਂ ਨਹੀਂ। ਮਤਲਬ ਉਸ ਸਮੇਂ ਦੀ ਕੈਸਰ ਸਰਕਾਰ, ਵੀ ਕੈਸਰ ਨੂੰ ਟੈਕਸ ਦੇਣਾ, ਸਰਕਾਰ ਨੂੰ ਟੈਕਸ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਹੁਣ ਫਸਾਉਣ ਵਾਲੀ ਗੱਲ ਇਹ ਸੀਗੀ ਕਿ ਜੇ ਤਾਂ ਕਹੇ ਵੀ ਨਹੀਂ ਦੇਣਾ ਇਹਦਾ ਸਰਕਾਰ ਦੇ ਵਿਰੁੱਧ ਹੈ, ਜੇ ਦੇਤਾ ਤੇ ਫਿਰ ਤੁਸੀਂ ਕੀ ਕਰਦੇ ਹੋ ਉਹਦੇ ਲਈ। ਫਸਾਉਣ ਦੀ ਨੀਅਤ ਨਾਲ ਆਏ। ਹੁਣ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਉੱਤਰ ਜੋ ਦਿੱਤਾ, ਇਸ ਨੂੰ ਬਹੁਤ ਧਿਆਨ ਨਾਲ ਪੜ੍ਹੋ। ਇਹਦਾ ਪੜ੍ਹੋ ਜੀ 18 ਵਚਨ ਪੜ੍ਹੋ। ਪਰ ਯੀਸ਼ੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੇ ਕਪਟੀਓ, ਕਿਉਂ ਮੈਨੂੰ ਪਰਤਾਉਂਦੇ ਹੋ? ਹਾਂ, ਜਜ਼ੀਏ ਦਾ ਸਿੱਕਾ ਮੈਨੂੰ ਵਿਖਾਓ। ਹਾਂ, ਤਦ ਉਹ ਇੱਕ ਅਡੈਮੀ ਉਸ ਕੋਲ ਲਿਆਏ। ਹਾਂ। ਹੁਣ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਕਿਹਾ ਕਿ ਤਾਂ ਕਰੋ, ਜਜੀ ਦਾ ਸਿੱਕਾ ਕਿ ਮੇਰੇ ਕੋਲ ਲੈ ਕੇ ਆਓ। ਉਸ ਸਮੇਂ ਦਾ ਇੱਕ ਸਿੱਕਾ ਉਹ ਮੇਰੇ ਕੋਲ ਲੈ ਕੇ ਆਓ, ਮੈਨੂੰ ਲਿਆ ਕੇ ਦਿਖਾਓ। ਔਰ ਜਦੋਂ ਮੈਨੂੰ ਲੈ ਕੇ ਤੁਸੀਂ ਦਿਖਾਓ ਤੇ ਫਿਰ ਉਹਦੇ ਕੋਲ ਲੈ ਕੇ ਆਏ। ਔਰ ਜਦੋਂ ਲੈ ਕੇ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਪੁੱਛਿਆ? ਹਾਂਜੀ, ਅਤੇ ਉਸਨੇ ਉਹਨਾਂ ਨੂੰ ਕਿਹਾ, ਯਿਸੂ ਮਸੀਹ ਨੇ ਉਹਨਾਂ ਨੂੰ ਹੀ ਪੁੱਛਿਆ, ਇਹ ਮੂਰਤ ਤੇ ਲਿਖਤ ਕਿਹਦੀ ਹੈ? ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਇਹ ਮੂਰਤ ਤੇ ਲਿਖਤ, ਇਹ ਮੂਰਤ ਤੇ ਲਿਖਤ ਕਿਹਦੀ? ਉਹਨਾਂ ਨੂੰ ਹੀ ਪੁੱਛ ਰਿਹਾ ਕਿਹਦੀ ਹੈ। ਸਵਾਲ ਨੂੰ ਬਹੁਤ ਧਿਆਨ ਨਾਲ ਸਮਝਿਓ। ਯਿਸੂ ਮਸੀਹ ਉਹਨਾਂ ਨੂੰ ਹੀ ਪੁੱਛ ਰਿਹਾਗਾ। ਅਠੰਨੀ ਵੀ ਉਹਨਾਂ ਦੀ, ਮੰਗਾਇਆ ਵੀ ਉਹਨਾਂ ਤੋਂ ਤੇ ਪੁੱਛਿਆ ਵੀ ਉਹਨਾਂ ਨੂੰ। ਕਿਤੇ ਪਰ ਮੂਰਤ ਔਰ ਲਿਖਤ ਇਹ ਦੋ ਚੀਜ਼ਾਂ ਆਉਂਦੀਆਂ ਸਿੱਕੇ ਦੇ ਉੱਪਰ, ਕਿਤੇ ਗੌਰ ਕਰਕੇ ਦੇਖਿਓ ਹਨਾ, ਕਿਹਦੀ ਹੈ? ਉਹ ਕਹਿੰਦੇ ਜੀ ਕੈਸਰ ਦੀ, ਮਤਲਬ ਸਰਕਾਰ ਦੀ ਹੈ। ਉਹ ਕਹਿੰਦਾ ਸਵਾਲ ਵਾਲੀ ਕਿਹੜੀ ਗੱਲ ਹੈ? ਜਿਹੜਾ ਸਰਕਾਰ ਦਾ ਗਾ ਉਹ ਸਰਕਾਰ ਨੂੰ ਦੇ ਦਿਓ, ਤੇ ਜਿਹੜਾ ਪਰਮੇਸ਼ਵਰ ਦਾ ਗਾ ਉਹ, ਜਿਹੜਾ ਪਰਮੇਸ਼ਵਰ ਦਾ ਗਾ ਉਹ ਪਰਮੇਸ਼ਵਰ ਨੂੰ ਦੇ ਦਿਓ, ਤੇ ਜਿਹੜਾ ਸਰਕਾਰ ਦਾ ਗਾ ਉਹ। ਹੁਣ ਪ੍ਰਭੂ ਯਿਸੂ ਮਸੀਹ ਨੇ ਪੁੱਛਿਆ ਕਿ ਇਹਦੇ ਉੱਪਰ ਮੋਹਰ ਕਿਹਦੀ ਹੈ, ਲਿਖਤ ਕਿਹਦੀ ਹੈ। ਅਗਰ ਪਰਮੇਸ਼ਵਰ ਸਾਨੂੰ ਸਵਾਲ ਕਰ ਦੇਣ ਕਿ ਤੁਹਾਡੇ ਕੋਲ ਜੋ ਆਸ਼ੀਸ਼ ਹੈ ਉਹ ਕਿਹਦੀ ਹੈ, ਅਗਰ ਪਰਮੇਸ਼ਵਰ ਸਾਨੂੰ ਪੁੱਛ ਲੈਣ ਮੈਂ ਜੋ ਤੁਹਾਨੂੰ ਦਿੱਤਾ ਹੈਗਾ ਉਹ ਕਿਹਦਾ ਹੈਗਾ, ਤੁਸੀਂ ਜੋ ਕੁਝ ਅੱਜ ਮਾਣ ਰੁਤਬਾ ਹਾਸਲ ਕਰਕੇ ਬੈਠੇ ਹੋ ਕਿਹਦਾ ਹੈਗਾ, ਤੁਹਾਡੇ ਕੋਲ ਅੱਜ ਆਸ਼ੀਸ਼ ਹੈ, ਤੁਹਾਡੇ ਕੋਲ ਅੱਜ ਸੋਨਾ ਚਾਂਦੀ ਰੁਪਈਆ ਪੈਸਾ ਸਭ ਕੁਝ ਹੈ, ਉਹ ਕਿਹਦਾ ਹੈਗਾ। ਤਾਂ ਤੁਹਾਡੇ ਵਿੱਚੋਂ ਕਿਹੜਾ ਬੰਦਾ ਕਹੂਗਾ ਕਿ ਉਹ ਪਰਮੇਸ਼ਵਰ ਦਾ ਨਹੀਂ ਹੈ? ਕੋਈ ਕਿ ਜੀ ਉਹ ਪਰਮੇਸ਼ਵਰ ਦਾ ਨਹੀਂ ਹੈ, ਉਹ ਤਾਂ ਆਪਾਂ ਨੇ ਆਪਣੇ ਬਲ ਬੂਤੇ ਨਾਲ ਕਮਾਇਆ ਹੋਇਆ। ਇੱਕ ਵੀ ਵਿਅਕਤੀ ਹੱਥ ਖੜਾ ਕਰ ਦੇਵੇ, ਕਿਉਂਕਿ ਜਦ ਤੱਕ ਉਹ ਸਾਹ ਨਾ ਦੇਵੇ, ਉਹ ਆਕਸੀਜਨ ਨਾ ਦੇਵੇ, ਉਹ ਤੰਦਰੁਸਤੀ ਨਾ ਦੇਵੇ, ਉਹ ਸਮਝ ਨਾ ਦੇਵੇ, ਉਹ ਗਿਆਨ ਨਾ ਦੇਵੇ, ਤਦ ਤੱਕ ਵਿਅਕਤੀ ਆਪਣੇ ਆਸ਼ੀਸ਼ ਦੇ ਵਿੱਚ ਵਾਧਾ ਨਹੀਂ ਕਰ ਸਕਦਾ। ਇਹ ਉਹ ਦਿੰਦਾ ਗਾ, ਉਹ ਸਾਹ ਦਿੰਦਾ, ਉਹ ਤੰਦਰੁਸਤੀ ਦਿੰਦਾ, ਤਦ ਇਹ ਬੰਦਾ ਕਮਾਉਣ ਦੇ ਲਈ ਜਾਂਦਾ। ਇੱਕ ਬੰਦਾ ਮੰਜੇ ਤੇ ਬਿਮਾਰ ਪਿਆ ਗਾ, ਉਹ ਨਹੀਂ ਜਾ ਸਕਦਾ ਕਮਾਉਣ ਦੇ ਲਈ, ਲੇਕਿਨ ਪਰਮੇਸ਼ਵਰ ਨੇ ਜ਼ਿੰਦਗੀ 'ਚ ਕੁਝ ਕੰਮ ਕੀਤਾ ਤਾਂ ਕਿ ਕਰ ਸਕੇ। ਤਾਂ ਅਗਰ ਅੱਜ ਤਰ੍ਹਾਂ ਪਰਮੇਸ਼ਵਰ ਸਾਨੂੰ ਸਵਾਲ ਕਰੇ ਕਿ ਜਿਹੜੀ ਤੁਹਾਡੀ ਆਸ਼ੀਸ਼ ਹੈ ਉਹਦੇ ਪਰ ਮੋਹਰ ਕਿਹਦੀ ਹੈ, ਤਾਂ ਕੀ ਉੱਤਰ ਦਓਗੇ? ਹੁਣ ਫਸ ਕੇ ਵੀ ਦੇਣਾ ਪਊ। ਅਗਰ ਜਿਹੜੀ ਤੁਹਾਡੀ ਆਸ਼ੀਸ਼ ਹੈ ਉਹਦੇ ਉੱਪਰ ਮੋਹਰ ਕਿਹਦੀ ਹੈ, ਕੌਣ ਆ ਉਹ ਤੁਹਾਨੂੰ ਦੇਣ ਵਾਲਾ, ਤਾਂ ਉੱਤਰ ਕੀ ਹੋਊਗਾ? ਪਰਮੇਸ਼ਵਰ। ਤਾਂ ਬਾਈਬਲ ਕੀ ਕਹਿੰਦੀ ਹੈ? ਜੋ ਪਰਮੇਸ਼ਵਰ ਦਾ ਗਾ ਉਹ, ਜੋ ਪਰਮੇਸ਼ਵਰ ਦਾ ਗਾ ਉਹ ਪਰਮੇਸ਼ਵਰ ਨੂੰ ਹੀ ਦਿਓ। ਜੋ ਪਰਮੇਸ਼ਵਰ ਦਾ ਗਾ ਉਹ ਪਰਮੇਸ਼ਵਰ ਨੂੰ ਦਿਓ, ਔਰ ਜੋ ਕੈਸਰ ਦਾ ਗਾ ਉਹ ਕੈਸਰ ਨੂੰ ਦੇ ਦਿਓ। ਜੋ ਸਰਕਾਰ ਦਾ ਟੈਕਸ ਹੈ ਉਹ ਸਰਕਾਰ ਨੂੰ ਦੇ ਦਿਓ, ਲੇਕਿਨ ਜੋ ਪਰਮੇਸ਼ਵਰ ਦਾ ਬਣਦਾ ਹੈ ਉਹ ਪਰਮੇਸ਼ਵਰ ਨੂੰ ਦਿਓ। ਤੁਹਾਡੀ ਆਸ਼ੀਸ਼ ਸਭ ਕੁਝ ਉਹ ਦੇਣ ਵਾਲਾ ਪਰਮੇਸ਼ਵਰ ਹੈ। ਔਰ ਅਗਰ ਅੱਜ ਉਹਦੇ ਲਈ ਹੀ ਹੱਥ ਘੁੱਟ ਕੇ ਬੈਠੇ ਹੋ, ਕਿਸੇ ਹੋਰ ਦੇ ਵੱਲ ਤਾਂਗ ਲਾ ਕੇ ਬੈਠੇ ਹੋ, ਉਹ ਫਲਾਣਾ ਕਰੂਗਾ, ਉਹ ਕਰੂਗਾ, ਇਹ ਉਹਦਾ ਕੰਮ ਹੈ, ਤਾਂ ਫਿਰ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀਆਂ ਆਤਮਿਕ ਆਸ਼ੀਸ਼ਾਂ ਨੂੰ ਕਦੇ ਹਾਸਲ ਨਹੀਂ ਕਰ ਪਾਓਗੇ। ਉਹਦੇ ਵਿੱਚ ਤੁਸੀਂ ਬੜੋਤਰੀ ਨਹੀਂ ਦੇਖ ਪਾਓਗੇ। ਤੁਹਾਡੀ ਆਸ਼ੀਸ਼ ਦੇ ਵਿੱਚ ਤੁਹਾਨੂੰ ਖੁਦ ਨੂੰ ਆਨੰਦ ਨਹੀਂ ਹੋਊਗਾ,
ਕਿਉਂਕਿ ਇਹਦੇ ਵਿੱਚੋਂ ਨਾ ਤਾਂ ਕੁਝ ਮਨੁੱਖ ਕੋਈ ਨਾਲ ਲੈ ਕੇ ਉੱਪਰੋਂ ਆਇਆ ਤੇ ਨਾ ਕੋਈ ਲੈ ਕੇ ਜਾਣ, ਉਹ ਜਿਵੇਂ ਆਇਆ ਉਹਨੇ ਉੱਦਾਂ ਹੀ ਵਾਪਸ ਜਾਣਾ। ਲੇਕਿਨ ਇੱਕ ਸਮਾਂ ਮੇਰੇ ਪ੍ਰਿਓ ਕਿ ਜੋ ਕੁਝ ਪਰਮੇਸ਼ਵਰ ਦਾ ਹੈ ਅਸੀਂ ਉਹ ਪਰਮੇਸ਼ਵਰ ਨੂੰ ਦੇ ਦਈਏ। ਜੋ ਪਰਮੇਸ਼ਵਰ ਦਾ ਉਹ ਪਰਮੇਸ਼ਵਰ ਨੂੰ ਦਿੱਤਾ ਜਾਏ। ਔਰ ਸਾਨੂੰ ਪਰਮੇਸ਼ਵਰ ਨੇ ਕਿੰਨਾ ਦਿੱਤਾ? ਕਿੰਨਾ ਦਿੱਤਾ? 100% ਹੀ ਸਾਨੂੰ ਪਰਮੇਸ਼ਵਰ ਨੇ ਦਿੱਤਾ। ਲੇਕਿਨ ਫਿਰ ਸਾਡਾ ਪਰਮੇਸ਼ਵਰ 100% ਸਾਡੇ ਤੋਂ ਨਹੀਂ ਮੰਗਦਾ। ਹੁਣ ਤਾਂ ਸ਼ੁਰੂ ਪਤਾ ਕਿੱਥੋਂ ਕਰਿਆ? ਦੱਸ ਤੋਂ ਜਿਹਨਾਂ ਨੂੰ ਕੰਮ ਮਿਲਿਆ ਪਰਮੇਸ਼ਵਰ ਦਾ ਸਪੈਸ਼ਲੀ ਕੰਮ ਕਰਨ ਦੇ ਲਈ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ। ਲੇਕਿਨ ਬਾਕੀ ਜਿਹਨਾਂ ਨੂੰ ਪਰਮੇਸ਼ਵਰ ਨੇ ਦਿੱਤਾ ਗਾ, ਤਾਂ 10% ਦੀ ਆਗਿਆ ਤਾਂ ਸਾਡੇ ਹਰ ਇੱਕ ਦੇ ਲਈ, ਹਰ ਇੱਕ ਦੇ ਲਈ ਹੈ 10% ਦੀ। ਤਾਂ ਪਰਮੇਸ਼ਵਰ ਨੇ 100 ਦਿੱਤਾ, 100% ਆਸ਼ੀਸ਼ ਪਰਮੇਸ਼ਵਰ ਦੀ। ਪਰਮੇਸ਼ਵਰ ਕਹਿੰਦਾ ਕੋਈ ਗੱਲ ਨਹੀਂ ਯਾਰ, ਵੈਸੇ ਤਾਂ 100% ਹੀ ਮੇਰਾ ਹੈਗਾ। ਸਹੀ ਦੇ ਵਿੱਚ ਸਮਝ ਕੇ ਜਾਏ ਇਸ ਗੱਲ ਨੂੰ। ਵੈਸੇ ਤਾਂ 100 ਦਾ 100 ਹੀ ਪਰਮੇਸ਼ਵਰ ਦਾ, ਪਰ ਕੋਈ ਗੱਲ ਨਹੀਂ ਤੂੰ ਇਹਦੇ ਵਿੱਚ ਮੈਨੂੰ ਕਿੰਨਾ ਦੇ? 10 ਦੇ। ਉਹ 10 ਦੇਣ ਲੱਗੇ ਹੀ ਬੜੀ ਤਕਲੀਫ ਹੁੰਦੀ ਹੈ। ਪ੍ਰੋਬਲਮ ਹੀ ਉੱਥੇ ਹੈ। ਅਗਰ ਵਚਨ ਨੂੰ ਸੁਣਨ ਵਾਲੇ ਲੋਕ, ਚਰਚ ਦੇ ਵਿੱਚ ਆਉਣ ਵਾਲੇ ਲੋਕ ਆਪਣੀ ਕਮਾਈ ਦੇ ਵਿੱਚੋਂ ਪਰਮੇਸ਼ਵਰ ਦੇ ਨਾਲ 100% ਇੱਕ ਇੱਕ ਵਿਅਕਤੀ ਵਫਾਦਾਰ ਹੋ ਜਾਏ ਨਾ, ਤਾਂ ਚਰਚ ਦੀ ਆਰਾਧਨਾ, ਚਰਚ ਦੀ ਬੜੋਤਰੀ, ਚਰਚ ਦੇ ਕੰਮਾਂ ਨੂੰ ਤੁਸੀਂ ਬਹੁਤ ਐਤ ਨਾਲ ਆਪਣੀ ਅੱਖਾਂ ਨਾਲ ਹੀ ਵੱਧਦੇ ਹੋਏ ਦੇਖੋਗੇ। ਔਰ ਤੁਹਾਨੂੰ ਇਹ ਲੱਗਿਆ ਕਿ ਸਭ ਕੁਝ ਹੋ ਕਿੱਥੋਂ ਰਿਹਾ ਹੈਗਾ। ਅੱਜ ਅਗਰ ਇੱਕ ਚੀਜ਼ ਖਰੀਦਣੀ ਪੈ ਜੇ 10 ਵੱਲ ਦੇਖਣਾ ਪੈਂਦਾ ਹੈਗਾ, ਉਹ ਕਰੂਗਾ, ਇਹ ਕਰੂਗਾ, ਉਹ ਕਰੂਗਾ। ਲੇਕਿਨ ਅਗਰ ਇਮਾਨਦਾਰੀ ਨਾਲ ਪਰਮੇਸ਼ਵਰ ਨੂੰ ਹੀ ਦਿੱਤਾ ਜਾਏ ਤਾਂ ਫਿਰ ਤੁਹਾਡੇ ਵੱਲ ਦੇਖਣੇ ਵਾਲਾ, ਫਿਰ ਪਰਮੇਸ਼ਵਰ ਦੇ ਕੰਮਾਂ ਨੂੰ ਤੁਸੀਂ ਦੇਖੋਗੇ। ਤੁਸੀਂ ਦੇਖੋਗੇ ਹਾਂ ਪਰਮੇਸ਼ਵਰ ਦੇ ਕੰਮ ਹੋ ਰਹੇ ਨੇ। ਪਾਸਟਰ ਦੇ ਉੱਪਰ ਕਲੀਸਿਆ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਦਾ ਬੋਝ ਹੁੰਦਾ ਗਾ, ਬਹੁਤ ਸਾਰੀਆਂ ਗੱਲਾਂ ਦਾ ਹੁੰਦਾ ਗਾ। ਉਸਨੇ ਵਿਧਵਾ ਨੂੰ ਵੀ ਦੇਖਣਾ ਗਾ, ਉਸਨੇ ਯਤੀਮਾਂ ਨੂੰ ਵੀ ਦੇਖਣਾ ਗਾ, ਉਸਨੇ ਲੋਅਰ ਕਲਾਸ ਲੋਕਾਂ ਨੂੰ ਦੇਖਣਾ ਗਾ ਕਿ ਜਿਨ੍ਹਾਂ ਨੂੰ ਖਾਣ ਦੇ ਲਈ ਵੀ ਦਿੱਕਤ ਆ ਰਹੀ ਹੈ, ਉਹਨਾਂ ਨੂੰ ਵੀ ਦੇਖਣਾ ਗਾ ਕਿ ਕਾਸ਼ ਅਸੀਂ ਉਹਨਾਂ ਲਈ ਕੁਝ ਕਰ ਸਕੀਏ। ਲੇਕਿਨ ਹੋਏਗਾ ਕਦੋਂ? ਜਦੋਂ ਕਿ ਪਰਮੇਸ਼ਵਰ ਦੇ ਨਾਲ ਵਫਾਦਾਰ ਹੀ ਨਹੀਂ ਤੇ ਪਰਮੇਸ਼ਵਰ ਦਾ ਸਾਈਕਲ ਚੱਕ ਕੇ ਗੇੜਾ ਮਾਰਨ ਤੋਂ ਤਾਂ ਰਹਿ ਗਿਆ ਤੇ ਪ੍ਰਭੂ ਮੈਂ ਕਮਾ ਕੇ ਲਿਆਉਣਾ ਦਊਂਗਾ ਇਹਨਾਂ ਲਈ। ਪਰਮੇਸ਼ਵਰ ਨੇ ਉਹਦੇ ਲਈ ਕਲੀਸਿਆ ਦੇ ਵਿੱਚੋਂ ਹੀ ਲੋਕਾਂ ਨੂੰ ਠਹਿਰਾਇਆ ਹੁੰਦਾ ਗਾ। ਕਲੀਸਿਆ ਦੇ ਵਿੱਚੋਂ ਹੀ ਪਰਮੇਸ਼ਵਰ ਲੋਕਾਂ ਨੂੰ ਕੰਮ ਦਿੰਦਾ ਗਾ। ਜਿਹਦਾ ਕੰਮ ਪੈਸੇ ਲਈ, ਪੈਸੇ ਲਈ ਇਸਤੇਮਾਲ ਹੋਏਗਾ। 10% ਹਰ ਇੱਕ ਦਾ ਹੈ ਹੀ ਹੈ, ਉਹਦੇ ਤਾਂ ਸਾਰੇ ਹੋਣਗੇ। ਲੇਕਿਨ ਜਿਹਦਾ ਸਪੈਸ਼ਲੀ ਤੌਰ 'ਤੇ ਕੰਮ ਪਰਮੇਸ਼ਵਰ ਦਿੱਤਾ, ਉਹ ਸਪੈਸ਼ਲ ਉਹਦੇ ਲਈ ਇਸਤੇਮਾਲ ਹੋਏਗਾ। ਤੇ ਕਰਨਾ ਪਰਮੇਸ਼ਵਰ ਦੇ ਲਈ। ਔਰ ਜਿਹੜਾ ਕੋਈ ਖੁੱਲੇ ਦਿਲ ਨਾਲ ਕਰਦਾ ਗਾ, ਬਾਈਬਲ ਕਹਿੰਦੀ ਜਿਹੜਾ ਖੁੱਲੇ ਦਿਲ ਨਾਲ ਬੀਜਦਾ ਹੈ ਤੇ ਖੁੱਲੇ ਨਾਲ, ਔਰ ਇਹਦਾ ਪ੍ਰਤੀਫਲ ਧਰਤੀ ਤੇ ਨਹੀਂ, ਮੈਂ ਚਾਹੁੰਦਾ ਤੁਹਾਨੂੰ ਸਵਰਗ ਦੇ ਵਿੱਚ ਮਿਲੇ ਕਿ ਤੁਹਾਨੂੰ ਉੱਥੇ ਆਨੰਦ ਹੋਏ ਕਿ ਤੁਹਾਡੀ ਪਦਵੀ ਪਰਮੇਸ਼ਵਰ ਉੱਚੇ ਥਾਵੇਂ ਲਾ ਕੇ ਰੱਖੇ ਕਿ ਪੁੱਤ ਤੈਅ ਕੀਤਾ ਗਾ ਔਰ ਆ ਮੇਰੇ ਨਾਲ ਸਿੰਘਾਸਨ ਦੇ ਉੱਪਰ ਬਿਰਾਜਮਾਨ ਹੋ। ਧਰਤੀ ਤੇ ਜੋ ਪ੍ਰਤੀਫਲ ਦੇਣਾ ਪਰਮੇਸ਼ਵਰ ਨੂੰ ਦੇਣਾ ਹੀ ਹੈ। ਲੇਕਿਨ ਜਿਸ ਦਿਨ ਤੁਹਾਨੂੰ ਤੁਹਾਡੀ ਆਸ਼ੀਸ਼ ਦਾ ਸਹੀ ਇਸਤੇਮਾਲ ਕਰਨਾ ਆ ਗਿਆ ਨਾ, ਤਾਂ ਤੁਸੀਂ ਚਰਚ ਦੀ ਬੜੋਤਰੀ, ਉਹਦਾ ਵਾਧਾ, ਆਪਣੇ ਕੰਮਾਂ ਵਿੱਚ ਪਰਮੇਸ਼ਵਰ ਦੀ ਆਸ਼ੀਸ਼, ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਵੱਲੋਂ ਦਿੱਤੀ ਹੋਈ ਚੰਗਾਈ ਨੂੰ ਖੁਦ ਮਹਿਸੂਸ ਕਰੋਗੇ, ਆਨੰਦ ਮਹਿਸੂਸ ਕਰੋਗੇ। ਹਾਂ ਪਰਮੇਸ਼ਵਰ ਵਾਕਿਆ ਹੀ ਅਸੀਂ ਤੇਰੇ ਲਈ ਕੀਤਾ ਔਰ ਤੁਸੀਂ ਸਾਡੇ ਲਈ ਬਹੁਤ ਆਇਤਨ ਕਰ ਰਹੇ। ਅਸੀਂ ਬਟੋਰੀ ਜਾਂਦੇ ਹਾਂ ਪਰ ਸਾਡਾ ਆਪਣਾ ਹੀ ਨਹੀਂ ਭਰਦਾ। ਕਰ ਲਓ ਇਕੱਠਾ, ਕਰ ਲਓ ਕਰ ਕਰਕੇ ਬਜ਼ੁਰਗ ਹੋ ਗਏ, ਬੁੱਢੇ ਹੋ ਗਏ, ਹਜੇ ਵੀ ਹਿੰਮਤ ਇਹ ਕਰਦੀ ਵੀ ਕੁਛ ਕਰੀਏ। ਇਹ ਨਹੀਂ ਪ੍ਰਭੂ ਲਈ, ਆਪਣੇ ਲਈ। ਮੇਰੇ ਪ੍ਰਿਓ, ਜਿੰਦਾ ਰਹਿਣ ਦੇ ਲਈ ਰੋਟੀ, ਪਹਿਨਣ ਦੇ ਲਈ ਕੱਪੜਾ, ਰਹਿਣ ਦੇ ਲਈ ਬਸੇਰਾ, ਉਹ ਪਰਮੇਸ਼ਵਰ ਦੇ ਹੀ ਦਿੰਦਾ ਹੈ। ਇਸਰਾਏਲੀਆਂ ਨੂੰ ਪਰਮੇਸ਼ਵਰ ਨੇ ਤੰਬੂ ਦੇਤਾ ਰਹਿਣ ਦੇ ਲਈ, ਪਹਿਨਣ ਦੇ ਲਈ ਕੱਪੜਾ ਦੇਤਾ, ਪੈਰਾਂ 'ਚ ਜੁੱਤੀ ਆ ਗਈ, ਖਾਣ ਦੇ ਲਈ ਅਸਮਾਨੀ ਮੰਨਾ ਆ ਗਿਆ। ਕੁਝ ਕਰਨ ਦੀ ਜ਼ਰੂਰਤ ਨਹੀਂ, ਸਭ ਕੁਝ ਪਰਮੇਸ਼ਵਰ ਦੇ ਰਹੇ ਸੀਗੇ। ਇਹ ਤਾਂ ਜ਼ਰੂਰਤ ਹੈ ਪਰਮੇਸ਼ਵਰ ਕਰਦਾ ਹੀ ਹੈ। ਅਗਰ ਸਾਡਾ ਪਰਮੇਸ਼ਵਰ ਬੜੋਤਰੀ ਨਾਲ ਸਾਨੂੰ ਦੇ ਰਿਹਾ ਤਾਂ ਫਿਰ ਸਾਡਾ ਪਹਿਲਾ ਫਰਜ਼ ਹੈ ਅਸੀਂ ਵੀ ਪਰਮੇਸ਼ਵਰ ਨੂੰ ਪੁੱਛੀਏ ਕਿ ਪਰਮੇਸ਼ਵਰ ਮੈਂ ਤੇਰੇ ਲਈ ਕੀ ਕਰਾਂ। ਪਰਮੇਸ਼ਵਰ ਮੇਰੇ ਕੋਲੇ ਲੱਖ ਪਿਆ ਗਾ ਲੇਕਿਨ ਮੇਰਾ 20,000 ਨਾਲ ਗੁਜ਼ਾਰਾ ਹੋ ਜਾਊਗਾ, ਮੈਂ 80,000 ਦਾ ਕੀ ਕਰਾਂ। ਪਰਮੇਸ਼ਵਰ ਮੇਰੇ ਕੋਲ 10 ਲੱਖ ਪਿਆ ਗਾ
ਜੇ 2 ਲੱਖ ਮੈਂ ਆਪਣੇ ਕੋਲ ਰੱਖ ਲਾਂ, ਮੇਰੇ ਕੋਲ 8 ਲੱਖ ਐਕਸਟਰਾ ਹੈਗਾ, ਉਹਦਾ ਮੈਂ ਕੀ ਕਰਾਂ? ਪ੍ਰਭੂ ਮੇਰੇ ਕੋਲ 50 ਲੱਖ ਹੈ, ਮੈਂ 10 ਲੱਖ ਆਪਣੇ ਘਰ ਰੱਖਾਂ, ਮੈਂ 40 ਲੱਖ ਦਾ ਕੀ ਕਰਾਂ? ਦੱਸ ਮੈਨੂੰ, ਮੈਂ ਤੇਰੇ ਕਿਹੜੇ ਕੰਮ ਲਈ ਇਸਤੇਮਾਲ ਕਰਾਂ ਉਹਨੂੰ? ਇਹ ਗੱਲ ਬੋਲਣ ਵਿੱਚ ਬਹੁਤ ਵੱਡੀ ਹੈ, ਇਹ ਗੱਲ ਬੋਲਣ ਵਿੱਚ ਬਹੁਤ ਵੱਡੀ, ਪਰ ਜਦੋਂ ਕਰਨ ਦੇ ਉੱਪਰ ਆਈਏ ਨਾ ਤਾਂ ਲੋਕ ਨਹੀਂ ਕਹਿੰਦੇ ਜਿਗਰਾ ਚਾਹੀਦਾ, ਫਿਰ ਕਲੇਜਾ ਚਾਹੀਦਾ ਉੱਡਾ ਕਰਨ ਦੇ ਲਈ। ਸੁਲੇਮਾਨ ਕਹਿੰਦਾ ਆ ਗਿਆ ਬੇੜਾ, ਕਿੰਨਾ ਸਮਾਨ ਆਇਆ? ਕਹਿੰਦੇ ਜੀ ਬਹੁਤ ਆ ਗਿਆ। ਵਾਫਰੀ ਗਿਣਤੀ ਕਰੋ, ਲਾਓ ਜਾ ਕੇ ਸੰਕਲਪ 'ਚ ਪ੍ਰਭੂ ਦਾ ਭਾਵਨਾ ਬਣਾ ਦਿਓ, ਸਿੱਧਾ ਹੀ ਲੈ ਜਾਓ, ਮੇਰੇ ਵੱਲ ਲੈ ਕੇ ਆਉਣ ਦੀ ਲੋੜ ਨਹੀਂ, ਬਣਾਓ ਉਹਨੂੰ, ਕਰੋ ਕੰਪਲੀਟ। ਮੇਰੇ ਪ੍ਰਿਯੋ, ਅਸੀਂ ਬੜੋਤਰੀ ਚਾਹੁੰਦੇ ਹਾਂ, ਅਸੀਂ ਕਿਵੇਂ ਦੀ ਸੋਚਦੇ, ਅਸੀਂ ਉੱਥੇ ਦੇ ਉੱਥੇ ਕਿਉਂ ਖੜੇ ਹੋਏ ਹਾਂ? ਬਹੁਤ ਸਾਰੇ ਰੀਜ਼ਨਸ ਉਹਦੇ ਵਿੱਚ, ਕਈ ਕਾਰਨ ਨੇ। ਡਿਵੈਲਪ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਤੁਸੀਂ ਅਗਰ ਪਰਮੇਸ਼ਵਰ ਦੇ ਲਈ ਕਰੋਗੇ ਔਰ ਬਹੁਤ ਐਤ ਨਾਲ ਕਰੋਗੇ ਔਰ ਆਪਣੀ ਹੈਸੀਅਤ ਤੋਂ ਵੱਧ ਕੇ ਕਰੋਗੇ, ਲਿਖਿਆ ਹੈ ਨਾ ਕਿ ਜਿਹਨੂੰ ਪਰਮੇਸ਼ਵਰ ਨੇ ਕੰਮ ਦਿੱਤਾ ਗਾ ਉਹ ਉਸੇ ਰੀਤੀ ਨਾਲ ਕਰੇ, ਜਿਹਨੂੰ ਦਿੱਤਾ ਗਾ ਉਸੇ ਨਾਲ ਹੀ ਕਰੇ, ਜਿਹਦੇ ਕੋਲ ਖੁੱਲ੍ਹਾ ਗਾ ਉਹ ਖੁੱਲ੍ਹੇ ਨਾਲ ਹੀ ਕਰੇ, ਅਤੇ ਪਰਮੇਸ਼ਵਰ ਉਹਦੇ ਲਈ ਕਰਦਾ ਹੈਗਾ। ਲੇਕਿਨ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਨਾ ਪਰਮੇਸ਼ਵਰ ਦੀ ਆਸ਼ੀਸ਼ ਦੇ ਉੱਪਰ ਮੱਲ ਮਾਰ ਕੇ ਬਹਿ ਗਏ, ਮੱਲ ਮਾਰ ਲਈ ਵੀ ਮੇਰੀ ਹੈ, ਬਸ ਇਹ ਮੇਰਾ ਗਾ, ਔਰ ਇਸ ਨੂੰ ਮੈਂ ਹੀ ਇਸਤੇਮਾਲ ਆਪਣੇ ਲਈ ਕਰ ਸਕਦਾ, ਅਦਰਵਾਈਜ਼ ਨਹੀਂ ਕਰ ਸਕਦਾ। ਪ੍ਰਿਯੋ, ਸੋਚੋ, ਵਿਚਾਰੋ, ਤੁਹਾਡੀ ਆਸ਼ੀਸ਼ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਲਈ ਮੌਤ ਦਾ ਕਾਰਨ ਬਣ ਜਾਏ, ਤੁਹਾਡੇ ਲਈ ਤੁਹਾਡੀ ਆਸ਼ੀਸ਼ ਫਾਂਸੀ ਦਾ ਫੰਦਾ ਬਣ ਜਾਏ ਔਰ ਤੁਸੀਂ ਨਾਸ ਹੋ ਜਾਓ, ਜਿਵੇਂ ਆਹਾਬ ਰਾਜਾ ਦੇ ਨਾਲ ਹੋਇਆ ਸੀਗਾ। ਇਹ ਨਾ ਸਮਝੋ ਕਿ ਪਰਮੇਸ਼ਵਰ ਦਾ ਲੇਖਾ ਲੈਣ ਵਾਲਾ ਨਹੀਂ ਹੈ। ਬਾਈਬਲ ਇਹ ਕਹਿੰਦੀ ਹੈ ਕਿ ਪਰਮੇਸ਼ਵਰ ਹਰ ਇੱਕ ਗੁੱਝੀ ਗੱਲ ਦਾ ਵੀ ਨਿਆਂ ਕਰੇਗਾ। ਜੋ ਉਹਨੇ ਦਿੱਤਾ ਨਾ ਸਾਨੂੰ, ਉਹਦਾ ਪਰਮੇਸ਼ਵਰ ਪੁੱਛਣ ਵਾਲਾ ਗਾ, ਪੁੱਤ ਤਾਂ ਇਸ ਕੰਮ ਕਰਕੇ ਮੰਗਿਆ ਸੀਗਾ ਲੇਕਿਨ ਨਹੀਂ ਇਸਤੇਮਾਲ ਹੋਇਆ, ਕੋਈ ਗੱਲ ਨਹੀਂ, ਆ ਜਾ। ਬੱਚਾ ਇੱਕ ਗੀਤ ਗਾ ਰਿਹਾ ਸੀਗਾ, ਜਦੋਂ ਤੈਨੂੰ ਤੋਲੇ ਤੇ ਘੱਟ, ਜਦ ਤੋਲੇ ਦਾ ਘੱਟ ਨਾ ਨਿਕਲੇ ਤਾਂ ਤੋਲਿਆ ਕਿਵੇਂ ਜਾਣਾ? ਤਕੜੀ ਥੋੜੀ ਰੱਖ ਕੇ ਤੋਲਣ ਲੱਗਿਆ ਪ੍ਰਭੂ ਸਾਨੂੰ, ਉਹਦਾ ਵੈਸੇ ਕੋਈ 60 ਕਿਲੋ ਦਾ, ਕੋਈ ਕੁਆਂਟਲ ਦਾ ਬੈਠਾ, ਉਹ ਤਾਂ ਕੰਮਾਂ ਦਾ ਹਿਸਾਬ ਲਏਗਾ। ਪੁੱਤ ਇੰਨਾ ਦਿੱਤਾ ਸੀਗਾ ਤੈਨੂੰ, ਤੈਂ ਕੀ ਕੀਤਾ? ਅੱਛਾ ਜੀ ਚਲੋ ਗੱਲ ਨੇੜੇ ਲੈ ਕੇ ਆਉਣਾ। ਇੱਕ ਵਿਅਕਤੀ ਨੇ ਜਾਣ ਲੱਗਿਆ 5 2 1 ਦੇਤਾ, ਬਾਅਦ 'ਚ ਆ ਕੇ ਹਿਸਾਬ ਮੰਗਿਆ ਕਿ ਨਹੀਂ ਮੰਗਿਆ? ਬਸ ਇੰਨਾ ਯਾਦ ਰੱਖ ਲਓ, ਮੰਗਣਾ ਪਰਮੇਸ਼ਵਰ ਨੇ ਤੁਹਾਡੇ ਕੋਲੋਂ ਵੀ ਹੈ, ਮੰਗਣਾ ਗਾ ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੀ ਮਿਹਨਤ, ਤੁਹਾਡਾ ਦੌੜ ਭੱਜ, ਜੋ ਕੁਛ ਵੀ ਹੈ, ਲੇਕਿਨ ਜੋ ਕੁਛ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈਗਾ ਉਹਦਾ ਹਿਸਾਬ ਪਰਮੇਸ਼ਵਰ ਨੇ ਲੈਣਾ ਹੀ, ਤੁਹਾਡੇ ਤੋਂ ਵੀ ਲੈਣਾ ਤੇ ਲੈਣਾ ਪਾਸਟਰ ਤੋਂ ਵੀ ਉਹਨੇ ਲੈਣਾ, ਉਹਨੇ ਪਾਸਟਰ ਤੋਂ ਵੀ ਨਾਲ ਹੀ ਹੈ। ਇਹ ਨਹੀਂ ਕਿ ਮੈਨੂੰ ਪ੍ਰਭੂ ਕੋਈ ਗੱਲ ਤੇਰੀ ਕਿਹੜਾ ਗੱਲ ਤੈਨੂੰ ਸੁਣਾਤਾ ਨਾ, ਮੈਨੂੰ ਲੱਗਦਾ ਪਹਿਲਾਂ ਖੜਾਈ ਮੈਨੂੰ ਲਊਗਾ ਲਾਈਨ 'ਚ ਪ੍ਰਭੂ। ਤਾਂ ਜੋ ਸਾਨੂੰ ਮਿਲਦਾ ਗਾ, ਜੋ ਸਾਨੂੰ ਪਰਮੇਸ਼ਵਰ ਦਿੰਦਾ ਗਾ, ਅਸੀਂ ਉਸ ਨੂੰ ਕਿਹਦੇ ਲਈ ਇਸਤੇਮਾਲ ਕਰੀਏ? ਪਰਮੇਸ਼ਵਰ ਦੇ ਲਈ। ਪਰਮੇਸ਼ਵਰ ਪੁੱਛੇਗਾ ਪੁੱਤ ਦਿੱਤਾ ਤਾਂ 10 ਸੀਗਾ ਪਰ ਇਸਤੇਮਾਲ 1 ਕੀਤਾ ਤੇ ਬਾਕੀ 9 ਹਜ਼ਮ, ਤੇ ਕਈ ਤਾਂ 10 ਦੇ 10 ਹੀ ਖਾ ਗਏ, ਡਕਾਰ ਹੀ ਮਾਰ ਗਏ। ਤੇ ਕੋਈ ਗੱਲ ਨਹੀਂ, ਹਜ਼ਮ ਕੀਤਾ ਹੋਇਆ ਵੀ ਕਢਾ ਲੈਣਾ, ਉਹਨੇ ਕਢਾ ਲੈਣਾ ਗਾ। ਇਸ ਗੱਲ ਨੂੰ ਚੇਤੇ ਰੱਖਿਓ, ਚਾਹੇ ਮਜ਼ਾਕ 'ਚ ਪਾ ਲਿਓ ਚਾਹੇ ਸੀਰੀਅਸ ਲੈ ਲਿਓ, ਲੇਕਿਨ ਚੇਤੇ ਰੱਖਿਓ ਤੁਹਾਡੀ ਆਸ਼ੀਸ਼ ਤੁਹਾਡੇ ਲਈ ਇੱਕ ਦਿਨ ਫੰਦੇ ਦਾ ਕਾਰਨ ਬਣਨ ਵਾਲੀ ਹੈ। ਇਸੇ ਲਈ ਚੱਕੀ ਨੇ ਕਿਹਾ, ਕਹਿੰਦਾ ਜੋ ਕੁਛ ਮੇਰੇ ਕੋਲ ਹੈ ਨਾ ਚੌਗਣਾ ਕਰਕੇ ਮੋੜਦਾ। ਔਰ ਯਿਸੂ ਮਸੀਹ ਨੇ ਕੀ ਕਿਹਾ? ਅੱਜ ਇਸ ਘਰ ਦੇ ਵਿੱਚ ਅੱਜ ਨਜਾਤ ਆਈ, ਇਸ ਘਰ 'ਚ ਮੋੜਤਾ, ਲੈ ਜਾਓ। ਉਹ ਤੇ ਤੋਂ 100 ਲਿਆ ਸੀ, ਚੱਕ 400 ਲੈ ਜਾਓ, ਮੈਨੂੰ ਨਹੀਂ ਚਾਹੀਦਾ। ਕਿਉਂ? ਯਿਸੂ ਮਿਲ ਗਿਆ ਸਾਨੂੰ, ਯਿਸੂ ਮਿਲ ਗਿਆ ਸਾਨੂੰ, ਤਾਂ ਫਾਇਦਾ ਹੀ ਬੜਾ ਹੋ ਗਿਆ, ਸਾਨੂੰ ਤਾਂ ਸਾਰਾ ਕੁਛ ਹੀ ਮਿਲ ਗਿਆ ਯਿਸੂ ਦੇ ਨਾਲ। ਇੰਨਾ ਬਟੋਰ ਲਿਆ, ਹੁਣ ਵਾਫਰੀ ਹੈ। ਆਸ਼ੀਸ਼ ਫੰਦਾ ਨਾ ਬਣ ਜਾਏ, ਆਸ਼ੀਸ਼ ਮੌਤ ਦਾ ਕਾਰਨ ਨਾ ਬਣ ਜਾਏ, ਆਸ਼ੀਸ਼ ਨਰਕ ਚਲੇ ਜਾਣ ਦਾ ਕਾਰਨ ਨਾ ਬਣ ਜਾਏ। ਇਸ ਲਈ ਅੱਜ ਆਸ਼ੀਸ਼ ਦੇ ਉੱਪਰ ਹੀ ਬੈਠ ਕੇ ਵਿਚਾਰ ਕਰਿਓ ਕਿ ਕੀ ਮੈਂ ਬਚਾਇਆ ਜਾਵਾਂਗਾ ਜਾਂ ਫਿਰ ਮੈਂ ਨਾਸ ਵਿੱਚ ਜਾਵਾਂਗਾ। ਫੈਸਲਾ ਤੁਹਾਡਾ ਗਾ, ਕੰਮ ਤੁਹਾਡਾ ਗਾ। ਬਾਈਬਲ ਕਹਿੰਦੀ ਜੋ ਪਰਮੇਸ਼ਵਰ ਦਾ ਗਾ ਉਹ ਸੁਣਾਉਣਾ, ਪਵਿੱਤਰ ਵਚਨ ਦਾ ਬੋਲਣਾ, ਇਹ ਪਵਿੱਤਰ ਆਤਮਾ ਦਾ ਕੰਮ ਹੈ। ਸਿਖਾਉਣਾ ਉਹਦਾ ਕੰਮ ਹੈ, ਉਸ ਤੋਂ ਬਾਅਦ ਮੰਨਣਾ ਨਾ ਮੰਨਣਾ ਇਹ ਉਹਦਾ ਕੰਮ ਹੈ। ਅਗਰ ਕੋਈ ਵਿਅਕਤੀ ਚਾਹੇ ਤਾਂ ਪਰਮੇਸ਼ਵਰ ਦਾ ਆਤਮਾ ਉਹਦੀ ਸਹਾਇਤਾ ਕਰੇਗਾ, ਅਗਰ ਵਿਅਕਤੀ ਚਾਹੇ ਪਰਮੇਸ਼ਵਰ ਬਹੁਤ ਐਤ ਨਾਲ ਉਹਦੀ ਸਪੋਰਟ ਕਰੇਗਾ। ਲੇਕਿਨ ਅਗਰ ਕੋਈ ਨਹੀਂ ਚਾਹੇ ਤਾਂ ਫਿਰ ਉਹ ਆਪਣੀ ਦਾ
ਆਪ ਜ਼ਿੰਮੇਵਾਰ ਹੈ। ਤੁਹਾਡੇ ਕੋਲ ਚਾਹੇ ਜੋ ਵੀ ਹੈ, ਜਿੰਨਾ ਮੈਨੂੰ ਕੱਖ ਨਹੀਂ ਪਤਾ ਕਿਸੇ ਦੇ ਬਾਰੇ, ਨਾ ਮੈਂ ਕਦੇ ਕਿਸੇ ਨੂੰ ਜਾ ਕੇ ਸਵਾਲ ਹੀ ਕਰਦਾ ਹੁੰਦਾ, ਨਾ ਮੈਂ ਕਦੇ ਕਿਸੇ ਨੂੰ ਪੁੱਛਦਾ ਹੁੰਦਾ, ਮੇਰਾ ਮੈਟਰ ਹੀ ਨਹੀਂ ਹੈਗਾ। ਲੇਕਿਨ ਅੱਜ ਪਰਮੇਸ਼ਰ ਨੇ ਵਚਨ ਦਿੱਤਾ ਨਾ, ਤਾਂ ਅੱਜ ਇਸ ਗੱਲ ਨੂੰ ਸਾਰੀਆਂ ਗੱਲਾਂ ਪਵਿੱਤਰ ਆਤਮਾ ਨੇ ਖੁੱਲ੍ਹ ਕੇ ਸਾਨੂੰ ਇਹ ਦੱਸ ਦਿੱਤੀਆਂ ਨੇ। ਇਸ ਲਈ ਹੈਸੀਅਤ ਦੇ ਮੁਤਾਬਕ ਜੋ ਤੁਹਾਡੀ ਹੈ, ਬਹੁਤ ਤੇਜ਼ ਨਾਲ ਪਰਮੇਸ਼ਰ ਦੇ ਲਈ ਆਪਣੀ ਆਸ਼ੀਸ਼ ਨੂੰ ਇਸਤੇਮਾਲ ਕਰੋ। ਕਿਤੇ ਇਹ ਨਾ ਹੋਵੇ ਇਸੇ ਆਸ਼ੀਸ਼ ਦਾ ਪਰਮੇਸ਼ਰ ਹਿਸਾਬ ਲਾਉਣ ਬੈਠ ਜੇ ਅਤੇ ਬਾਅਦ ਵਿੱਚ ਤੁਸੀਂ ਉਹ 'ਚ ਟਕੇਲ ਤੋਂ ਤੋਲਿਆ ਗਿਆ ਤੇ ਜੇ ਘੱਟ ਨਿਕਲੇ ਤਾਂ ਫਿਰ ਪੂਰਾ ਪਰਮੇਸ਼ਰ ਨੇ ਕਰ ਹੀ ਦੇਣਾ, ਨਾਲ ਲੱਕੜਾਂ 'ਚ ਮੇੜ ਦੂ ਅੱਗ ਵਾਲੀਆਂ। ਚੱਲ ਹੁਣ ਵਜ਼ਨ ਪੂਰਾ ਕਰੀਏ ਤੇਰਾ। ਇਸ ਲਈ ਅੱਜ ਟਾਈਮ ਹੈ, ਅੱਜ ਮੌਕਾ ਗਾ, ਪਰਮੇਸ਼ਰ ਲਈ ਕਰ ਸਕਦੇ ਹਾਂ। ਪਰਮੇਸ਼ਰ ਦੀ ਆਸ਼ੀਸ਼ ਪਰਮੇਸ਼ਰ ਲਈ ਇਸਤੇਮਾਲ ਹੋਏ ਤਾਂ ਆਨੰਦ ਹੋਊਗੀ। ਅਗਰ ਪਰਮੇਸ਼ਰ ਦੀ ਆਸ਼ੀਸ਼ ਪਰਮੇਸ਼ਰ ਲਈ ਇਸਤੇਮਾਲ ਨਾ ਹੋਈ ਫਿਰ ਫੰਦਾ ਬਣੂਗੀ। ਫੈਸਲਾ ਤੁਹਾਡਾ, ਜੀਵਨ ਤੁਹਾਡਾ, ਮਰਜ਼ੀ ਤੁਹਾਡੀ। ਪਰਮੇਸ਼ਰ ਦਾ ਪਰਮੇਸ਼ਰ ਨੂੰ ਦੇਣਾ ਜਾਂ ਆਪਣੇ ਤੱਕ ਸੀਮਿਤ ਰੱਖਣਾ, ਇਹ ਤੁਹਾਡਾ ਫੈਸਲਾ ਗਾ। ਆਓ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਆਪਣੇ ਸਿਰਾਂ ਨੂੰ ਉਸ ਜਿਉਂਦੇ ਪਰਮੇਸ਼ਰ ਅੱਗੇ ਝੁਕਾਈਏ ਜੋ ਸਾਡੇ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਔਰ ਕੋਈ ਵੀ ਜਨ ਆਵਾਜ਼ ਨਹੀਂ ਕਰੇਗਾ ਮੇਰੇ ਪ੍ਰਿਯੋ, ਕੋਈ ਵੀ ਜਨ ਆਵਾਜ਼ ਨਹੀਂ ਕਰੇਗਾ। ਇੱਕ ਸਮਾਂ ਗਾ ਇਹ ਕਿ ਮੈਨੂੰ ਪਰਮੇਸ਼ਵਰ ਨੇ ਕੀ ਦਿੱਤਾ ਗਾ। ਇੱਕ ਸਮਾਂ ਦਾ ਸਵਾਲ ਆਪਣੇ ਆਪ ਦੇ ਨਾਲ ਕਰਨ ਦੇ ਲਈ ਕਿ ਕੀ ਜਿਹੜੀ ਆਸ਼ੀਸ਼ ਮੇਰੇ ਕੋਲ ਹੈ ਉਹ ਪਰਮੇਸ਼ਵਰ ਦੀ ਹੀ ਹੈ, ਕਿ ਮੇਰੇ ਪਰਮੇਸ਼ਵਰ ਤੋਂ ਹੀ ਉਹ ਮੈਨੂੰ ਪ੍ਰਾਪਤ ਹੋਈ ਹੈ। ਅਗਰ ਤੁਹਾਡਾ ਮਨ ਮੁੱਕਰਦਾ ਹੈ ਤਾਂ ਕੋਈ ਗੱਲ ਨਹੀਂ, ਲੇਕਿਨ ਅਗਰ ਦਿਲ ਇਸ ਗੱਲ ਲਈ ਮੰਨ ਰਿਹਾ ਗਾ ਕਿ ਹਾਂ ਪਰਮੇਸ਼ਵਰ ਦੀ ਹੈ, ਤਾਂ ਫਿਰ ਉਹ ਕਿਵੇਂ ਉਹਦੇ ਲਈ ਇਸਤੇਮਾਲ ਹੋ ਰਹੀ ਹੈ ਔਰ ਕਿੰਨਾ ਹੋ ਰਹੀ ਹੈ। ਆਪਣੇ ਆਪ ਨੂੰ ਜਾਂਚੋ, ਆਪਣੇ ਆਪ ਨੂੰ ਸਵਾਲ ਕਰੋ ਕਿ ਉਸਨੂੰ ਆਪਣੇ ਤੱਕ ਹੀ ਸੀਮਿਤ ਰੱਖ ਲਿਆ, ਕਿ ਮੈਂ ਉਸਨੂੰ ਆਪਣੇ ਤੱਕ ਹੀ ਲੋੜਾਂ ਤੱਕ ਪੂਰੀਆਂ ਕਰਨ ਦੇ ਲਈ ਉਸਨੂੰ ਉਹਦੀ ਵਰਤੋਂ ਕਰ ਰਿਹਾ ਹਾਂ। ਆਪਣੇ ਨਿੱਜੀ ਕੰਮਾਂ ਦੇ ਵਿੱਚ ਉਹਦੀ ਵਰਤੋਂ ਬਹੁਤ ਐਤ ਨਾਲ ਕਰ ਰਿਹਾ। ਅਗਰ ਲੱਗ ਰਿਹਾ ਗਾ ਕਿ ਹਾਂ ਮੈਂ ਹੁਣ ਤੱਕ ਇਦਾਂ ਹੀ ਕਰਦਾ ਆਇਆ, ਤਾਂ ਅੱਜ ਤੁਹਾਡੇ ਕੋਲ ਟਾਈਮ ਹੈ, ਤੁਸੀਂ ਵਾਪਸੀ ਕਰ ਸਕਦੇ ਹੋ। ਪਰ ਪਵਿੱਤਰ ਆਤਮਾ ਸਾਫ਼ ਔਰ ਸਪਸ਼ਟ ਕਹਿੰਦਾ ਗਾ ਇਹ ਤੁਹਾਡੇ ਕੋਲ ਲਾਸਟ ਟਾਈਮ ਹੈ। ਇਹ ਮੌਕਾ ਪਰਮੇਸ਼ਰ ਤੁਹਾਨੂੰ ਦੇ ਰਿਹਾ ਗਾ। ਮੂਸਾ ਦੇ ਸਮੇਂ ਲੋਕਾਂ ਨੇ ਬਹੁਤ ਐਦੀ ਵਾਫਰੀ ਨਾਲ ਪਰਮੇਸ਼ਰ ਦੇ ਕੰਮ ਦੇ ਲਈ ਦੇ ਦਿੱਤਾ। ਅੱਜ ਜੋ ਸਾਡੀ ਆਸ਼ੀਸ਼ ਹੈ, ਅਸੀਂ ਉਹਦਾ ਕੀ ਕਰ ਰਹੇ ਹਾਂ? ਅਸੀਂ ਉਹਦਾ ਕੀ ਕਰ ਰਹੇ ਹਾਂ ਮੇਰੇ ਪ੍ਰਿਯ? ਅੱਜ ਅਸੀਂ ਦੇਖਣਾ ਹੈ, ਅੱਜ ਅਸੀਂ ਸੋਚਣਾ ਹੈ। ਆਪਣੇ ਆਪ ਨੂੰ ਦੇਖੋ, ਆਪਣੇ ਆਪ ਨੂੰ ਚੈੱਕ ਕਰੋ, ਕਿਤੇ ਅਜਿਹਾ ਨਾ ਹੋਏ ਸਾਡੀ ਦੌਲਤ, ਸਾਡੀ ਆਸ਼ੀਸ਼, ਸਾਡਾ ਰੁਪਇਆ ਪੈਸਾ ਉਹ ਸਾਡੇ ਲਈ ਫਾਂਸੀ ਦਾ ਕਾਰਨ ਬਣ ਜਾਏ, ਸਾਨੂੰ ਨਰਕ ਲਿਜਾਣ ਦਾ ਕਾਰਨ ਬਣ ਜਾਏ, ਸਾਡੀ ਮੌਤ ਦਾ ਉਹ ਕਾਰਨ ਬਣ ਜਾਏ। ਜਿਸ ਆਸ਼ੀਸ਼ ਦੇ ਨਾਲ ਅਸੀਂ ਅੱਜ ਗਵਾਹੀ ਦੇ ਰਹੇ ਹਾਂ, ਕਿਤੇ ਅਜਿਹਾ ਨਾ ਹੋਏ ਕਿ ਇਹੀ ਸਾਡੇ ਲਈ ਨਾਸ ਦਾ ਕਾਰਨ ਹੋ ਜਾਏ। ਇਸ ਲਈ ਅੱਜ ਸੋਚੋ ਮੇਰੇ ਪ੍ਰਿਯੋ, ਅੱਜ ਵਿਚਾਰੋ ਇਸ ਗੱਲ ਨੂੰ, ਤਾਂ ਜੋ ਪਰਮੇਸ਼ਰ ਦਾ ਆਤਮਾ ਅੱਜ ਤੁਹਾਡੇ ਲਈ ਕੁਝ ਕਰ ਸਕੇ। ਅੱਜ ਆਪਣੇ ਦਿਲਾਂ ਨੂੰ ਖੋਲੋ, ਔਰ ਜਦੋਂ ਰੂਹ ਆਤਮਾ ਗੱਲ ਕਰ ਰਿਹਾ ਹੈ ਤਾਂ ਮਨਮਤੀ ਨਾ ਹੋਵੋ, ਮਨਮਤੀ ਨਾ ਬਣੋ, ਆਪ ਸਵਾਰਥੀ ਨਾ ਹੋਵੋ, ਆਪ ਸਵਾਰਥੀ ਨਹੀਂ ਪਰ ਪਰਮੇਸ਼ਰ ਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਹੋਵੋ। ਪਰਮੇਸ਼ਰ ਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ ਉਤਰੋ, ਔਰ ਦੇਖੋ ਤੁਹਾਡਾ ਪਰਮੇਸ਼ਰ ਤੁਹਾਡੇ ਲਈ ਕੀ ਕੁਝ ਮੁਹੱਈਆ ਕਰਦਾ ਹੈ। ਪਿਤਾ ਪਰਮੇਸ਼ਰ ਦਾ ਪਵਿੱਤਰ ਵਚਨ